ਸਤਿਗੁਰੂ ਸ੍ਰੀ ਗੁਰੂ ਗਰੀਬ ਨਿਵਾਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਦੇ ਵਿੱਚ ਜੁੜ ਚੁੱਕੇ ਬਹੁਤ ਹੀ ਸਤਿਕਾਰਯੋਗ ਮੁਅੱਜ਼ਿਜ਼ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਤੋਂ ਸਰੀਰ ਕਰਕੇ ਵਿਛੜ ਚੁੱਕੇ ਵੀਰ ਸੰਦੀਪ ਸਿੰਘ ਸਿੱਧੂ, ਜਿਸ ਨੂੰ ਉਸ ਦੀ ਫਿਲਮ ਇੰਡਸਟਰੀ ਦੇ ਵਿੱਚ ਦੀਪ ਸਿੱਧੂ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਸੀ, ਉਸ ਦੀ ਯਾਦ ਨੂੰ ਸਮਰਪਿਤ ਇਸ ਸਮਾਗਮ ਦੇ ਵਿੱਚ ਜੁੜੇ ਬੈਠੇ ਹਾਂ। ਇੱਕ ਸਵਾਲ ਸਾਡੇ ਸਰਾਂ ਦੇ ਮਨਾਂ ਦੇ ਵਿੱਚ ਬੜਾ ਅਹਿਮ ਹੈ। ਬਹੁਤ ਸਾਰੇ ਸੈਲੀਬ੍ਰਿਟੀ ਹੋਏ ਨੇ, ਬਹੁਤ ਸਾਰੇ ਪ੍ਰਚਾਰਕ ਵੀ ਨੇ, ਬਹੁਤ ਸਾਰੇ ਵਿਆਖਿਆਕਾਰ, ਬਹੁਤ ਸਾਰੇ ਲੇਖਕ, ਪਰ ਕੀ ਕਾਰਨ ਹੈ ਕਿ ਦੀਪ ਦੇ ਜਾਣ ਦਾ ਦੁੱਖ ਸਾਰਿਆਂ ਨੇ ਧੁਰ ਅੰਦਰ ਤੋਂ ਮਹਿਸੂਸ ਕੀਤਾ ਹੈ? ਇਹ ਇੱਕ ਵੱਡਾ ਸਵਾਲ ਹੈ ਸਾਡੇ ਸਾਹਮਣੇ ਕਿ ਕਾਰਨ ਕੀ ਸੀ। ਬਹੁਤ ਸਾਰੇ ਸੈਲੀਬ੍ਰਿਟੀ, ਬਹੁਤ ਸਾਰੇ ਵਿਆਖਿਆਕਾਰ, ਬਹੁਤ ਸਾਰੇ ਪ੍ਰਚਾਰਕ, ਬਹੁਤ ਸਾਰੇ ਆਥਰ, ਲੇਖਕ, ਇਤਿਹਾਸਕਾਰ, ਹਿਸਟੋਰੀਓਗ੍ਰਾਫਰ ਬਹੁਤ ਨੇ, ਪਰ ਦੀਪ ਦੇ ਦਰਦ ਨੂੰ ਅਸੀਂ ਧੁਰ ਅੰਦਰੋਂ ਮਹਿਸੂਸ ਕਿਉਂ ਕਰ ਰਹੇ ਹਾਂ? ਇੱਕ ਸਵਾਲ ਤਾਂ ਸਾਡੇ ਮਨ ਦੇ ਵਿੱਚ ਇਹ ਹੈ। ਦੂਸਰਾ ਸਵਾਲ ਉਸ ਤੋਂ ਵੀ ਅਹਿਮ ਹੈ, ਜਿੰਨੇ ਕੁ ਅਸੀਂ ਦੀਪ ਦੇ ਨੇੜੇ ਸੀ, ਸਾਨੂੰ ਇੰਝ ਲੱਗਦਾ ਹੈ ਕਿ ਸਾਨੂੰ ਦਰਦ ਹੈ ਕਿਉਂਕਿ ਅਸੀਂ ਸਰੀਰ ਕਰਕੇ ਉਸ ਦੇ ਨੇੜੇ ਰਹੇ। ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਇਸ ਦਰਦ ਨੂੰ ਸਾਡੇ ਤੋਂ ਵੱਧ ਉਹਨਾਂ ਵੀਰਾਂ ਤੇ ਭੈਣਾਂ ਨੇ ਸ਼ਿੱਦਤ ਦੇ ਨਾਲ ਮਹਿਸੂਸ ਕੀਤਾ ਹੈ ਜਿਹੜੇ ਦੀਪ ਨੂੰ ਕਦੀ ਮਿਲੇ ਵੀ ਨਹੀਂ ਸੀ। ਔਰ ਕੁਝ ਐਸੇ ਨੇ ਜਿਨ੍ਹਾਂ ਨੇ ਦੀਪ ਦੇ ਜਿਉਂਦੇ ਜੀ ਉਸ ਦੀਆਂ ਵੀਡੀਓ ਜਾਂ ਉਸ ਦੀਆਂ ਆਡੀਓ ਨੂੰ ਨਹੀਂ ਸੁਣਿਆ, ਉਹਦੇ ਤੋਂ ਬਾਅਦ 'ਚ ਸੁਣ ਰਹੇ ਨੇ। ਸੋ ਜਦੋਂ ਮੈਂ ਇਸ ਸਾਰੇ ਵਰਤਾਰੇ ਨੂੰ ਵੇਖਦਾ ਨਾ, ਤਾਂ ਮੈਨੂੰ ਕਈ ਵਾਰੀ ਇੰਝ ਲੱਗਦਾ ਕਿ ਜਦੋਂ ਦੀਪ ਅਕਸਰ ਇਹ ਗੱਲ ਕਿਹਾ ਕਰਦਾ ਸੀ ਨਾ ਕਿ ਕਲਾ ਵਰਤਦੀ ਹੈ, ਤਾਂ ਜਿੰਨੀ ਵੀ ਲੈਫਟਿਸਟ ਆਈਡੀਓਲੋਜੀ ਹੈ, ਜਿੰਨੇ ਵੀ ਸਾਡੇ ਕਾਮਰੇਡ ਵੀਰ ਨੇ ਹੱਸਿਆ ਕਰਦੇ ਸੀ, ਸਾਡੇ ਤੇ ਤੰਜ ਕੱਸਿਆ ਕਰਦੇ ਸੀ, ਕਮੈਂਟ ਕਰਿਆ ਕਰਦੇ ਸੀ, ਕਲਾ ਵਰਤਦੀ ਹੈ। ਪਰ ਮੈਂ ਦੀਪ ਦੀ ਯਾਦ ਦੇ ਵਿੱਚ ਲੋਕਾਂ ਦਾ ਜਿਹੜਾ ਸੰਜੀਦਗੀ ਦੇ ਨਾਲ ਉੱਭਰਿਆ ਹੋਇਆ ਦਰਦ ਹੈ ਨਾ, ਉਹਦੇ ਬਾਰੇ ਦਾਅਵੇ ਨਾਲ ਕਹਿ ਸਕਦਾ ਕਿ ਜੇ ਕਲਾ ਵਰਤਦੀ ਨਹੀਂ ਵੇਖੀ ਤਾਂ ਦੀਪ ਆਪਣੇ ਆਪ ਦੇ ਵਿੱਚ ਵੀ ਵਰਤਦੀ ਹੋਈ ਕਲਾ ਦਾ ਇੱਕ ਝਲਕਾਰਾ ਜ਼ਰੂਰ ਹੈ। ਕਿਤੇ ਨਾ ਕਿਤੇ ਅਸੀਂ ਉਸ ਨੂੰ ਰੂਹ ਤੋਂ ਮਹਿਸੂਸ ਕਰ ਰਹੇ ਹਾਂ। ਇਹ ਗੱਲ ਵੱਖਰੀ ਹੈ ਕਿੰਨੇ ਕੁ ਨੇੜੇ ਹਾਂ ਤੇ ਕਿੰਜ ਕਰਦੇ ਹਾਂ। ਇੱਕ ਖਲੀਲ ਜਿਬਰਾਨ ਦੀ ਕਿਤਾਬ ਹੈ ਬ੍ਰੋਕਨ ਵਿੰਗਸ, ਉਹਦੇ ਵਿੱਚ ਉਸਨੇ ਇੱਕ ਬੜਾ ਵਧੀਆ ਪ੍ਰਮਾਣ ਦਿੱਤਾ ਹੈ। ਕਹਿੰਦਾ ਕਿ ਇਨਸਾਨ ਤੁਰਿਆ ਜਾ ਰਿਹਾ ਤੇ ਸਾਹਮਣੇ ਪਹਾੜ ਹੈ। ਅੱਖਾਂ ਕਹਿੰਦੀਆਂ ਨੇ ਕਿ ਸਾਹਮਣੇ ਪਹਾੜ ਹੈ। ਇਹ ਅੱਖਾਂ ਦਾ ਦ੍ਰਿਸ਼ਟੀਕੋਣ ਹੈ। ਅੱਖਾਂ ਕਹਿ ਰਹੀਆਂ ਨੇ ਕਿ ਸਾਹਮਣੇ ਪਹਾੜ ਹੈ, ਤੇ ਉਸੇ ਵੇਲੇ ਨੱਕ ਬੋਲਿਆ, ਕਹਿੰਦਾ ਮੈਂ ਕਿਵੇਂ ਵਿਸ਼ਵਾਸ ਕਰਾਂ, ਮੈਨੂੰ ਤਾਂ ਪਹਾੜ ਦੀ ਸੁਗੰਧ ਨਹੀਂ ਆਈ। ਅਜੇ ਉਹ ਬੋਲ ਹੀ ਰਿਹਾ ਸੀ, ਜ਼ੁਬਾਨ ਨੇ ਕਹਿ ਦਿੱਤਾ ਵਿਸ਼ਵਾਸ ਮੈਂ ਵੀ ਨਹੀਂ ਕਰਦੀ ਕਿਉਂਕਿ ਮੈਂ ਪਹਾੜ ਦਾ ਸਵਾਦ ਨਹੀਂ ਵੇਖਿਆ। ਅਜੇ ਉਹ ਬੋਲ ਰਹੀ ਸੀ ਤੇ ਕੰਨਾਂ ਨੇ ਕਹਿ ਦਿੱਤਾ ਅਸੀਂ ਵਿਸ਼ਵਾਸ ਕਿਵੇਂ ਕਰੀਏ, ਅਸੀਂ ਤਾਂ ਪਹਾੜ ਨੂੰ ਸੁਣਿਆ ਹੀ ਨਹੀਂ। ਸੋ ਪਹਾੜ ਤਾਂ ਹੈ, ਦ੍ਰਿਸ਼ਟੀਕੋਣ ਵੱਖਰਾ ਵੱਖਰਾ ਹੋ ਸਕਦਾ ਹੈ। ਕਿਸੇ ਨੇ ਕਿਸੇ ਨਜ਼ਰੀਏ ਤੋਂ ਵੇਖਣਾ ਹੈ, ਕਿਸੇ ਨੇ ਕਿਸੇ ਨਜ਼ਰੀਏ ਤੋਂ ਵੇਖਣਾ ਹੈ, ਕਿਸੇ ਨੇ ਕਿਸੇ ਨਜ਼ਰੀਏ ਤੋਂ ਵੇਖਣਾ ਹੈ। ਦੀਪ ਦੀ ਸ਼ਖਸੀਅਤ ਸੀ, ਉਹਦੀ ਸ਼ਖਸੀਅਤ ਦੇ ਬਾਰੇ ਸਾਡਾ ਅਧਿਐਨ, ਸਾਡਾ ਐਨਾਲਿਸਿਸ ਵੱਖਰਾ ਵੱਖਰਾ ਤਾਂ ਹੋ ਸਕਦਾ ਹੈ, ਪਰ ਇਸ ਵਾਰ ਇੱਕ ਵਰਤਾਰਾ ਬੜਾ ਵੱਖਰਾ ਵਾਪਰਿਆ ਕਿ ਜਿਨ੍ਹਾਂ ਨੇ ਦੀਪ ਨੂੰ ਉਹਦੇ ਜਿਉਂਦੇ ਜੀ ਗਦਾਰ ਕਿਹਾ, ਅੰਤਮ ਸਮੇਂ ਦੇ ਉੱਪਰ ਉਹਨਾਂ ਨੂੰ ਵੀ ਸਰਦਾਰ ਕਹਿਣ ਦੇ ਵਾਸਤੇ ਮਜਬੂਰ ਹੋਣਾ ਪਿਆ। ਇਹ ਵਰਤਾਰਾ ਹੋਰ ਵਿਲੱਖਣ ਸੀ। ਦੂਸਰੀ ਗੱਲ, ਜਦੋਂ ਅਸੀਂ ਇਵੇਂ ਦੀ ਸ਼ਖਸੀਅਤ ਦਾ ਮੁਲਾਂਕਣ ਕਰਦੇ ਹਾਂ, ਹੁਣ ਇਹਦੇ 'ਚ ਮੈਂ ਆਪਣੇ ਲੈਕਚਰਾਂ ਕਰਕੇ ਦੀਪ ਨੂੰ ਸ਼ਖਸੀਅਤ ਨਹੀਂ ਬਣਾ ਰਿਹਾ, ਜਾਂ ਮੇਰੇ ਸ਼ਬਦ ਉਸ ਦੀ ਸ਼ਖਸੀਅਤ ਨੂੰ ਜਾਂ ਉਸ ਦੇ ਕੱਦ ਨੂੰ ਬਿਆਨ ਕਰਨ ਦੇ ਵਿੱਚ ਸਹਾਈ ਨਹੀਂ ਹੈਗੇ।
ਦਰਅਸਲ ਤੁਸੀਂ ਮੈਨੂੰ ਬੁਲਾਇਆ ਹੀ ਤਾਂ ਹੈ ਕਿ ਤੁਹਾਡੇ ਹਿਰਦੇ ਦੇ ਅੰਦਰ ਸੰਜੀਦਗੀ ਨਾਲ ਉਹਦੀ ਯਾਦ ਵਸੀ ਹੈ। ਨਹੀਂ ਤਾਂ ਬਹੁਤ ਮੌਤਾਂ ਹੁੰਦੀਆਂ ਨੇ, ਬਹੁਤ ਐਕਸੀਡੈਂਟ ਹੁੰਦੇ ਨੇ, ਬਹੁਤ ਸਾਜ਼ਿਸ਼ਾਂ ਹੁੰਦੀਆਂ ਨੇ। ਕਿੱਥੇ ਇੰਨੇ ਸਮਾਗਮ, ਕਿੱਥੇ ਇੰਨੀਆਂ ਅਰਦਾਸਾਂ, ਕਿੱਥੇ ਇੰਨਾ ਪਿਆਰ, ਕਿੱਥੇ ਇੰਨਾ ਵਰਲਾਪ, ਕਿੱਥੇ ਇੰਨਾ ਦਰਦ ਨਹੀਂ ਵੇਖਿਆ ਮੈਂ ਅਜੇ ਤੱਕ। ਉਹਦਾ ਕਾਰਨ ਕੀ ਹੈ ਕਿ ਜੇ ਤੁਸੀਂ ਸਾਨੂੰ ਸੁਣ ਰਹੇ ਹੋ ਤਾਂ ਕਿਤੇ ਨਾ ਕਿਤੇ ਦੀਪ ਦੇ ਨਾਲ ਇੱਕ ਰਿਸ਼ਤੇ ਨੂੰ ਧੁਰ ਅੰਦਰੋਂ ਮਹਿਸੂਸ ਕਰ ਰਹੇ ਹੋ। ਔਰ ਉਹ ਰਿਸ਼ਤਾ ਹੈ ਕਾਹਦਾ? ਫਿਰ ਹੁਣ ਦੂਸਰਾ ਸਵਾਲ ਆ ਜਾਂਦਾ ਕਿ ਉਹ ਰਿਸ਼ਤਾ ਹੈ ਕਾਹਦਾ? ਖੂਨ ਦਾ ਨਾ ਤੁਹਾਡਾ ਰਿਸ਼ਤਾ ਸੀ ਨਾ ਮੇਰਾ ਰਿਸ਼ਤਾ। ਉਹ ਕਿਸ ਚੀਜ਼ ਦਾ ਰਿਸ਼ਤਾ ਹੈ ਜਿਹਦੇ ਨਾਲ ਅਸੀਂ ਸਾਰੇ ਹੀ ਜੁੜ ਗਏ। ਮੈਂ ਤੇ ਸਰਦਾਰ ਅਜਮੇਰ ਸਿੰਘ, ਮੈਂ ਅੱਗੇ ਵੀ ਇੱਕ ਦਿਨ ਗੱਲ ਸਾਂਝੀ ਕੀਤੀ ਸੀ, ਇਸੇ ਤਰ੍ਹਾਂ ਦੀਪ ਦੇ ਬਾਰੇ ਵਿਚਾਰ ਕਰਕੇ ਮੰਚ ਦੇ ਉੱਪਰ ਉਤਰੇ। ਭਾਈ ਜੀ ਤਾਂ ਥੋੜਾ ਲਾਂਭੇ ਚਲੇ ਗਏ ਤੇ ਮੇਰੇ ਕੋਲ ਇੱਕ ਭੈਣ ਜੀ ਆਏ। ਉਹ ਕਹਿੰਦੇ ਮੈਂ ਚਾਹੁੰਦੀ ਹਾਂ ਕਿ ਮੇਰਾ ਪੁੱਤਰ ਵੀ ਦੀਪ ਸਿੱਧੂ ਬਣੇ, ਚਾਹੇ ਉਸ ਦੀ ਉਮਰ ਉਹਦੇ ਤੋਂ ਵੀ ਘੱਟ ਹੋਵੇ। ਹੁਣ ਇਹ ਹੈ ਜਿਹੜਾ ਤੁਸੀਂ ਰੂਹ ਅੰਦਰੋਂ ਮਹਿਸੂਸ ਕੀਤਾ ਹੈ। ਪਰ ਮੇਰਾ ਜਵਾਬ ਜਿਹੜਾ ਸ਼ਾਇਦ ਉਸ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਾ ਕਰਦਾ ਹੋਵੇ, ਕਿਉਂਕਿ ਅਸੀਂ ਜਾਂ ਕਹਿ ਸਕਦੇ ਹੋ ਕਿ ਨੁਕਤਾਚੀਨ ਲੋਕ ਹੋ ਜਾਂਦੇ ਪੜ੍ਹ ਕੇ। ਸਾਡਾ ਕਈ ਵਾਰੀ ਨਜ਼ਰੀਆ ਹੋਰ ਹੋ ਜਾਂਦਾ ਹੈ। ਤੇ ਮੈਂ ਉਸ ਨੂੰ ਸੁਭਾਵਿਕ ਤੌਰ ਤੇ ਕਹਿ ਦਿੱਤਾ, ਮੈਂ ਕਿਹਾ ਭੈਣ ਜੀ, ਜੇ ਤੁਸੀਂ ਇਹ ਸਮਝਦੇ ਹੋ ਨਾ ਕਿ ਮੇਰਾ ਪੁੱਤ ਦੀਪ ਸਿੱਧੂ ਬਣੇ, ਤੇ ਫਿਰ ਤੁਹਾਡਾ ਪੁੱਤ ਦੀਪ ਸਿੱਧੂ ਨਹੀਂ ਬਣ ਸਕਦਾ, ਕਿਉਂਕਿ ਦੀਪ ਸਿੱਧੂ ਬਣਨ ਦੇ ਵਾਸਤੇ ਸਾਡਾਪਨ ਛੱਡ ਕੇ ਆਉਣਾ ਪੈਂਦਾ। ਦੀਪ ਸਿੱਧੂ ਬਣਨ ਦੇ ਵਾਸਤੇ ਸਾਡਾਪਨ ਛੱਡ ਕੇ ਆਉਣਾ ਪੈਂਦਾ। ਸਾਡਾਪਨ ਜੇ ਦੀਪ ਸਿੱਧੂ ਵੀ ਬਰਕਰਾਰ ਰੱਖਦਾ ਕਿ ਮੈਂ ਵੀ ਕਿਸੇ ਦਾ ਪਿਤਾ, ਮੈਂ ਵੀ ਕਿਸੇ ਦਾ ਪਤੀ, ਮੇਰਾ ਇੰਨਾ ਵੱਡਾ ਬਿਜ਼ਨਸ, ਮੇਰਾ ਇੰਨਾ ਵੱਡਾ ਨਾਂ, ਮੇਰੀ ਲਾਅ ਫਰਮ, ਮੇਰੇ ਕੋਲ ਇੰਨੀ ਕਮਾਈ, ਮੇਰੇ ਕੋਲ ਮਹਿੰਗੀਆਂ ਗੱਡੀਆਂ, ਉਹ ਜਿੰਨਾ ਵੀ ਮਟੀਰੀਅਲਿਜ਼ਮ ਹੈ ਉਹ ਸਾਰਾ ਸਾਡੇਪਨ ਦੇ ਦਾਇਰੇ 'ਚ ਆਉਂਦਾ ਨਾ। ਆ ਸਾਡਾ ਆ ਕੁਛ, ਸਾਡਾ ਆ ਕੁਛ, ਸਾਡਾ ਆ ਕੁਛ, ਸਾਡਾ ਆ ਕੁਛ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੰਗਲਾ ਦੀਪ ਗਏ, ਜਿਸ ਨੂੰ ਅੱਜ ਸ਼੍ਰੀਲੰਕਾ ਕਿਹਾ ਜਾਂਦਾ ਹੈ, ਤੇ ਜਦੋਂ ਗੁਰੂ ਨਾਨਕ ਸਾਹਿਬ ਉੱਥੇ ਗਏ ਤੇ ਰਾਜੇ ਸ਼ਿਵਨਾਭ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਈ। ਹੁਣ ਰਾਜੇ ਸ਼ਿਵਨਾਭ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਬਾਰੇ ਸੁਣਿਆ ਤਾਂ ਜ਼ਰੂਰ ਸੀ ਭਾਈ ਮਨਸੁਖ ਦੇ ਕੋਲੋਂ, ਪਰ ਗੁਰੂ ਨਾਨਕ ਸਾਹਿਬ ਦੇ ਦੀਦਾਰ ਨਹੀਂ ਸੀ ਕੀਤੇ। ਸਿਫਤਾਂ ਬਹੁਤ ਸੁਣੀਆਂ ਸੀ, ਗੁਰੂ ਸਾਹਿਬ ਦੇ ਵਸਫ, ਗੁਰੂ ਸਾਹਿਬ ਦੀਆਂ ਸਿਫਤਾਂ, ਗੁਰੂ ਸਾਹਿਬ ਦੇ ਬਾਰੇ ਬਹੁਤ ਕੁਝ ਸੁਣਿਆ ਸੀ, ਪਰ ਵੇਖਿਆ ਨਹੀਂ ਸੀ। ਤੇ ਜਿਸ ਦਿਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਲੈ ਕੇ ਸ਼ਿਵਨਾਭ ਦੇ ਬਾਗ ਦੇ ਵਿੱਚ ਬੈਠ ਗਏ ਨਾ, ਤੇ ਤੁਸੀਂ ਉਸ ਦੀ ਖੁਸ਼ੀ ਦਾ ਅੰਦਾਜ਼ਾ ਲਗਾ ਸਕਦੇ ਹੋ ਜਦੋਂ ਉਸ ਦੀ ਕਨੀਜ਼ ਨੇ ਜਾ ਕੇ ਦੱਸਿਆ ਹੋਵੇਗਾ ਕਿ ਤੇਰੇ ਬਾਗ ਦੇ ਵਿੱਚ ਸੰਸਾਰ ਦਾ ਉਹ ਰਹਿਬਰ ਆ ਕੇ ਬੈਠਾ ਜਿਸ ਨੂੰ ਤੂੰ ਰੋਜ਼ ਯਾਦ ਕਰਦਾ ਸੀ। ਉਹਦੀ ਤਾਂ ਖੁਸ਼ੀ ਵੱਖਰੀ ਹੋਵੇਗੀ ਨਾ। ਤੁਸੀਂ ਉਸ ਖੁਸ਼ੀ ਨੂੰ, ਉਹਦੇ ਅਹਿਸਾਸ ਨੂੰ ਤੁਸੀਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦੇ। ਬਹੁਤ ਵਡੇਰਾ ਹੋਵੇਗਾ ਉਹ ਅਹਿਸਾਸ, ਔਰ ਉਸੇ ਵਡੇਰੇਪਨ ਦੇ ਅਹਿਸਾਸ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦੇ ਕੋਲ ਆਉਂਦਾ ਹੈ, ਨੰਗੀ ਪੈਰੀ ਤਖਤ ਤੋਂ ਉੱਠ ਕੇ, ਇੱਕ ਚਾਹ ਦੇ ਵਿੱਚ, ਇੱਕ ਮਲਾਰ ਦੇ ਵਿੱਚ। ਪਤਾ ਕੀ ਕਹਿੰਦਾ? ਪਾਤਸ਼ਾਹ, ਜਿਸ ਬਾਗ ਦੇ ਵਿੱਚ ਤੁਸੀਂ ਆ ਕੇ ਬੈਠੇ ਹੋ ਮੇਰਾ ਹੈ। ਪਾਤਸ਼ਾਹ, ਅਸਤਬਲ, ਤਬੇਲਾ ਇਹ ਵੀ ਮੇਰਾ ਹੈ। ਸਾਹਮਣੇ ਜਿਹੜੀ ਹਵੇਲੀ ਹੈ ਇਹ ਵੀ ਮੇਰੀ ਆ। ਆਹ ਮਹਿਲ ਮਨਾਰੇ ਵੀ ਮੇਰੇ ਨੇ। ਆਹ ਸਾਰੀ ਜ਼ਮੀਨ ਜਿਹੜੀ ਹੈ ਇਹ ਮੇਰੀ ਹੈ। ਪਾਤਸ਼ਾਹ, ਮੈਂ ਤੁਹਾਨੂੰ ਰਹਿਬਰ ਮੰਨਦਾ, ਦੱਸੋ ਮੈਂ ਤੁਹਾਨੂੰ ਕੀ ਭੇਟਾ ਕਰ ਦੇਵਾਂ। ਤੇ ਮੇਰੇ ਗੁਰੂਦੇਵ ਪਾਤਸ਼ਾਹ ਨੇ ਪਤਾ ਕੀ ਕਿਹਾ ਸੀ? ਸ਼ਿਵਨਾਭ, ਤੇਰੀਆਂ ਹਵੇਲੀਆਂ, ਮਹਿਲ, ਮਨਾਰਿਆਂ, ਬਾਗਾਂ, ਜ਼ਮੀਨ ਦੀ ਮੈਨੂੰ ਲੋੜ ਨਹੀਂ, ਬਸ ਆ ਜਿਹੜੀ ਮੈਂ ਲਾਈ ਹੈ ਨਾ, ਇਹ ਮੈਨੂੰ ਭੇਟਾ ਕਰ ਦੇ। ਇਹ ਸੰਤਰ ਨੂੰ ਸਮਝਣਾ ਪਵੇਗਾ। ਜਿੰਨਾ ਚਿਰ ਸਾਡਾਪਨ ਹੈ, ਪਰਿਵਾਰਕ ਤੌਰ ਤੇ ਸਾਡਾਪਨ, ਉਹਨਾਂ ਚਿਰ ਮਨੁੱਖ ਕੌਮ ਦਾ ਨਹੀਂ ਹੋ ਸਕਦਾ। ਕਿਉਂਕਿ ਸਾਡਾ ਦਾਅਵਾ, ਸਾਡਾ ਹੱਕ ਜਿਹੜਾ ਹੁੰਦਾ ਹੈ, ਉਹ ਸਾਡਾ ਹੱਕ ਹੁੰਦਾ ਹੈ ਆਪਣੇ ਮਟੀਰੀਅਲਿਜ਼ਮ ਤੇ, ਆਪਣੇ ਪਰਿਵਾਰ ਤੇ, ਆਪਣੀ ਪ੍ਰਾਪਰਟੀ ਦੇ ਉੱਪਰ। ਪਰ ਜਦੋਂ ਦੀਪ ਪਾਤਸ਼ਾਹੀ ਦਾਅਵੇ ਦੀ ਗੱਲ ਕਰਦਾ ਸੀ, ਉਹਨੂੰ ਕਹਿੰਦੇ ਕਲੇਮ ਔਨ ਥਰੋਨ। ਜਦੋਂ ਰਾਜ ਸੱਤਾ ਦੇ ਉੱਪਰ ਦਾਅਵੇ ਦੀ ਗੱਲ ਛੱਡਣੀ ਹੈ ਨਾ, ਤੇ ਪਰਿਵਾਰਕ ਦਾਅਵੇ ਤੋਂ ਇਨਸਾਨ ਨੂੰ ਦੂਰ ਹੋਣਾ ਪੈਂਦਾ। ਇਹ ਅਹਿਮ ਗੱਲ ਹੈ।
ਸੋ ਦੀਪ ਇਹ ਨਹੀਂ ਕਿ ਦੁਬਾਰਾ ਉਸ ਦੀ ਵਿਚਾਰਧਾਰਾ ਦਾ ਉਸ ਕੱਦ ਦਾ ਕੋਈ ਸਾਡਾ ਵੀਰ ਪੈਦਾ ਨਹੀਂ ਹੋਵੇਗਾ, ਪਰ ਉਹਦੇ ਵਾਸਤੇ ਪਹਿਲੀ ਸ਼ਰਤ ਇਹ ਹੈ ਗੁਰੂ ਦੀ ਕਿਰਪਾ। ਦੂਸਰੀ ਗੱਲ ਸਾਡੇਪਨ ਦੇ ਅਹਿਸਾਸ ਨੂੰ ਛੱਡ ਕੇ ਆਉਣਾ। ਵੈਸੇ ਬੁੱਧ ਨੂੰ ਵੀ ਕਿਸੇ ਨੇ ਇੱਕ ਗੱਲ ਹੀ ਸਵਾਲ ਕੀਤਾ ਸੀ, ਅੰਗਰੇਜ਼ੀ ਦੀ ਕਿਤਾਬ ਬੁੱਧ ਦੀ ਹੈ, ਗੋਸਪਲ ਆਫ ਬੁੱਧਿਜ਼ਮ। ਉਹਦੇ ਵਿੱਚ ਇੱਕ ਆਦਮੀ ਆ ਕੇ ਕਹਿੰਦਾ ਆਈ ਵਾਂਟ ਹੈਪੀਨੈਸ, ਮੈਂ ਖੁਸ਼ੀ ਚਾਹੁੰਦਾ। ਬੁੱਧ ਦਾ ਜਵਾਬ ਬੜਾ ਪਿਆਰਾ ਸੀ, ਕਹਿੰਦਾ ਜਿੰਨਾ ਚਿਰ ਮੈਂ ਸ਼ਬਦ ਨਾਲ ਲੱਗਾ ਨਾ ਉਹਨਾਂ ਚਿਰ ਖੁਸ਼ੀ ਮਿਲ ਨਹੀਂ ਸਕਦੀ। ਮੈਂ ਤਾਂ ਆਪਣੇ ਆਪ ਦੀ ਹੋਂਦ ਤੇ ਆਪਣੇ ਕਬਜ਼ਾ ਤੇ ਆਪਣੇ ਦਾਅਵੇ ਦਾ ਅਹਿਸਾਸ ਹੈ, ਮੈਂ ਤੇ ਮੇਰਾਪਨ। ਗੁਰਬਾਣੀ ਤਾਂ ਹੀ ਕਹਿੰਦੀ ਹਉਮੈ ਛੱਡ ਦਿਓ, ਮੈਂ ਮੇਰੀ ਨੂੰ ਛੱਡ ਦਿਓ। ਕਿਉਂ ਕਿਹਾ ਜਾਂਦਾ? ਇਸੇ ਕਰਕੇ ਹੀ ਕਿਹਾ ਜਾਂਦਾ ਕਿ ਮੈਂ ਤੇ ਮੇਰੀ ਹੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਸਾਡੀ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਸਾਡੀ ਜ਼ਿੰਦਗੀ ਨੂੰ ਨਹੀਂ ਰਹਿਣ ਦਿੰਦੀ। ਮੈਂ ਇੱਕ ਉਦਾਹਰਨ ਹੋਰ ਦੇ ਦਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਲਖਨੌਰ ਬੈਠੇ ਨੇ, ਇੱਕ ਉਹਨਾਂ ਦੇ ਸਾਹਮਣੇ ਆ ਕੇ ਪਾਲਕੀ ਰੁਕਦੀ ਹੈ। ਪਾਲਕੀ ਦੇ ਵਿੱਚੋਂ ਇੱਕ ਪੀਰ ਜੀ ਉਤਰਦੇ ਨੇ, ਪਾਲਕੀ 'ਚ ਉਤਰਦੇ ਨੇ, ਜੋੜਾ ਉਤਾਰਦੇ ਨੇ ਤੇ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਬੈਠ ਜਾਂਦੇ ਨੇ। ਹੁਣ ਤਾਂ ਅਸੀਂ ਬੜੇ ਵੱਡੇ ਵੱਡੇ ਸਵਾਲ, ਵੱਡੀਆਂ ਵੱਡੀਆਂ ਗੱਲਾਂ, ਵੱਡੀਆਂ ਸਟੇਜਾਂ, ਵੱਡਾ ਸਾਊਂਡ ਸਿਸਟਮ, ਬਹੁਤ ਕੁਛ ਹੈ। ਉਦੋਂ ਰਮਜ਼ ਦੇ ਵਿੱਚ ਗੱਲ ਹੁੰਦੀ ਹੈ, ਇੱਕ ਛੋਟੀ ਜਿਹੀ ਗੱਲ ਰਮਜ਼ ਦੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਉਦੋਂ ਗੋਬਿੰਦ ਰਾਏ ਨੇ, 17 ਸਾਲ ਦੀ ਆਯੂ ਹੈ, ਅਜੇ ਗੋਬਿੰਦ ਸਿੰਘ ਨਹੀਂ ਬਣੇ, ਤੇ ਉਹ ਪੀਰ ਜੀ ਆ ਕੇ ਸਵਾਲ ਕਰਦੇ ਨੇ, ਕਹਿੰਦੇ ਨੇ ਕਿ ਖੁਦਾ ਕਿਵੇਂ ਮਿਲੇ? ਗੁਰੂ ਸਾਹਿਬ ਦਾ ਜਵਾਬ ਹੈ ਦੇਵੇਂ ਦਿਨ ਤੇ ਰਾਤ, ਜਿਵੇਂ ਦਿਨ ਤੇ ਰਾਤ। ਪੀਰ ਜੀ ਕਹਿੰਦੇ ਨੇ ਦਿਨ ਤੇ ਰਾਤ ਦਾ ਮਿਲਾਪ ਹੀ ਕੋਈ ਨਹੀਂ। ਤੇ ਪਾਤਸ਼ਾਹ ਕਹਿੰਦੇ ਇਹੀ ਤੇ ਤੇਰੇ ਸਵਾਲ ਦਾ ਜਵਾਬ ਹੈ ਕਿ ਜਿੱਥੇ ਮੈਂ ਦਾ ਹਨੇਰਾ, ਜਿੱਥੇ ਮੈਂ ਦੀ ਰਾਤ ਹੈ, ਉੱਥੇ ਤੂੰ ਦਾ ਚਾਨਣ ਨਹੀਂ ਹੈਗਾ। ਜਿੱਥੇ ਤੂੰ ਦਾ ਚਾਨਣ ਹੈ ਉੱਥੇ ਮੈਂ ਦਾ ਹਨੇਰਾ ਨਹੀਂ ਹੈਗਾ। ਫਿਰ ਕਹਿੰਦਾ ਕਿਹੜੀ ਚੀਜ਼ ਹੈ? ਪਾਤਸ਼ਾਹ ਦੱਸੋ ਕਿਹੜੀ ਚੀਜ਼ ਹੈ ਜਿਹੜੀ ਇਸ ਸਾਰੇ ਸੰਬੰਧ ਦੇ ਵਿੱਚ ਪਰਦੇ ਦੇ ਵਾਂਗ ਆ ਜਾਂਦੀ ਹੈ, ਜਿਹੜੀ ਇਸ ਮੈਂ ਤੇ ਤੂੰ ਦੀ ਦੂਰੀ ਨੂੰ ਖਤਮ ਕਰਕੇ ਤੂੰ ਕਰਤਾ ਤੂੰ ਹੂਆਂ ਦੀ ਅਵਸਥਾ 'ਚ ਨਹੀਂ ਆਉਣ ਦਿੰਦੀ? ਉਹ ਕਿਹੜੀ ਚੀਜ਼ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਾਰਸੀ ਦੇ ਵਿੱਚ ਇੱਕ ਬੜਾ ਪਿਆਰਾ ਸ਼ੇਰ ਕਿਹਾ ਉਸ ਪੀਰ ਜੀ ਨੂੰ, ਖਿਦਮਤ ਕਰਦਮ ਊਂ ਖੁਦਾਇਆ ਖਾਦਮੋ ਮਖਦੂਮ ਸ਼ੁੱਧ, ਕਿ ਖਿਦਮਤ ਕਰਦਮ ਊਂ ਖੁਦੀਰਾ ਮਖਦੂਮੋ ਮਰਹੂਮ ਸ਼ੁੱਧ। ਜਵਾਬ ਬੜਾ ਅਹਿਮ ਸੀ। ਇਹਦੇ ਵਿੱਚ 7 ਸ਼ਬਦ ਸਾਰੇ ਫਾਰਸੀ ਦੇ ਨੇ। ਖਿਦਮਤ ਕਿਹਾ ਜਾਂਦਾ ਸੇਵਾ ਨੂੰ, ਖਾਦਮ ਨੌਕਰ ਨੂੰ, ਖੁਦਾ ਪਰਮਾਤਮਾ ਨੂੰ, ਖੁਦ ਆਪਣੇ ਆਪ ਨੂੰ, ਖੁਦ ਹੀ ਹਉਮੈ ਨੂੰ, ਮਖਦੂਮ ਮਾਲਕ ਨੂੰ, ਮਰਹੂਮ ਮੌਤ ਨੂੰ। ਪਾਤਸ਼ਾਹ ਕਹਿੰਦੇ ਜੇ ਤੇ ਉਸ ਖੁਦਾ ਦੀ ਖਿਦਮਤ ਕਰਦਿਆਂ ਆਪਣੀ ਖੁਦੀ ਨੂੰ ਖਤਮ ਕਰ ਦਿਓ ਤੇ ਫਿਰ ਖੁਦਾ ਤੁਹਾਨੂੰ ਨੌਕਰ ਤੋਂ ਮਾਲਕ ਬਣਾ ਦੇਵੇਗਾ। ਪਰ ਜੇਕਰ ਸੇਵਾ ਵੀ ਕਰਨੀ ਹੈ ਤੇ ਖੁਦੀ ਵੀ ਰੱਖਣੀ ਹੈ, ਮੈਂ ਕੀਤਾ। ਸਾਡੇ 'ਚ ਤਾਂ ਸੇਵਾ ਤਾਂ ਛੱਡ ਦਈਏ, ਸਿਮਰਨ ਦੇ ਕਰਕੇ ਵੀ ਕਈ ਵਾਰੀ ਹੁੰਦੀ ਹੈ। ਅੱਜ ਮੈਂ ਇੰਨੇ ਪਾਠ ਕੀਤੇ, ਅੱਜ ਮੈਂ ਆਹ ਸੇਵਾ ਕੀਤੀ, ਅੱਜ ਅਸੀਂ ਗੁਰਦੁਆਰੇ ਆਹ ਭੇਟ ਕੀਤਾ। ਇੰਜ ਨਹੀਂ, ਪਾਤਸ਼ਾਹ ਕਹਿੰਦੇ ਇੰਜ ਨਹੀਂ ਹੋ ਸਕੇਗਾ। ਫਿਰ ਮਖਦੂਮੋ ਮਰਹੂਮ ਸ਼ੁੱਧ, ਫਿਰ ਆਤਮਿਕ ਜੀਵਨ ਦੀ ਮਲਕੀਅਤ ਨਹੀਂ ਹੈ, ਫਿਰ ਤਾਂ ਆਤਮਿਕ ਮੌਤ ਹੈ, ਜਿੱਥੇ ਸੇਵਾ ਕਰਕੇ ਵੀ ਹਉਮੈ ਅੰਦਰ ਟਿਕੀ ਹੋਈ ਹੈ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਗੁਰੂ ਕਿਰਪਾ ਕਰੇ, ਜਿੰਨਾ ਚਿਰ ਤੱਕ ਅਸੀਂ ਇਸ ਸਾਰੇ ਕਹਿ ਸਕਦੇ ਹੋ ਕਿ ਸਮਾਜ ਦੇ ਵਰਤਾਰਿਆਂ ਦੇ ਵਿੱਚ ਤੂੰ ਦੇ ਨਾਲ ਨਹੀਂ ਜੁੜਦੇ, ਉਹਨਾਂ ਚਿਰ ਤੱਕ ਸਾਡੇ ਮਸਲਿਆਂ ਦਾ ਹੱਲ ਨਹੀਂ ਹੋ ਸਕਦਾ। ਅਗਲੀ ਬੜੀ ਅਹਿਮ ਗੱਲ, ਜਿਹੜਾ ਮੈਂ ਸਵਾਲ ਆਪੇ ਪੈਦਾ ਕੀਤਾ ਸੀ ਤੁਹਾਡੇ ਸਾਹਮਣੇ, ਕਿ ਕੀ ਕਾਰਨ ਦੀਪ ਦੇ ਦਰਦ ਨੂੰ ਸੰਜੀਦਗੀ ਦੇ ਨਾਲ ਤੁਸੀਂ ਧੁਰ ਅੰਦਰੋਂ ਮਹਿਸੂਸ ਕੀਤਾ ਹੈ, ਜਾਂ ਉਹੀ ਗੱਲਾਂ ਪੰਥਕ ਦਾਅਵੇ ਦੀ ਗੱਲ ਤਾਂ ਸਰਦਾਰ ਰਤਨ ਸਿੰਘ ਭੰਗੂ ਹੁਣਾਂ ਨੇ ਬਹੁਤ ਚਿਰ ਪਹਿਲਾਂ ਲਿਖ ਦਿੱਤੀ ਸੀ। ਬਹੁਤ ਪ੍ਰਚਾਰਕ ਪੰਥ ਪ੍ਰਕਾਸ਼ ਦੀਆਂ ਵਿਆਖਿਆ ਵੀ ਕਰਦੇ ਰਹੇ ਨੇ, ਬਹੁਤ ਪ੍ਰਚਾਰਕ ਬੋਲਦੇ ਵੀ ਰਹੇ ਨੇ।
ਪਰ ਤੁਸੀਂ ਪੰਥਕ ਦਾਅਵੇ ਦੀ ਗੱਲ ਨੂੰ, ਹੋਂਦ ਦੀ ਗੱਲ ਨੂੰ, ਫੈਡਰਲ ਸਟਰਕਚਰ ਦੀ ਗੱਲ ਨੂੰ, ਖੁਦ ਮੁਖਤਿਆਰੀ ਦੀ ਗੱਲ ਨੂੰ ਇਸ ਵਾਰੀ ਇੰਨਾ ਮਹਿਸੂਸ ਕਿਉਂ ਕੀਤਾ? ਮੈਂ ਇਤਿਹਾਸਕਾਰ ਹਾਂ, ਮੈਂ ਤਕਰੀਬਨ ਜਵਾਬ ਵੀ ਇਤਿਹਾਸ ਦੇ ਪ੍ਰਮਾਣਾਂ ਦੇ ਵਿੱਚੋਂ ਹੀ ਦਊਂਗਾ। ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੇ ਸਮੇਂ ਤਕਰੀਬਨ ਲਾਹੌਰ ਦੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਹੋ ਰਿਹਾ ਸੀ। ਇੱਕ ਮੁਹੱਲਾ ਸੀ ਜਿਸ ਨੂੰ ਮਜੰਗਾਂ ਦਾ ਮੁਹੱਲਾ ਕਿਹਾ ਜਾਂਦਾ ਸੀ, ਉਸ ਦੇ ਵਿੱਚ ਸਿੱਖੀ ਦਾ ਪ੍ਰਚਾਰ ਨਹੀਂ ਸੀ ਹੋ ਰਿਹਾ। ਲੰਬਾ ਸਮਾਂ ਗੁਜ਼ਰਿਆ, ਇੱਕ ਪ੍ਰਚਾਰਕ ਆਉਂਦਾ ਹੈ, ਉਹ ਸਿੱਖੀ ਦਾ ਪ੍ਰਚਾਰ ਕਰਦਾ ਹੈ ਤੇ ਮਜੰਗ ਮੁਹੱਲੇ ਦੇ ਲੋਕ ਵੀ ਹੌਲੀ ਹੌਲੀ ਗੁਰੂ ਸਾਹਿਬ ਦੀ ਵਿਚਾਰਧਾਰਾ ਦੇ ਨਾਲ ਸਹਿਮਤ ਹੋ ਜਾਂਦੇ ਨੇ। ਇੱਕ ਦਿਨ ਗੱਲ ਚੱਲਦੀ ਹੈ ਦਰਬਾਰ ਦੇ ਵਿੱਚ। ਪਾਤਸ਼ਾਹ ਪਹਿਲਾਂ ਵੀ ਕਈ ਪ੍ਰਚਾਰਕ ਗਏ, ਪਰ ਉਹ ਉਹਨਾਂ ਲੋਕਾਂ ਨੂੰ ਸਿੱਖੀ ਦੇ ਰਾਹ ਤੇ ਨਾ ਤੋਰ ਸਕੇ। ਜਿਹੜਾ ਹੁਣ ਪ੍ਰਚਾਰਕ ਭੇਜਿਆ ਹੈ, ਉਹਨੇ ਉਹਨਾਂ ਲੋਕਾਂ ਨੂੰ ਸਿੱਖੀ ਦੇ ਰਾਹ ਦੇ ਉੱਪਰ ਕਿਉਂ ਤੋਰ ਲਿਆ? ਪਾਤਸ਼ਾਹ ਦਾ ਜਵਾਬ ਬੜਾ ਪਿਆਰਾ ਸੀ ਕਿ ਜੋ ਉਹ ਕਹਿ ਰਿਹਾ ਹੈ ਉਹ ਕਰਕੇ ਦਿਖਾ ਰਿਹਾ ਹੈ। ਸਮੱਸਿਆ ਇੱਥੇ ਖੜੀ ਹੈ, ਅਸੀਂ ਜੋ ਕਹਿ ਰਹੇ ਹਾਂ ਉਹ ਕਰਕੇ ਦਿਖਾ ਨਹੀਂ ਰਹੇ। ਪਾਤਸ਼ਾਹ ਕਹਿੰਦੇ ਜੋ ਉਹ ਕਹਿ ਰਿਹਾ ਹੈ ਉਹ ਕਰਕੇ ਦਿਖਾ ਰਿਹਾ ਹੈ। ਤੁਸੀਂ ਦੀਪ ਦੀ ਇਸ ਗੱਲ ਨੂੰ ਧੁਰ ਅੰਦਰੋਂ ਮਹਿਸੂਸ ਵੀ ਇਸ ਕਰਕੇ ਕੀਤਾ ਹੈ ਕਿ ਜੇਕਰ ਉਸਨੇ ਪੰਜਾਬ ਦੀ ਧਰਤੀ ਦੇ ਵਾਸਤੇ ਪਾਤਸ਼ਾਹੀ ਦਾਅਵੇ ਦੀ ਗੱਲ, ਫੈਡਰਲ ਸਟਰਕਚਰ ਦੀ ਗੱਲ ਕੀਤੀ, ਤਾਂ ਉਹ ਉਸ ਆਪਣੀ ਜਿਹਨੂੰ ਐਸ਼ਵਰਜ ਦੀ ਜ਼ਿੰਦਗੀ ਸੀ ਉਹਨੂੰ ਤਿਆਗ ਕੇ ਤੁਹਾਡੇ ਨਾਲ ਆ ਖਲੋਤਾ। ਉਸਨੇ ਉੱਥੇ ਬਹਿ ਕੇ ਗੱਲਾਂ ਨਹੀਂ ਕੀਤੀਆਂ। ਨਹੀਂ ਤੇ ਬਹਿ ਕੇ ਗੱਲਾਂ ਕਰਨ ਵਾਲੇ ਤਾਂ ਬਹੁਤ ਟੀਵੀ ਸ਼ੋਅ ਹੋ ਰਹੇ ਨੇ, ਸਾਡੇ ਵਰਗੇ ਪ੍ਰਚਾਰਕ ਚੈਨਲਾਂ ਤੇ ਬਹਿ ਕੇ ਰੋਜ਼ ਹੀ ਬੋਲਦੇ ਨੇ। ਤੁਸੀਂ ਮਹਿਸੂਸ ਹੀ ਇਸ ਕਰਕੇ ਧੁਰ ਅੰਦਰੋਂ ਉਸ ਗੱਲ ਨੂੰ ਕੀਤਾ ਹੈ ਕਿ ਕਿਤੇ ਨਾ ਕਿਤੇ ਉਸ ਨੇ ਆਪਣੇ ਉਸ ਮਟੀਰੀਅਲਿਸਟਿਕ ਵਰਡ ਦਾ ਤਿਆਗ ਕੀਤਾ, ਉਸ ਪਦਾਰਥਵਾਦ ਦਾ ਤਿਆਗ ਕੀਤਾ, ਉਹ ਤੁਹਾਡੇ ਵਾਂਗ ਆ ਗਿਆ। ਔਰ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਸੀ, ਕਈ ਵਾਰ ਕੀ ਹੁੰਦਾ ਹੈ, ਅਸੀਂ ਪ੍ਰਚਾਰ ਕਰਦੇ ਹਾਂ ਕਿ ਸਾਨੂੰ ਮਟੀਰੀਅਲਿਜ਼ਮ ਮਿਲੇ। ਇਹ ਵੱਡਾ ਅੰਤਰ ਹੈ। ਅਸੀਂ ਪ੍ਰਚਾਰ ਕਰਦੇ ਹਾਂ ਕਿ ਸਾਨੂੰ ਪਦਾਰਥਵਾਦ ਦਾ ਸੁੱਖ ਮਿਲੇ। ਉਹ ਪ੍ਰਚਾਰ ਜਾਂ ਧਰਮ ਦੇ ਖੇਤਰ 'ਚ ਆਇਆ ਪ੍ਰਚਾਰ ਦੇ ਸੁੱਖਾਂ ਨੂੰ ਵੇਖ ਕੇ, ਉਹ ਸਾਰੇ ਪਦਾਰਥਵਾਦ ਦੇ ਸੁੱਖਾਂ ਨੂੰ ਵੇਖ ਕੇ ਫਿਰ ਇਸ ਖੇਤਰ ਦੇ ਵਿੱਚ ਆਇਆ। ਇਹ ਮੇਜਰ ਡਿਫਰੈਂਸ ਸੀ, ਇੱਕ ਵੱਡਾ ਅੰਤਰ ਸੀ ਜਿਸ ਨੂੰ ਸਮਝਣ ਦੀ ਲੋੜ ਹੈ। ਇੱਕ ਹੋਰ ਬੜੀ ਅਹਿਮ ਗੱਲ ਆਖਰ ਦੇ ਵਿੱਚ, ਬੇਸ਼ੱਕ ਉਸ ਗੱਲ ਦੀ ਨੁਕਤਾਚੀਨੀ ਵੀ ਹੋਈ, ਬਹੁਤ ਸਾਰਿਆਂ ਨੇ ਕੀਤੀ, ਉਹ ਇੱਕ ਗੱਲ ਵੱਖਰੀ ਹੈ। ਮੈਨੂੰ ਯਾਦ ਹੈ ਜਦੋਂ ਸਿਮਰਨਜੀਤ ਸਿੰਘ ਮਾਨ ਹੋਣਾ ਦੇ ਮੈਂਬਰ ਪਾਰਲੀਮੈਂਟ ਬਣਨ ਦੇ ਸਮੇਂ ਦੀ ਘਟਨਾ, ਜਦੋਂ ਤਕਰੀਬਨ ਇੱਕ ਪੂਰਾ ਜਿਹੜਾ ਉਹਨਾਂ ਦਾ ਸਮਾਂ ਸੀ ਉਹਦੇ ਵਿੱਚ ਉਹ ਸ੍ਰੀ ਸਾਹਿਬ ਦੇ ਕਰਕੇ ਪਾਰਲੀਮੈਂਟ ਦੇ ਅੰਦਰ ਨਹੀਂ ਗਏ। ਉਸ ਤੋਂ ਬਾਅਦ ਗਏ ਵੀ। ਫਿਰ ਕਿਤੇ ਨਾ ਕਿਤੇ ਮੈਂ ਉਹਨਾਂ ਦੇ ਕੁਝ ਵੱਡੇ ਆਗੂਆਂ ਦੇ ਨਾਲ ਗੱਲਬਾਤ ਕਰਦਾ ਸੀ ਤੇ ਕਿਤੇ ਨਾ ਕਿਤੇ ਮੈਨੂੰ ਇੰਝ ਲੱਗਦਾ ਸੀ ਕਿ ਸਟੈਪ ਬੈਕ ਲੈ ਰਹੇ ਨੇ। ਉਹ ਕਿਉਂ ਨਹੀਂ ਗਏ ਉਸ ਨੂੰ ਪ੍ਰਭਾਸ਼ਿਤ ਨਹੀਂ ਕਰ ਪਾ ਰਹੇ। ਪਰ ਇਸ ਵਾਰ ਜਿਸ ਤਰ੍ਹਾਂ ਦੀਪ ਸਿੱਧੂ ਨੇ ਇਸ ਗੱਲ ਨੂੰ ਪ੍ਰਭਾਸ਼ਿਤ ਕੀਤਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿਣਾ ਹੈ ਇਸ ਦੇਸ਼ ਦੇ ਵਿੱਚ ਰਹਿੰਦਿਆਂ, ਪਰ ਸਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੰਵਿਧਾਨ ਤੋਂ ਉੱਚੇ ਨੇ। ਇਹ ਇੱਕ ਅਹਿਮ ਗੱਲ ਸੀ। ਸਾਡੇ ਵਾਸਤੇ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਚਿੰਨ੍ਹ ਹੋ ਸਕਦਾ ਹੈ, ਪਰ ਸ੍ਰੀ ਸਾਹਿਬ ਸਾਡੇ ਵਾਸਤੇ ਸਭ ਤੋਂ ਉੱਚਤਮ ਹੈ। ਜੇ ਤੁਸੀਂ ਇਹ ਛੱਡ ਦੇਵਾਂਗੇ ਨਾ, ਮੈਂ ਇਹ ਨਹੀਂ ਕਹਿੰਦਾ ਚਾਹੇ ਉਹ ਤੱਕੜੀ ਦੇ ਨਿਸ਼ਾਨ ਵਾਲੇ ਹੋਣ, ਉਹ ਚਾਹੇ ਪੰਜੇ ਦੇ ਨਿਸ਼ਾਨ ਵਾਲੇ ਹੋਣ, ਉਹ ਚਾਹੇ ਝਾੜੂ ਦੇ ਨਿਸ਼ਾਨ ਵਾਲੇ ਹੋਣ, ਇਹ ਗੱਲ ਵੱਖਰੀ ਹੈ। ਪਰ ਇਤਿਹਾਸ ਦੇ ਪ੍ਰਮਾਣਾਂ ਦੇ ਵਿੱਚੋਂ ਇੱਕ ਗੱਲ ਨੂੰ ਵੇਖਣ ਦਾ ਯਤਨ ਕਰੀਏ ਕਿ ਸੇਵਾ ਵੀ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਤੁਹਾਡੇ ਕੋਲ ਸ਼ਕਤੀ ਵੀ ਹੈ। ਸ਼ਕਤੀ ਵਿਹੀਨ ਲੋਕ ਜਿਹੜੇ ਨੇ ਉਹ ਕਦੀ ਵੀ ਦ੍ਰਿੜਤਾ ਤੇ ਗੈਰਤ ਦੇ ਨਾਲ ਸੇਵਾ ਨਹੀਂ ਕਰ ਸਕਦੇ, ਉਹ ਗੁਲਾਮੀ ਤੇ ਕਰ ਸਕਦੇ ਨੇ। ਇਸੇ ਕਰਕੇ ਇੱਕ ਝਾੜੂ ਰਾਜੇ ਦੇ ਨੌਕਰ ਦੇ ਹੱਥ ਦੇ ਵਿੱਚ ਹੋਵੇ ਤੇ ਇੱਕ ਝਾੜੂ ਸਿੱਖ ਦੇ ਹੱਥ ਦੇ ਵਿੱਚ ਹੋਵੇ, ਉਹਦੇ 'ਚ ਬੜਾ ਅੰਤਰ ਹੈ। ਜਿਹੜਾ ਸਿੱਖ ਹੈ ਉਹ ਆਪਣੇ ਗੁਰੂ ਦਰਬਾਰ ਦੇ ਵਿੱਚ ਆਪਣੀ ਗੁਰੂ ਦੀ ਖੁਸ਼ੀ ਲੈਣ ਵਾਸਤੇ ਸੇਵਾ ਕਰ ਰਿਹਾ, ਦੂਜਾ ਤਨਖਾਹ ਲੈਣ ਵਾਸਤੇ ਸੇਵਾ ਕਰ ਰਿਹਾ। ਸੋ ਅੰਤਰ ਬਹੁਤ ਹੈ। ਮੈਂ ਤੁਹਾਨੂੰ ਇਹਦੀ ਇੱਕ ਉਦਾਹਰਣ ਅਫਗਾਨਿਸਤਾਨ ਦੇ ਇਤਿਹਾਸ 'ਚੋਂ ਦਿੰਦਾ। ਅਫਗਾਨਿਸਤਾਨ ਦਾ ਇੱਕ ਬਹੁਤ ਵੱਡਾ ਜਰਨੈਲ ਹੋਇਆ। ਜਰਨੈਲ ਸੀ, ਚੰਗਾ ਤਲਵਾਰਬਾਜ਼ ਸੀ, ਜੰਗਾਂ ਵੀ ਜਿੱਤੀਆਂ। ਜੰਗਾਂ ਜਿੱਤਣ ਤੋਂ ਬਾਅਦ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ,
ਮਨ ਦੇ ਵਿੱਚ ਆਇਆ ਕਿ ਬੜੇ ਲੋਕਾਂ ਦਾ ਕਤਲੇਆਮ ਕੀਤਾ ਹੈ, ਮੈਦਾਨੇ ਜੰਗ 'ਚ ਬੜੇ ਲੋਕ ਮੇਰੇ ਕੋਲ ਮਾਰੇ ਗਏ, ਕਿਉਂ ਨਾ ਹੁਣ ਮੈਂ ਫਕੀਰ ਬਣ ਜਾਵਾਂ। ਫਕੀਰ ਬਣ ਗਿਆ। ਫਕੀਰ ਬਣ ਕੇ ਫਕੀਰਾਂ ਦੇ ਟੋਲੇ 'ਚ ਰਲ ਗਿਆ ਸੀ ਬਹਾਦਰ ਜਰਨੈਲ। ਤੇ ਜਦੋਂ ਫਕੀਰਾਂ ਦੇ ਟੋਲੇ ਦੇ ਵਿੱਚ ਉਸ ਟੇਲੀ ਦੇ ਵਿੱਚ ਕਿਤੇ ਲੰਘ ਰਿਹਾ ਹੈ ਤੇ ਉਸ ਸਮੇਂ ਡਾਕੂਆਂ ਨੇ ਫਕੀਰਾਂ ਦੀ ਟੋਲੀ ਨੂੰ ਘੇਰ ਲਿਆ, ਮੁਸ਼ਕਾਂ ਪਿੱਛੇ ਬੰਨੀਆਂ ਤੇ ਬਿਠਾ ਦਿੱਤਾ, ਕਾਇਰਾਂ ਦੇ ਵਾਂਗ ਸਾਰੇ ਬੈਠੇ ਨੇ। ਡਾਕੂਆਂ ਦਾ ਜਿਹੜਾ ਸਰਦਾਰ ਹੈ ਉਹ ਪੁਰਾਣੇ ਸਮੇਂ ਤੋਂ ਉਸ ਇਲਾਕੇ ਦੇ ਵਿੱਚ ਸਰਗਰਮ ਸੀ। ਉਸਨੇ ਪਛਾਣ ਲਿਆ ਕਿ ਜਰਨੈਲ ਤੇ ਵੱਡਾ ਬੈਠਾ ਹੈ, ਸ਼ਕਲ ਤੋਂ ਤਾਂ ਉਹੀ ਲੱਗ ਰਿਹਾ ਹੈ ਤੇ ਰਾਜੇ ਦਾ ਜਰਨੈਲ, ਤੇ ਇਹਦੀ ਤਲਵਾਰ ਦੇ ਅੱਗੇ ਤੇ ਕੋਈ ਟਿਕਦਾ ਨਹੀਂ ਸੀ। ਅੱਜ ਬੈਠਾ ਕਿਤਰਾ ਉਸਨੇ ਪਛਾਣਿਆ। ਕਹਿੰਦਾ ਤੂੰ ਵਜ਼ੀਰ ਹੈ ਨਾ ਰਾਜੇ ਦਾ? ਕਹਿੰਦਾ ਹਾਂ। ਕਹਿੰਦਾ ਉਹੀ ਜਰਨੈਲ ਜਿਸ ਨੇ ਸੁਲਤਾਨਾਬਾਦ ਤੋਂ ਲੈ ਕੇ ਜਲਾਲਾਬਾਦ ਦਾ ਇਲਾਕਾ ਫਤਿਹ ਕੀਤਾ ਸੀ? ਕਹਿੰਦਾ ਹਾਂ। ਕਹਿੰਦਾ ਅੱਜ ਤੇਰੀ ਹਾਲਤ ਕੀ ਹੈ? ਅੱਜ ਕਿੱਥੇ ਖੜਾ ਹੈ? ਅੱਜ ਮੇਰੇ ਵਰਗੇ ਡਾਕੂ ਦੇ ਸਾਹਮਣੇ ਤੇਰੀਆਂ ਬਾਹਾਂ ਬੰਨੀਆਂ ਗਈਆਂ ਤੇ ਤੂੰ ਬੇਗੈਰਤ ਹੋ ਕੇ ਮੇਰੇ ਸਾਹਮਣੇ ਬੈਠਾ ਹੈ। ਉਸ ਦਿਨ ਉਸ ਨੂੰ ਮਹਿਸੂਸ ਹੋਇਆ ਕਿ ਬੇਸ਼ੱਕ ਮੈਂ ਬਣ ਸਾਧੂ ਵੀ ਜਾਂਦਾ, ਪਰ ਜੇ ਕਿਤੇ ਮੈਂ ਆਪਣੀ ਤਲਵਾਰ ਨੂੰ ਆਪਣੇ ਹੱਥ 'ਚੋਂ ਨਾ ਛੱਡਦਾ ਤਾਂ ਮੈਨੂੰ ਕਦੀ ਵੀ ਬੇਗਾਰਤ ਤੇ ਕਾਇਰ ਵਰਗੇ ਸ਼ਬਦਾਂ ਦਾ ਸਾਹਮਣਾ ਨਾ ਕਰਨਾ ਪੈਂਦਾ। ਸੇਵਾ ਕਰੀਏ, ਬੜੀ ਚੰਗੀ ਗੱਲ ਹੈ, ਪਰ ਸੇਵਾ ਦੇ ਨਾਲ ਆਪਣੇ ਜਿਹੜੇ ਗੁਰੂ ਪਾਤਸ਼ਾਹ ਦੀਆਂ ਬਖਸ਼ਿਸ਼ੀਆਂ ਹੋਈਆਂ ਸਾਨੂੰ ਇਹ ਤਬਰੁਕਾਤ ਨੇ, ਗੁਰੂ ਸਾਹਿਬ ਦੀ ਜਿਹੜੀ ਰਹਿਮਤ ਹੈ ਸਾਡੇ ਕਕਾਰ ਨੇ, ਅਸੀਂ ਇਹਨਾਂ ਤੋਂ ਕਿਨਾਰਾ ਕਸ਼ੀ ਨਾ ਕਰੀਏ। ਅਸੀਂ ਇਹਨਾਂ ਨੂੰ ਤੇ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖੀਏ। ਦੂਸਰੀ ਗੱਲ, ਦੀਪ ਹਮੇਸ਼ਾ ਤੁਹਾਡੇ ਨਾਲ ਇੱਕ ਗੱਲ ਬਾਰ-ਬਾਰ ਦੁਹਰਾਉਂਦਾ ਰਿਹਾ ਹੈ ਕਿ ਇਹ ਸਾਡੀ ਹੋਂਦ ਦੀ ਜੰਗ ਹੈ। ਕਿਸਾਨੀ ਕਾਨੂੰਨ ਬਣੇ, ਜਿਸ ਤਰ੍ਹਾਂ ਦੇ ਨਾਲ ਕਿਸਾਨਾਂ ਕਾਨੂੰਨਾਂ ਦੇ ਦੌਰਾਨ, ਇਸ ਸਾਰੇ ਸੰਘਰਸ਼ ਦੇ ਦੌਰਾਨ ਤੁਸੀਂ ਸਾਰੇ ਵਰਤਾਰੇ ਨੂੰ ਵੇਖਿਆ ਹੈ, ਤੁਸੀਂ ਉਹਦੇ 'ਚ ਇੱਕ ਗੱਲ ਨੂੰ ਮਹਿਸੂਸ ਕਰਨ ਦਾ ਯਤਨ ਕਰੋ ਜਿਸ ਦੇ ਉੱਪਰ ਕਈ ਵਾਰੀ ਮੇਰੀ ਤੇ ਦੀਪ ਦੀ ਬੜੀ ਲੰਬੀ ਗੱਲ ਹੁੰਦੀ ਸੀ। ਇਸ ਗੱਲ ਨੂੰ ਮਹਿਸੂਸ ਕਰਨ ਦਾ ਯਤਨ ਕਰੋ ਕਿ ਦੀਪ ਕਹਿੰਦਾ ਸੀ ਫੈਡਰਲ ਸਟਰਕਚਰ ਦੀ ਲੋੜ ਹੈ, ਰਾਜਾਂ ਨੂੰ ਵੱਧ ਅਧਿਕਾਰਾਂ ਦੀ ਲੋੜ ਹੈ। ਕਿਉਂ ਕਹਿੰਦਾ ਸੀ? ਇਸ ਨੂੰ ਧੁਰ ਅੰਦਰੋਂ ਮਹਿਸੂਸ ਕਰਨਾ ਪਵੇਗਾ। ਉਹ ਕਿਉਂ ਕਹਿੰਦਾ ਸੀ? ਉਹ ਇਸ ਕਰਕੇ ਕਹਿੰਦਾ ਸੀ ਕਿ ਰਾਜਾਂ ਦੇ ਅਧਿਕਾਰਾਂ ਦਾ ਇੱਕ ਹੱਥ ਦੇ ਵਿੱਚ ਇੰਨਾ ਜ਼ਿਆਦਾ ਕੇਂਦਰੀਕਰਨ ਹੋ ਚੁੱਕਾ ਹੈ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਆਪਣੇ ਅੱਗੇ ਮਾਈਕ ਫੜ ਕੇ ਕਹਿੰਦਾ ਹੈ ਕਾਨੂੰਨ ਲਾਗੂ ਤੇ ਲਾਗੂ, ਜੇ ਉਹ ਕੁਝ ਸਮੇਂ ਬਾਅਦ ਉਸੇ ਮਾਈਕ ਤੇ ਬਹਿ ਕੇ ਕਹਿੰਦਾ ਕਾਨੂੰਨ ਵਾਪਸ ਲੈ ਲੈ ਤੇ ਵਾਪਸ ਲੈ ਲੈ। ਇਹਦਾ ਮਤਲਬ ਕਿ ਲੋਕਤੰਤਰ ਦੇ ਵਿੱਚ ਲੋਕਤਾਂਤਰਿਕ ਤਰੀਕੇ ਨਾਲ ਚੁਣੇ ਹੋਏ ਲੋਕਾਂ ਦੇ ਕੋਲ ਕੋਈ ਸ਼ਕਤੀ ਨਹੀਂ ਰਹਿ ਗਈ ਕਿ ਕਿਸੇ ਗੱਲ ਦੇ ਉੱਪਰ ਡਿਬੇਟ ਹੋ ਸਕੇ, ਕਿਸੇ ਤੇ ਕੋਈ ਚਰਚਾ ਹੋ ਸਕੇ। ਇਹ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਸੀ। ਇਹ ਬਿਲਕੁਲ ਇੱਕ ਤਰ੍ਹਾਂ ਦੀ ਡਿਕਟੇਟਰਸ਼ਿਪ ਸੀ। ਖੇਤੀ ਦੇ ਕਾਨੂੰਨ, ਚਾਹੇ ਉਹ ਟ੍ਰੇਡ ਐਂਡ ਕਮਰਸ ਦੀ ਗੱਲ ਸੀ, ਚਾਹੇ ਉਹ ਅਸੈਂਸ਼ੀਅਲ ਅਕੋਮੋਡਿਟੀ ਐਕਟ ਦੀ ਅਮੈਂਡਮੈਂਟ ਦੀ ਗੱਲ ਸੀ, ਜਾਂ ਫਿਰ ਉਹ ਕੰਟਰੈਕਟ ਫਾਰਮਿੰਗ ਦੀ ਗੱਲ ਸੀ। ਕਾਨੂੰਨ ਬਣੇ, ਕਾਨੂੰਨ ਵਾਪਸ ਹੋ ਗਏ, ਪਰ ਲੜਾਈ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ। ਲੜਾਈ ਤੁਹਾਡੀ ਹੋਂਦ ਤੱਕ ਸੀ, ਤੁਹਾਡੀ ਐਗਜ਼ਿਸਟੈਂਸ ਤੱਕ ਸੀ, ਫੈਡਰਲ ਸਟਰਕਚਰ ਤੱਕ ਸੀ, ਤੁਹਾਡੀ ਖੁਦ ਮੁਖਤਿਆਰੀ ਤੱਕ ਸੀ, ਜਿਸ ਨੂੰ ਪੰਥਕ ਦਾਵਾ ਜਾਂ ਖਾਲਸਾ ਰਾਜ ਕਹਿ ਲਈਏ। ਨਿਸ਼ਾਨੇ ਉਹ ਮਿਥਣੇ ਸੀ। ਅਸੀਂ ਬਹੁਤ ਛੋਟੀ ਗੱਲ ਨੂੰ ਲੈ ਕੇ ਜਦੋਂ ਸੰਤੁਸ਼ਟ ਹੋ ਗਏ ਤੇ ਸਾਡੀਆਂ ਜਿਹੜੀਆਂ ਇਸ ਸੰਘਰਸ਼ ਦੇ ਵਿੱਚੋਂ ਭਾਵਨਾਵਾਂ ਨਿਕਲੀਆਂ, ਉਹਨਾਂ ਭਾਵਨਾਵਾਂ ਦੀ ਤਰਜਮਾਨੀ ਤੁਸੀਂ ਵੇਖ ਲਈ। ਜਿੰਨਾ ਵੱਡਾ ਲੋਕਾਂ ਦੇ ਵੱਲੋਂ ਸਮਰਥਨ ਇਸ ਕਿਸਾਨ ਸੰਘਰਸ਼ ਨੂੰ ਮਿਲਿਆ, ਇਵੇਂ ਦੇ ਸੰਘਰਸ਼ ਮੁੜ-ਮੁੜ ਪੈਦਾ ਨਹੀਂ ਕੀਤੇ ਜਾ ਸਕਦੇ। ਪਰ ਇਸ ਸੰਘਰਸ਼ ਨੇ ਸਿਖਰ ਦੇ ਉੱਪਰ ਆ ਕੇ ਜੇ ਨਿਚੋੜ ਕੱਢਿਆ ਤੇ ਕੀ, ਉਹ ਰਾਜਨੀਤਿਕ ਧਿਰ ਜਿਹੜੀ ਪੰਜਾਬ ਦੇ ਵਿੱਚ ਆਪਣੀਆਂ ਜ਼ਮਾਨਤਾਂ ਵੀ ਨਾ ਬਚਾ ਸਕੀ। ਇਹ ਨਿਚੋੜ ਨਿਕਲਣਾ ਇਸ ਸੰਘਰਸ਼ ਦਾ, ਇਹ ਨਿਚੋੜ ਨਹੀਂ ਸੀ ਨਿਕਲਣਾ ਚਾਹੀਦਾ। ਤੁਹਾਡਾ ਨਿਚੋੜ ਜਿਹੜਾ ਉਹ ਤੁਹਾਡੀ ਹੋਂਦ ਦੇ ਵਿੱਚ ਪਿਆ ਸੀ ਕਿ ਇਹ ਜੰਗ ਜਾਰੀ ਰਹੇਗੀ। ਤੁਹਾਡਾ ਜਿਹੜਾ ਇਹ ਸਾਰੇ ਸੰਘਰਸ਼ ਦਾ ਨਿਚੋੜ ਸੀ ਉਹ ਇਸ ਗੱਲ ਦੇ ਵਿੱਚ ਪਿਆ ਸੀ ਕਿ ਜਿੰਨੀ ਤਾਕਤ ਇਸ ਸੰਘਰਸ਼ ਦੇ ਵਿੱਚ ਹੈ, ਜਿਹੜੀ ਸਟੇਟ ਨੂੰ ਝੁਕਾਉਣ ਦੀ ਸਮਰੱਥਾ ਰੱਖਦੀ ਹੈ, ਉਹਦੇ ਵਿੱਚੋਂ ਪੰਜਾਬ ਦੇ ਵਾਸਤੇ ਬਹੁਤ ਕੁਝ ਲਿਆ ਜਾਂਦਾ ਹੈ, ਜਿਹਦੇ ਕਰਕੇ ਅਸੀਂ ਕਹਿੰਦੇ ਸੀ ਕਿ ਪੰਜਾਬ ਦੇ ਸੂਬਾਈ ਅਧਿਕਾਰਾਂ ਦੀ ਜਿਹੜੀ ਗੱਲ ਹੈ ਉਹ ਕੀਤੀ ਜਾਵੇ। ਹੁਣ ਹੋਂਦ ਦੀ ਗੱਲ ਕਿਉਂ ਆਉਂਦੀ ਹੈ? ਮੈਂ ਤੁਹਾਡੇ ਨਾਲ ਇੱਕ ਛੋਟੀ ਜਿਹੀ ਉਦਾਹਰਨ ਸਾਂਝੀ ਕਰਦਾ। ਸਾਡੇ ਬਹੁਤ ਵੀਰ, ਤਕਰੀਬਨ ਬਹੁਤ ਨਹੀਂ, ਹੁਣ ਤਾਂ ਮੈਂ ਕਹਿੰਦਾ ਸਾਰਿਆਂ ਦੇ ਕੋਲ ਹੀ ਸਮਾਰਟਫੋਨ ਹੈਗੇ ਨੇ,
ਆਈਫੋਨ, ਸੈਮਸੰਗ, ਸਾਰਿਆਂ ਕੋਲ ਸਾਡੇ ਕੋਲ ਸਮਾਰਟਫੋਨ ਨੇ। ਇੱਕ ਕਿਤਾਬ ਹੈ ਦ ਲਾਸਟ ਡਿਪਾਰਚਰ, PDF ਵੀ ਮਿਲ ਜਾਏਗੀ, ਉਹਦੇ ਉੱਪਰ ਹਾਲੀਵੁੱਡ ਦੀ ਫਿਲਮ ਵੀ ਬਣੀ ਹੋਈ ਹੈ। ਜੇ ਪੜ੍ਹ ਨਾ ਸਕੋ ਤਾਂ ਉਸ ਫਿਲਮ ਨੂੰ ਜ਼ਰੂਰ ਵੇਖਿਓ, ਸ਼ਾਇਦ ਹਿੰਦੀ ਦੇ ਵਿੱਚ ਵੀ ਹੈ। ਹੋਂਦ ਕੀ ਹੁੰਦੀ ਹੈ, ਜਿੰਨਾ ਚਿਰ ਤੱਕ ਤੁਸੀਂ ਇਸ ਨੂੰ ਨਹੀਂ ਸਮਝੋਗੇ। ਜਿਸ ਵੇਲੇ ਫਰੀਦ ਸਾਹਿਬ ਨੇ ਆਪਣੀ ਬਾਣੀ ਦੀ ਰਚਨਾ ਕੀਤੀ, ਉਸ ਵੇਲੇ ਸਾਡੀ ਆਹ ਵਾਲੀ ਗੁਰਮੁਖੀ ਲਿਪੀ ਨਹੀਂ ਸੀ। ਪਰ ਦੂਸਰੇ ਪਾਤਸ਼ਾਹ ਨੇ ਜਦੋਂ ਸਾਡੀ ਝੋਲੀ ਦੇ ਵਿੱਚ ਇਸ ਗੁਰਮੁਖੀ ਲਿਪੀ ਦੇ ਅੱਖਰ ਪਾਏ ਤਾਂ ਉਹਦਾ ਕਾਰਨ ਸੀ ਕਿ ਇੱਕ ਕਿਸੇ ਵੀ ਵਿਲੱਖਣ ਤੇ ਵੱਖਰੀ ਕੌਮੀਅਤ ਦੇ ਵਾਸਤੇ ਉਸ ਦੀ ਬੋਲੀ ਤੇ ਬੋਲੀ ਦੀ ਲਿਪੀ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੁਨੀਆ ਤੇ ਬਹੁਤ ਸਾਰੀਆਂ ਬੋਲੀਆਂ ਨੇ ਜਿਨ੍ਹਾਂ ਦੇ ਕੋਲ ਆਪਣੀ ਲਿਪੀ ਨਹੀਂ ਹੈਗੀ। ਤੁਸੀਂ ਗੋਆ ਚਲੇ ਜਾਓ, ਉਹਨਾਂ ਦੀ ਸਾਂਕਲੀ ਬੋਲੀ ਹੈ, ਉਹ ਬੋਲਦੇ ਨੇ ਪਰ ਆਪਣੀ ਬੋਲੀ ਨੂੰ ਲਿਖਣ ਦੇ ਵਾਸਤੇ ਉਹਨਾਂ ਕੋਲ ਅੱਖਰ ਹੀ ਨਹੀਂ ਹੈਗੇ। ਬੋਲੀ ਹੈ, ਬੋਲਦੇ ਨੇ, ਉਹਨੂੰ ਭਾਵੇਂ ਬੋਲੀ ਨੂੰ ਕੋਈ ਅੰਗਰੇਜ਼ੀ 'ਚ ਲਿਖ ਲੇ, ਕੋਈ ਹਿੰਦੀ 'ਚ ਲਿਖ ਲੇ, ਕੋਈ ਪੰਜਾਬੀ 'ਚ ਲਿਖ ਲੇ, ਉਹਨਾਂ ਦੇ ਕੋਲ ਆਪਣੀ ਬੋਲੀ ਨੂੰ ਲਿਖਣ ਦੇ ਵਾਸਤੇ ਅੱਖਰ ਹੀ ਨਹੀਂ ਹੈਗੇ, ਲਿਪੀ ਨਹੀਂ ਹੈਗੀ। ਔਰ ਇਹ ਕਿੰਨੀ ਵੱਡੀ ਬਖਸ਼ਿਸ਼ ਕਿ ਜਿਸ ਕੌਮ ਦੀ ਹੋਂਦ ਨੇ ਦੁਨੀਆ ਦੇ ਵਿੱਚ ਪ੍ਰਵਾਹਿਤ ਹੋਣਾ ਹੈ, ਜਿਹਦੀ ਐਗਜ਼ਿਸਟੈਂਸ ਰਹਿਣੀ ਹੈ, ਜਿਹਨੂੰ ਗੁਰਦੇਵ ਪਾਤਸ਼ਾਹ ਨੇ ਕਿਹਾ ਜਬ ਰਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਜਿਸ ਖਾਲਸੇ ਨੇ ਗੁਰੂ ਦੇ ਤੇਜ ਪ੍ਰਤਾਪ ਦੇ ਨਾਲ ਆਪਣੀ ਹੋਂਦ ਨੂੰ ਦੁਨੀਆ ਦੇ ਵਿੱਚ ਦਰਸਾਉਣਾ ਹੈ, ਉਹਦੀ ਝੋਲੀ 'ਚ ਗੁਰਦੇਵ ਪਾਤਸ਼ਾਹ ਨੇ ਗੁਰਮੁਖੀ ਲਿਪੀ ਵੀ ਪਾਈ ਹੈ। ਰੂਸ ਦੀ ਇੱਕ ਕਬਾਇਲੀ ਇਲਾਕੇ ਦੀ ਉਦਾਹਰਣ ਜਿਸ ਦਾ ਜ਼ਿਕਰ ਮੈਂ ਤੁਹਾਡੇ ਨਾਲ ਉਸ ਨਾਵਲ ਦਾ ਕੀਤਾ, ਦ ਲਾਸਟ ਡਿਪਾਰਚਰ। ਨਾਵਲ ਨਹੀਂ ਹੈ, ਇੱਕ ਸੱਚੀ ਕਹਾਣੀ ਹੈ। ਦਰਦ ਮਹਿਸੂਸ ਕਰੋਗੇ ਤੁਸੀਂ ਕਿ ਜਦੋਂ ਕੌਮਾਂ ਦੀ ਬੋਲੀ ਕੌਮਾਂ ਤੋਂ ਖੁੱਸ ਜਾਂਦੀ ਹੈ, ਉਦੋਂ ਕੀ ਹੁੰਦਾ ਹੈ। ਰੂਸ ਦੇ ਜ਼ਾਰ ਦੀਆਂ ਫੌਜਾਂ ਨੇ ਹਮਲਾ ਕਰ ਦਿੱਤਾ ਇੱਕ ਕਬੀਲੇ ਦੇ ਉੱਪਰ। ਉਸ ਕਬੀਲੇ ਦੇ ਲੋਕਾਂ ਦਾ ਸੁਭਾਅ ਸਾਡੇ ਵਾਲਾ ਸੀ, ਸਿੱਖਾਂ ਵਾਲਾ। ਸਾਡਾ ਸੁਭਾਅ ਪਤਾ ਕੀ ਹੈ, ਜੇ ਇੱਕ ਚੰਗਾ ਫੈਸਲਾ ਵੀ ਲੈ ਲਵੇ ਤੇ ਕਈਆਂ ਨੇ ਲੱਤਾਂ ਖਿੱਚਣੀਆਂ ਹੁੰਦੀਆਂ। ਮੈਂ ਇਸ ਕਰਕੇ ਕਿਹਾ ਸਾਡੇ ਵਾਲਾ ਸੁਭਾਅ ਸੀ। ਜਦੋਂ ਹਮਲਾ ਹੋ ਗਿਆ, ਉਹ ਕਬੀਲਾ ਸਾਰੇ ਪਾਸੇ ਤੋਂ ਘਿਰ ਗਿਆ ਤੇ ਉਸ ਕਬੀਲੇ ਦਾ ਇੱਕ ਜਰਨੈਲ ਫੈਸਲਾ ਲੈਂਦਾ, ਕਹਿੰਦਾ ਸਾਨੂੰ ਲੜਨਾ ਚਾਹੀਦਾ। ਪਰ ਗੱਲ ਬਹੁ ਗਿਣਤੀ ਦੀ ਮੰਨੀ ਜਾਂਦੀ ਹੈ, ਜਿਸ ਤਰ੍ਹਾਂ ਕਿਸਾਨ ਸੰਘਰਸ਼ ਦੇ ਵਿੱਚ ਵੀ ਹੋਇਆ। ਕਿਸਾਨ ਸੰਘਰਸ਼ ਦੇ ਵਿੱਚ ਚਾਹੇ ਮੈਂ ਸੀ, ਚਾਹੇ ਸਰਦਾਰ ਅਜਮੇਰ ਸਿੰਘ ਸੀ, ਚਾਹੇ ਦੀਪ ਸਿੱਧੂ ਸੀ, ਬਾਰ-ਬਾਰ ਕਹਿੰਦੇ ਰਹੇ ਕਿ ਤੁਸੀਂ ਕਿਸਾਨ ਸੰਘਰਸ਼ ਨੂੰ ਸਿੱਖ ਵਿਚਾਰਧਾਰਾ ਤੋਂ ਲਾਂਭੇ ਕਰਕੇ ਨਹੀਂ ਵੇਖ ਸਕਦੇ, ਕਿਉਂਕਿ ਕਿਸਾਨ ਦੇ ਜੀਵਨ 'ਚੋਂ ਧਰਮ ਕੱਢਿਆ ਹੀ ਨਹੀਂ ਜਾ ਸਕਦਾ। ਪਰ ਬਾਰ-ਬਾਰ ਇਹ ਗੱਲ ਕਹੀ ਜਾਂਦੀ ਰਹੀ ਕਿ ਨਹੀਂ, ਜਿਹੜੇ ਇੱਥੇ ਆਏ ਨੇ ਆਪਣਾ ਧਰਮ ਘਰ ਛੱਡ ਕੇ ਆਓ। ਇੰਜ ਨਹੀਂ ਹੋ ਸਕਦਾ। ਮੈਂ ਕਹਿੰਦਾ ਕਿ ਕੋਈ ਕਾਮਰੇਡ ਵੀ ਹੋਵੇ, ਕੋਈ ਲੈਫਟਿਸਟ ਆਈਡੀਓਲੋਜੀ ਵਾਲਾ ਵੀ ਹੋਵੇ, ਕਿਸਾਨ ਦੇ ਜੀਵਨ ਦੇ ਵਿੱਚੋਂ ਧਰਮ ਦਾ ਤੱਤ ਤੇ ਧਰਮ ਦਾ ਆਧਾਰ ਕੱਢਿਆ ਹੀ ਨਹੀਂ ਜਾ ਸਕਦਾ। ਸਾਨੂੰ ਗੁਰਦੇਵ ਪਾਤਸ਼ਾਹ ਨੇ ਧਰਮ ਦੀਆਂ ਪਹਿਲੀਆਂ ਦੋ ਸ਼ਨਾਖਤ ਕੀ ਦੱਸੀਆਂ ਨੇ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਤੇ ਕਿਸਾਨ ਤੋਂ ਵੱਡਾ ਕਿਹੜਾ ਐਸਾ ਵਿਅਕਤੀ ਹੈ ਜਿਹੜਾ ਹੁਕਮ ਤੇ ਰਜਾ 'ਚ ਰਹਿੰਦਾ ਹੈ। ਉਹ ਖੇਤ ਦੇ ਵਿੱਚ ਦਾਣੇ ਖਿਲਾਰ ਕੇ ਆ ਜਾਂਦਾ ਹੈ, ਪਰਮਾਤਮਾ ਦੀ ਰਜ਼ਾ ਹੈ, ਸੋਕਾ ਪੈਣਾ ਜਾਂ ਬਾਰਿਸ਼ ਹੋਣੀ। ਉਹਦੀ ਫਸਲ ਪੱਕ ਜਾਂਦੀ ਹੈ, ਫਿਰ ਉਹਦੇ ਹੁਕਮ ਦੇ ਵਿੱਚ ਹੈ ਕਿ ਪੱਕੀ ਫਸਲ ਘਰ ਆਉਣੀ ਜਾਂ ਨਹੀਂ ਆਉਣੀ। ਸੋ ਹੁਕਮ ਤੇ ਰਜ਼ਾ ਨੂੰ ਅਸੀਂ ਕਿਵੇਂ ਕੱਢਾਂਗੇ ਕਿਸਾਨ ਦੇ ਜੀਵਨ ਦੇ ਵਿੱਚੋਂ। ਸੋ ਅਸੀਂ ਕਹਿੰਦੇ ਸੀ ਕਿ ਇਸ ਸੰਘਰਸ਼ ਦੇ ਵਿੱਚੋਂ ਸਿੱਖ ਵਿਚਾਰਧਾਰਾ ਦੀ ਜਿਹੜੀ ਰੂਹ ਹੈ ਉਸ ਨੂੰ ਦਰਕਰਾਰ ਨਾ ਕਰੋ, ਪਰ ਬਾਰ-ਬਾਰ ਕੀਤਾ ਜਾ ਰਿਹਾ। ਅੱਜ ਉਹ ਲੋਕ ਮਹਿਸੂਸ ਵੀ ਕਰ ਰਹੇ ਨੇ, ਅੱਜ ਮਹਿਸੂਸ ਕਰ ਰਹੇ ਨੇ। ਉਹੀ ਲੋਕ ਜਿਹੜੇ ਕਦੀ ਸਟੇਜ ਦੇ ਉੱਪਰ ਖੜੇ ਹੋ ਕੇ ਨਾਅਰੇ ਲਾਉਂਦੇ ਸੀ, ਦੀਪ ਸਿੱਧੂ ਮੁਰਦਾਬਾਦ, ਅੱਜ ਉਹ ਮੀਟਿੰਗਾਂ 'ਚ ਜਾਂਦੇ ਨੇ ਤੇ ਨਾਅਰੇ ਲੱਗ ਰਹੇ ਨੇ ਕਿ ਫਲਾਣਾ ਲੀਡਰ ਮੁਰਦਾਬਾਦ, ਫਲਾਣਾ ਲੀਡਰ ਮੁਰਦਾਬਾਦ। ਬਹੁਤ ਜਲਦੀ ਤੁਸੀਂ ਇਸ ਵਰਤਾਰੇ ਨੂੰ ਵੇਖਿਆ। ਪਰ ਆਪਾਂ ਉਸ ਗੱਲ ਤੇ ਆਈਏ, ਉਸ ਕਬੀਲੇ ਦਾ ਜਰਨੈਲ ਕਹਿੰਦਾ ਹੈ ਕਿ ਮੈਂ ਲੜਾਂਗਾ। ਉਹਦੇ ਬਹੁ ਗਿਣਤੀ ਲੋਕ ਕਹਿੰਦੇ ਨੇ ਜਾਨ ਬਚਾਉਣੀ ਚਾਹੀਦੀ ਹੈ, ਸਰਕਾਰ ਤਾਕਤਵਰ ਹੈ, ਲੜਨਾ ਨਹੀਂ ਚਾਹੀਦਾ। ਬਹੁ ਗਿਣਤੀ ਦਾ ਫੈਸਲਾ ਸੀ ਕਿ ਤੁਰਕੀ ਦੇ ਇਲਾਕੇ 'ਚ ਨਿਕਲ ਜਾਇਆ ਜਾਵੇ। ਬਹੁ ਗਿਣਤੀ ਤੁਰਕੀ ਵਾਲੇ ਪਾਸੇ ਨਿਕਲ ਗਈ। ਤੁਰਕੀ ਨੇ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਤੇ ਦਿੱਤਾ, ਰਾਜਨੀਤਿਕ ਸ਼ਰਨ ਤੇ ਦਿੱਤੀ। ਨਾਲ ਸ਼ਰਤਾਂ ਪਤਾ ਕੀ ਲਾ ਦਿੱਤੀਆਂ ਕਿ ਤੁਸੀਂ ਇੱਥੋਂ ਦੀ ਬੋਲੀ ਬੋਲੋਗੇ।
ਤੁਸੀਂ ਇੱਥੋਂ ਦੇ ਸੱਭਿਆਚਾਰ ਦੇ ਵਿੱਚ ਆਪਣੇ ਆਪ ਨੂੰ ਢਾਲੋਗੇ। ਤੁਸੀਂ ਆਪਣੇ ਕਬੀਲੇ ਦੀ ਕੋਈ ਰਸਮ ਤੇ ਸੱਭਿਆਚਾਰ ਇੱਥੇ ਪ੍ਰਸਾਰਿਤ ਜਾਂ ਪ੍ਰਚਾਰਿਤ ਨਹੀਂ ਕਰੋਗੇ। ਹੋਇਆ ਕਿ ਜਿਹੜੇ ਵੱਡੇ ਪੱਧਰ ਦੇ ਉੱਪਰ ਲੋਕ ਆਪਣੇ ਖਿੱਤੇ ਦੇ ਸੱਭਿਆਚਾਰ ਨੂੰ ਛੱਡ ਕੇ ਦੂਜੇ ਦੇਸ਼ 'ਚ ਚਲੇ ਗਏ, ਉਹਨਾਂ ਨੇ ਹੌਲੀ ਹੌਲੀ ਉਸ ਦੇਸ਼ ਦੇ ਸੱਭਿਆਚਾਰ ਨੂੰ ਅਪਣਾ ਲਿਆ। ਹੁਣ ਵੀ ਇਹ ਹੋ ਰਿਹਾ ਨਾ, ਪ੍ਰਵਾਸ ਹੋ ਰਹੀ ਹੈ, ਸਾਡੇ ਬੱਚੇ ਵਿਦੇਸ਼ਾਂ 'ਚ ਜਾ ਰਹੇ ਨੇ, ਅੱਜ ਸਾਨੂੰ ਲੱਗ ਰਿਹਾ। ਪਰ ਉਹਨਾਂ ਬੱਚਿਆਂ ਦੀ ਤੀਜੀ ਪੀੜ੍ਹੀ ਦਾ ਭਵਿੱਖ ਵੇਖਦੇ ਹੋ ਕਦੇ? ਤੀਸਰੀ ਪੀੜ੍ਹੀ ਦਾ ਭਵਿੱਖ ਕੀ ਉਹ ਪੰਜਾਬ ਦੇ ਸੱਭਿਆਚਾਰ ਦੇ ਨਾਲ, ਉਹ ਪੰਜਾਬ ਦੀ ਹੋਂਦ ਦੇ ਨਾਲ, ਉਹ ਪੰਜਾਬ ਦੀ ਮਿੱਟੀ ਦੇ ਨਾਲ ਕਦੀ ਜੁੜੇ ਹੋਣਗੇ? ਮੈਂ ਕੈਨੇਡਾ ਦੀ ਇੱਕ ਗੱਲ ਦੱਸਦਾ, ਕਾਫੀ ਦੇਰ ਦੀ ਗੱਲ ਹੈ। ਇੱਕ ਬਜ਼ੁਰਗ ਬਹੁਤ ਲੰਬਾ ਸਮਾਂ ਪਹਿਲਾਂ ਚਲੇ ਗਏ ਸੀ। ਮੈਂ ਕਿਹਾ, ਬਜ਼ੁਰਗੋ, ਜ਼ਿੰਦਗੀ ਤਾਂ ਬੜੀ ਤੁਹਾਡੀ ਇੱਥੇ ਖੁਸ਼ਗਵਾਰ ਬਤੀਤ ਰਹੀ ਹੈ, ਬੜਾ ਪੈਸਾ ਹੈ, ਬੜਾ ਵੱਡਾ ਤੁਹਾਡਾ ਬਿਜ਼ਨਸ ਹੈ, ਤੁਸੀਂ ਕਿਸ ਚੀਜ਼ ਨੂੰ ਇੱਥੇ ਕਦੀ ਮਿਸ ਕਰਦੇ ਹੋ? ਕਿਸ ਚੀਜ਼ ਨੂੰ ਲੱਗਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਨਹੀਂ ਹੈਗੀ? ਤੁਸੀਂ ਵੇਖੋ ਕਿ ਬੜੀ ਛੋਟੀ ਜਿਹੀ ਗੱਲ ਹੈ। ਕਹਿੰਦਾ, ਜਦੋਂ ਮੈਂ ਪੰਜਾਬ ਸੀ ਨਾ, ਤੇ ਜਦੋਂ ਮੀਂਹ ਪੈਂਦਾ ਸੀ ਤੇ ਪੰਜਾਬ ਦੀ ਮਿੱਟੀ 'ਚੋਂ ਜਿਹੜੀ ਖੁਸ਼ਬੂ ਆਉਂਦੀ ਸੀ, ਮੈਨੂੰ ਜ਼ਿੰਦਗੀ 'ਚ ਉਹ ਨਹੀਂ ਲੱਭੀ, ਨਹੀਂ ਲੱਭਦੀ। ਜਦੋਂ ਤੁਸੀਂ ਆਪਣੀ ਮਿੱਟੀ ਨੂੰ ਛੱਡ ਜਾਂਦੇ ਹੋ, ਉਹ ਨਹੀਂ ਲੱਭਦੀ ਕਦੀ ਵੀ। ਹੁਣ ਹੋਇਆ ਕਿ ਜਿਹੜੇ ਲੋਕ ਹਿਜਰਤ ਕਰ ਗਏ, ਉਹ ਉਹਨਾਂ ਲੋਕਾਂ ਦੇ ਸੱਭਿਆਚਾਰ ਦੇ ਵਿੱਚ ਆਪਣਾ ਸਭ ਕੁਝ ਹੀ ਛੱਡ ਗਏ, ਤੇ ਜਿਹੜਾ ਇੱਕ ਇਕੱਲਾ ਜਰਨੈਲ ਰਹਿ ਗਿਆ, ਉਹ ਅਖੀਰ ਤੱਕ ਲੜਦਾ ਰਿਹਾ, ਤੇ ਲੜਦਾ ਫੜਿਆ ਗਿਆ, ਗ੍ਰਿਫਤਾਰ ਕੀਤਾ ਗਿਆ। ਹੁਣ ਉਹ ਜੇਲ੍ਹ ਦੇ ਵਿੱਚ ਹੈ, ਉਹਨੂੰ ਆਪਣੇ ਕਬੀਲੇ ਦੀ ਬੋਲੀ ਆਉਂਦੀ ਹੈ, ਪਰ ਉਹਦੇ ਨਾਲ ਉਹਦੀ ਬੋਲੀ ਬੋਲਣ ਵਾਲਾ ਕੋਈ ਨਹੀਂ। ਇਹਦਾ ਮਤਲਬ ਕੀ ਹੋਇਆ ਕਿ ਜਦੋਂ ਪ੍ਰਵਾਸ ਹੁੰਦੀ ਹੈ, ਇੱਕ ਧਿਰ ਨਹੀਂ ਮਰਦੀ, ਖਤਮ ਦੋਵੇਂ ਧਿਰਾਂ ਹੋ ਜਾਂਦੀਆਂ ਨੇ। ਇਸੇ ਕਰਕੇ ਕਹਿੰਦੇ ਕਿ ਪੰਜਾਬ ਦੀ ਹੋਂਦ ਦੀ ਜੰਗ ਪੰਜਾਬ ਦੀ ਧਰਤੀ ਤੇ ਲੜੀ ਜਾਣੀ ਹੈ। ਜਿਨ੍ਹਾਂ ਨੇ ਹਿਜਰਤ ਕੀਤੀ, ਸੱਭਿਆਚਾਰ ਉਹਨਾਂ ਦਾ ਵੀ ਖਤਮ ਹੋ ਗਿਆ, ਜਿਹੜਾ ਰਹਿ ਗਿਆ ਉਹ ਇਕੱਲਾ ਰਹਿ ਗਿਆ। ਉਹਦੇ ਕੋਲ ਉਹਦੀ ਬੋਲੀ ਸੀ, ਉਹਦੇ ਕੋਲ ਉਹਦੀ ਬੋਲੀ ਦੇ ਸ਼ਬਦ ਸੀ, ਉਹਦੇ ਕੋਲ ਉਹਦੀ ਬੋਲੀ ਦਾ ਸੱਭਿਆਚਾਰ ਸੀ, ਉਹਦੇ ਕੋਲ ਉਹਦੀ ਬੋਲੀ ਦੀਆਂ ਕਹਾਣੀਆਂ ਸੀ, ਲੋਕ ਬੋਲੀਆਂ ਸੀ, ਲੋਕ ਮੁਹਾਵਰੇ ਸੀ। ਸੁਣਾਵੇ ਕਿਹਨੂੰ? ਜੇਲ੍ਹ ਦੇ ਵਿੱਚ ਇਕੱਲਾ ਹੀ ਰਿਹਾ, ਕਿਤਾਬ ਲਿਖੀ ਗਿਆ, ਮੌਤ ਹੋ ਗਈ। ਅਖੀਰ ਦੇ ਵਿੱਚ ਉਹ ਕਿਤਾਬ ਕਿਸੇ ਜਰਨਲਿਸਟ ਦੇ ਹੱਥ ਆਈ। ਉਸ ਨੇ ਬੜੇ ਔਖੇ ਤਰੀਕੇ ਦੇ ਨਾਲ ਉਸ ਬੋਲੀ ਬੋਲਣ ਵਾਲੇ ਕਿਸੇ ਵਿਅਕਤੀ ਨੂੰ ਲੱਭਿਆ, ਉਹਦਾ ਅੰਗਰੇਜ਼ੀ ਅਨੁਵਾਦ ਕੀਤਾ, ਤੇ ਫਿਰ ਇਹ ਕਿਤਾਬ ਲਿਖੀ ਗਈ, ਲਾਸਟ ਡਿਪਾਰਚਰ, ਕਿ ਜਦੋਂ ਤੁਸੀਂ ਆਪਣੀ ਮਿੱਟੀ ਦੇ ਨਾਲੋਂ ਆਪਣੇ ਮੋਹ ਨੂੰ ਖਤਮ ਕਰ ਲੈਂਦੇ ਹੋ ਨਾ, ਤਾਂ ਕੇਵਲ ਤੇ ਕੇਵਲ ਪ੍ਰਵਾਸ ਦਾ ਇਹ ਸੱਭਿਆਚਾਰ ਖਤਮ ਨਹੀਂ ਹੁੰਦਾ, ਇਸ ਮਿੱਟੀ ਦੇ ਉੱਪਰ ਵਸਣ ਵਾਲਿਆਂ ਦਾ ਸੱਭਿਆਚਾਰ ਜਿਹੜਾ ਉਹ ਵੀ ਅਸਰ ਅੰਦਾਜ਼ ਹੁੰਦਾ ਹੈ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਸੀਂ ਇਸ ਗੱਲ ਨੂੰ ਨਹੀਂ ਸਮਝਦੇ। ਔਰ ਜਦੋਂ ਦੀਪ ਬਾਰ-ਬਾਰ ਕਹਿੰਦਾ ਸੀ ਕਿ ਇਹ ਸਾਡੀ ਹੋਂਦ ਦਾ ਮਸਲਾ ਹੈ, ਔਰ ਜਿਹੜੇ ਉਸਨੇ ਨਰੇਟਿਵ, ਮੁਹਾਵਰੇ ਸਾਨੂੰ ਦਿੱਤੇ, ਉਹ ਕੋਈ ਨਵਾਂ ਨਹੀਂ ਹੈ, ਸਾਨੂੰ ਇੰਝ ਲੱਗਦਾ ਨਵਾਂ ਹੈ। ਦਰਅਸਲ ਗੱਲ ਇਹ ਹੈ ਕਿ ਅਸੀਂ ਜਿਹੜਾ ਗੁਰੂ ਪਾਤਸ਼ਾਹ ਨੇ ਸਾਨੂੰ ਫਰਮਾਨ ਜਾਰੀ ਕੀਤਾ ਨਾ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਅਸੀਂ ਸ਼ਬਦ ਤੋਂ ਖੋਜ ਦੀ ਪ੍ਰਵਿਰਤੀ ਚੋਂ ਲਾਂਭੇ ਕਰ ਦਿੱਤਾ। ਅਸੀਂ ਸ਼ਬਦ ਦੀ ਖੋਜ ਬੰਦ ਕਰ ਦਿੱਤੀ ਹੈ, ਨਵਾਂ ਕੁਝ ਵੀ ਨਹੀਂ ਸੀ। ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇਵਾਂ। ਸੰਤ ਜਰਨੈਲ ਸਿੰਘ ਹੋਰਾਂ ਦੀ ਤਸਵੀਰ ਦੇ ਨਾਲ ਕਿਸੇ ਵੀ ਟਰੈਕਟਰ ਦੇ ਉੱਪਰ ਲੱਗੀ ਹੋਵੇ, ਸਕੂਟਰ ਦੇ ਉੱਪਰ ਲੱਗੀ ਹੋਵੇ, ਕਿਸੇ ਦੇ ਘਰ ਦੇ ਵਿੱਚ ਲੱਗੀ ਹੋਵੇ, ਕਿਸੇ ਗੁਰਧਾਮ ਦੇ ਵਿੱਚ ਲੱਗੀ ਹੋਵੇ, ਥੱਲੇ ਇੱਕ ਗੱਲ ਲਿਖੀ ਹੁੰਦੀ ਹੈ, ਸਰੀਰ ਦਾ ਮਰਨਾ ਮੈਂ ਮੌਤ ਨਹੀਂ ਗਿਣਦਾ, ਜ਼ਮੀਰ ਦਾ ਮਰਨਾ ਯਕੀਨਨ ਮੌਤ ਹੈ। ਇਹ ਗੁਰੂ ਪਾਤਸ਼ਾਹ ਦੀ ਬਖਸ਼ੀ ਬਾਣੀ ਦੀ ਇੱਕ ਸਹਿਜ ਸ਼ਬਦ ਦੇ ਵਿੱਚ ਵਿਆਖਿਆ ਸੀ, ਜਿਸ ਨੇ ਤੁਹਾਡੀ ਮਾਨਸਿਕਤਾ ਤੇ ਅਸਰ ਕੀਤਾ। ਨਹੀਂ ਤੇ ਇਹ ਗੱਲ ਤਾਂ ਸਾਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ, ਗੁਰਦੇਵ ਪਾਤਸ਼ਾਹ ਨੇ ਸਾਡੀ ਝੋਲੀ 'ਚ ਜ਼ਮੀਰ ਤੇ ਜਦੋਂ ਸਰੀਰ ਦੀ ਗੱਲ ਪਾਈ, ਤਾਂ ਗੱਲ ਹੀ ਇਹ ਕੀਤੀ ਕਿ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੀਣ ਦਾ ਸੰਬੰਧ ਜਿਹੜਾ ਉਹ ਸਰੀਰ ਦੇ ਨਾਲ ਸੀ, ਪਤ ਦਾ ਸੰਬੰਧ ਜ਼ਮੀਰ ਦੇ ਨਾਲ ਸੀ। ਇਸੇ ਕਰਕੇ ਜਦੋਂ ਅਸੀਂ ਜ਼ਮੀਰ ਤੇ ਸਰੀਰ ਦੀ ਗੱਲ ਕਰਦੇ ਹਾਂ, ਤਾਂ ਗੁਰਦੇਵ ਪਾਤਸ਼ਾਹ ਨੇ ਜਿਹੜੀ ਸਾਡੇ ਤੇ ਬਖਸ਼ਿਸ਼ ਕੀਤੀ ਕਿ ਜੇਕਰ ਜ਼ਮੀਰਾਂ ਮਰ ਜਾਣ ਤੇ ਸਰੀਰ ਜਿਉਂਦੇ ਵੀ ਹੋਣ, ਤੇ ਉਹਨਾਂ ਦੀ ਹੋਂਦ ਜਿਹੜੀ ਹੈ ਉਹ ਸਮਾਜ ਜਾਂ ਇੱਕ ਨਰੋਏ ਸੱਭਿਆਚਾਰ ਦੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦੀ। ਜ਼ਮੀਰ ਨੂੰ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ। ਜੇਕਰ ਜ਼ਮੀਰ ਨਹੀਂ ਹੈ, ਤਾਂ ਜਿਹੜੇ ਸਰੀਰ ਨੇ ਨਾ,
ਇਹ ਜ਼ਮੀਰ ਤੋਂ ਬਿਨਾਂ ਮੁਰਦਿਆਂ ਵਰਗੇ ਹੁੰਦੇ ਸੀ ਕਿ ਸੋਸ਼ਲ ਡੈਥ। ਅਸੀਂ ਬਹੁਤ ਲੋਕ ਸਮਾਜ 'ਚ ਇਵੇਂ ਦੇ ਵੇਖਦੇ ਹਾਂ ਨਾ ਕਿ ਉਹ ਇਵੇਂ ਦੇ ਗਲਤ ਫੈਸਲੇ ਲੈ ਲੈਂਦੇ ਨੇ ਕਿ ਪਿੰਡ ਦੇ ਵਿੱਚ ਉਹਨਾਂ ਨੂੰ ਕੋਈ ਫਤਿਹ ਬੁਲਾ ਕੇ ਵੀ ਰਾਜ਼ੀ ਨਹੀਂ ਹੁੰਦਾ। ਇਹ ਸਮਾਜਿਕ ਮੌਤ ਹੁੰਦੀ ਹੈ। ਸਮਾਜਿਕ ਮੌਤ ਬੰਦੇ ਦੀ ਹੁੰਦੀ ਉਦੋਂ ਹੈ ਜਦੋਂ ਉਹ ਜ਼ਮੀਰ ਕਰਕੇ ਮਰ ਜਾਂਦਾ ਹੈ, ਪਰ ਜੇਕਰ ਉਹ ਆਪਣੀ ਜ਼ਮੀਰ ਨੂੰ ਕਾਇਮ ਰੱਖਦਾ ਹੈ ਤੇ ਸਰੀਰ ਕਰਕੇ ਮਰਨ ਤੋਂ ਬਾਅਦ ਵੀ ਉਹਦੀ ਮੌਤ ਨਹੀਂ ਹੁੰਦੀ। ਇਸ ਤੱਥ ਨੂੰ ਸਮਝਣਾ ਪਵੇਗਾ ਕਿ ਜਦੋਂ ਵਿਅਕਤੀ ਜ਼ਮੀਰ ਨੂੰ ਮਾਰ ਕੇ ਫੈਸਲੇ ਲੈਂਦਾ ਹੈ ਤੇ ਜਿਉਂਦੇ ਜੀ ਸਮਾਜਿਕ ਮੌਤ ਹੁੰਦੀ ਹੈ, ਪਰ ਸਰੀਰ ਕਰਕੇ ਆਪਣੇ ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਮਰ ਵੀ ਜਾਵੇ ਪਰ ਆਪਣੀ ਜ਼ਮੀਰ ਨੂੰ ਜਿੰਦਾ ਰੱਖੇ ਤਾਂ ਉਸ ਦੀ ਮੌਤ ਨੂੰ ਲੋਕ ਮੌਤ ਨਹੀਂ ਸਮਝਦੇ, ਬਾਅਦ ਦੇ ਵਿੱਚ ਵੀ ਯਾਦ ਕਰਦੇ ਨੇ। ਸੰਤ ਜਰਨੈਲ ਸਿੰਘ ਉਹਨਾਂ ਦੇ ਬਾਰੇ ਇਵੇਂ ਹੋਇਆ ਨਾ, ਐਂਥਰੋਪੋਲੋਜਿਸਟ ਇੱਕ ਸੀਗੇ ਜਰਮਨ ਦੇ, ਹੁਣ ਤੇ ਮੇਰੇ ਖਿਆਲ ਗਲਾਸਗੋ ਰਹਿੰਦੇ ਨੇ। ਉਹਨਾਂ ਨੇ ਆਪਣੇ ਇੱਕ ਲੇਖ 'ਚ ਬੜਾ ਪਿਆਰਾ ਜ਼ਿਕਰ ਕੀਤਾ ਸੀ। ਕਹਿੰਦੀ ਕਿ 84 ਤੋਂ ਬਾਅਦ ਜਿਸ ਵੇਲੇ ਮੈਂ ਦਰਬਾਰ ਸਾਹਿਬ ਆਈ ਤੇ ਕਹਿੰਦੀ ਕਿ ਜੋ ਮੈਂ ਸੋਚ ਕੇ ਆਈ ਸੀ ਕਿ ਧਰਮ ਯੁੱਧ ਮੋਰਚਾ ਸੀ, ਉਸ ਧਰਮ ਯੁੱਧ ਮੋਰਚੇ ਦਾ ਇੱਕ ਡਿਕਟੇਟਰ ਸੀ ਹਰਚੰਦ ਸਿੰਘ ਲੌਂਗੋਵਾਲ, ਤੇ ਉਸ ਮੋਰਚੇ ਦੇ ਵਿੱਚ ਇੱਕ ਸ਼ਖਸੀਅਤ ਸੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ। ਪਰ ਕਹਿੰਦੀ ਜਦੋਂ ਮੈਂ ਇਸ ਸਾਰੀ ਲਹਿਰ ਦਾ ਐਜ ਏ ਐਂਥਰੋਪੋਲੋਜਿਸਟ ਅਧਿਐਨ ਕਰਕੇ ਆਈ ਤਾਂ ਮੇਰੇ ਸਾਹਮਣੇ ਤਾਂ ਦੋ ਸ਼ਖਸੀਅਤਾਂ ਸੀ ਨਾ, ਇੱਕ ਸੰਤ ਜਰਨੈਲ ਸਿੰਘ, ਇੱਕ ਹਰਚਰਨ ਸਿੰਘ ਲੌਂਗੋਵਾਲ। ਪਰ ਕਹਿੰਦੀ ਜਦੋਂ ਮੈਂ ਦਰਬਾਰ ਸਾਹਿਬ ਪਹੁੰਚੀ ਤੇ ਮੈਂ ਵੇਖਿਆ ਕਿ ਹਰ ਸਟਾਲ ਦੇ ਉੱਪਰ, ਹਰ ਦੁਕਾਨ ਦੇ ਉੱਪਰ, ਇੱਥੋਂ ਤੱਕ ਕਿ ਜਿਹੜੇ ਬੱਚੇ ਛੋਟੀਆਂ ਛੋਟੀਆਂ ਉੱਥੇ ਚੀਜ਼ਾਂ ਵੇਚਦੇ ਨੇ ਉਹਨਾਂ ਦੇ ਹੱਥਾਂ 'ਚ ਵੀ ਸੰਤ ਜਰਨੈਲ ਸਿੰਘ ਦੀਆਂ ਤਸਵੀਰਾਂ ਫੜੀਆਂ ਹੋਈਆਂ ਨੇ। ਉਹ ਤਸਵੀਰਾਂ ਵੇਚ ਰਹੇ ਨੇ ਸੰਤ ਜਰਨੈਲ ਸਿੰਘ ਦੀਆਂ। ਕਹਿੰਦੀ ਮੈਥੋਂ ਰਿਹਾ ਨਾ ਗਿਆ ਤੇ ਮੈਂ ਇੱਕ ਬਜ਼ੁਰਗ ਨੂੰ ਸਵਾਲ ਕੀਤਾ ਕਿ ਇੱਥੇ ਲੀਡਰ ਤਾਂ ਦੋ ਸੀ, ਤਸਵੀਰਾਂ ਇੱਕ ਦੀਆਂ ਕਿਉਂ ਵਿਕਦੀਆਂ ਨੇ? ਤੇ ਕਹਿੰਦੀ ਬਜ਼ੁਰਗਾਂ ਦਾ ਜਵਾਬ ਬੜਾ ਪਿਆਰਾ ਸੀ ਕਿ ਜਿਨ੍ਹਾਂ ਦੀਆਂ ਜਿਉਂਦੇ ਜੀ ਜ਼ਮੀਰਾਂ ਵਿਕ ਜਾਂਦੀਆਂ ਨੇ ਉਹਨਾਂ ਦੀਆਂ ਤਸਵੀਰਾਂ ਨਹੀਂ ਵਿਕਦੀਆਂ, ਤਸਵੀਰਾਂ ਉਹਨਾਂ ਦੀਆਂ ਵਿਕਦੀਆਂ ਨੇ ਜਿਨ੍ਹਾਂ ਦੀਆਂ ਜ਼ਮੀਰਾਂ ਨਹੀਂ ਵਿਕਦੀਆਂ। ਇੱਕ ਅਹਿਮ ਤੱਥ ਹੈ ਕਿ ਜਿਨ੍ਹਾਂ ਦੀਆਂ ਜ਼ਮੀਰਾਂ ਵਿਕ ਜਾਂਦੀਆਂ ਨੇ ਉਹਨਾਂ ਦੀਆਂ ਤਸਵੀਰਾਂ ਕਦੀ ਨਹੀਂ ਵਿਕਦੀਆਂ, ਤੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਨੇ ਉਹਨਾਂ ਦੀਆਂ ਤਸਵੀਰਾਂ ਹਮੇਸ਼ਾ ਵਿਕਦੀਆਂ ਨੇ। ਸੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਗੁਰਦੇਵ ਪਾਤਸ਼ਾਹ ਨੇ ਸਾਡੇ ਉੱਪਰ ਇੱਕ ਰਹਿਮਤ ਕੀਤੀ ਹੈ, ਇੱਕ ਬਖਸ਼ਿਸ਼ ਕੀਤੀ ਹੈ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ਖਾ ਹੈ। ਅਗਲੀ ਗੱਲ ਜਿਹੜੀ ਬਾਰ-ਬਾਰ, ਜਦੋਂ ਤੁਹਾਨੂੰ ਯਾਦ ਹੋਵੇਗਾ, ਕਿਉਂਕਿ ਹੁਣ ਤਾਂ ਇੰਟਰਨੈਟ ਦਾ, ਮੀਡੀਆ ਦਾ ਯੁੱਗ ਹੈ, ਤੁਸੀਂ ਅੱਜ ਵੀ ਕੱਢ ਕੇ ਵੇਖੋਗੇ ਤੇ ਸਭ ਕੁਝ ਸਾਹਮਣੇ ਆ ਜਾਵੇਗਾ। ਜਦੋਂ ਕਿਸਾਨ ਆਗੂਆਂ ਨੂੰ ਖੇਤੀ ਮੰਤਰੀ ਤੋਮਰ ਦੇ ਵੱਲੋਂ ਪਹਿਲੀ ਪ੍ਰਪੋਜ਼ਲ ਲੈਟਰ ਭੇਜੀ ਜਾਂਦੀ ਹੈ ਤੇ ਸਾਰੇ ਕਿਸਾਨ ਆਗੂ ਉਹਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਉਹਦੇ ਸਥਾਨ ਤੇ ਜਾਂਦੇ ਨੇ, ਫੋਟੋਆਂ ਸਾਹਮਣੇ ਆਉਂਦੀਆਂ ਨੇ, ਬੜੀ ਖੁਸ਼ੀ ਹੈ ਲੀਡਰਾਂ ਦੇ ਵਿੱਚ ਕਿ ਅਸੀਂ ਖੇਤੀ ਮੰਤਰੀ ਦੇ ਨਾਲ ਆਪਣੀਆਂ ਸੈਲਫੀਆਂ ਕਰਾ ਰਹੇ ਨੇ, ਫੋਟੋਆਂ ਖਿਚਾ ਰਹੇ ਨੇ, ਰੋਟੀ ਖਾ ਰਹੇ ਨੇ। ਤੇ ਉਸ ਦਿਨ ਰਾਤ ਨੂੰ ਦੀਪ ਲਾਈਵ ਹੁੰਦਾ ਹੈ, ਉਹ ਆਪਣੇ ਤੰਬੂ 'ਚ ਲਾਈਵ ਹੋ ਕੇ ਇੱਕ ਗੱਲ ਕਰਦਾ ਹੈ, ਕਹਿੰਦਾ ਕਿ ਜੇਕਰ ਆਪਣੇ ਹੱਕਾਂ ਦੀ ਗੱਲ ਕਰਨੀ ਹੈ ਤੇ ਆਪਣਾ ਲੂਣ ਖਾ ਕੇ ਕਰੋ, ਤੁਸੀਂ ਦੁਸ਼ਮਣ ਦੀਆਂ ਰੋਟੀਆਂ ਖਾ ਕੇ ਆਪਣੇ ਹੱਕਾਂ ਦੀ ਗੱਲ ਨਹੀਂ ਕਰ ਸਕਦੇ। ਇਹ ਗੱਲ ਕੋਈ ਨਵੀਂ ਨਹੀਂ ਸੀ, ਇਹ ਗੱਲ। ਦੂਸਰੀ ਗੱਲ ਉਹ ਬਾਰ-ਬਾਰ ਕਰਦਾ ਸੀ ਕਿ ਤੁਹਾਨੂੰ ਦੁਸ਼ਮਣ ਗੱਲਬਾਤ ਕਰਨ ਦੇ ਵਾਸਤੇ ਉਦੋਂ ਸੱਦਾ ਦਿੰਦਾ ਹੈ ਜਦੋਂ ਤੁਸੀਂ ਮੈਦਾਨੇ ਜੰਗ ਦੇ ਵਿੱਚ ਤਕੜੇ ਹੋ। ਜੇ ਤੁਸੀਂ ਮੈਦਾਨੇ ਜੰਗ ਦੇ ਵਿੱਚ ਕਮਜ਼ੋਰ ਹੋ, ਦੁਸ਼ਮਣ ਤੁਹਾਡੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦਾ। ਕੀ ਇਹ ਗੱਲ ਨਵੀਂ ਸੀ? ਨਹੀਂ, ਇਹ ਗੱਲ ਸਾਡੇ ਇਤਿਹਾਸ ਤੇ ਵਰਤਾਰਿਆਂ 'ਚ ਪਈ ਸੀ, ਇਹ 'ਚ ਕੁਝ ਵੀ ਨਵਾਂ ਨਹੀਂ ਸੀ। ਨਵਾਂ ਇਹ ਸੀ ਕਿ ਜਦੋਂ ਵਾਪਰਿਆ ਸਾਡਾ ਇਤਿਹਾਸ, ਅਸੀਂ ਹੌਲੀ ਹੌਲੀ ਆਪਣੇ ਨੌਜਵਾਨਾਂ ਦੀ ਮਾਨਸਿਕਤਾ 'ਚ ਉਸ ਇਤਿਹਾਸ ਨੂੰ ਮਨਫੀ ਕਰ ਦਿੱਤਾ। ਅਸੀਂ ਆਪਣੇ ਬੱਚੇ ਨਹੀਂ ਦੱਸਿਆ ਜੀ ਸਾਡਾ ਇਤਿਹਾਸ ਕੀ ਹੈ, ਅਸੀਂ ਨਹੀਂ ਦੱਸਿਆ। ਅੱਜ ਸਾਡੀ ਮਾਂ ਦੀ ਗੋਦ ਦੇ ਵਿੱਚੋਂ ਇਤਿਹਾਸ ਦੀਆਂ ਸਾਖੀਆਂ ਖਤਮ ਹੋ ਗਈਆਂ। ਕਾਰਨ ਕੀ ਹੈ ਕਿ ਉਹਦੇ ਹੱਥ ਦੇ ਵਿੱਚ ਵੀ ਮੋਬਾਈਲ ਹੈ ਤੇ ਜੰਮਦੇ ਬੱਚੇ ਦੇ ਹੱਥ 'ਚ ਵੀ ਮੋਬਾਈਲ ਹੈ। ਮਾਂ ਦੀ ਗੋਦ 'ਚ ਜੋ ਮਿਲਣਾ ਸੀ ਉਹ ਤਾਂ ਬਿਲਕੁਲ ਖਤਮ ਹੋ ਗਿਆ। ਮੈਂ ਹੈਰਾਨ ਹਾਂ ਕਈ ਵਾਰੀ ਜਦੋਂ 18ਵੀਂ ਸਦੀ ਦਾ ਇਤਿਹਾਸ ਪੜ੍ਹਦਾ ਤੇ ਮੇਰੀ ਉਹ ਭੈਣੋ, ਮੈਂ ਤੁਹਾਨੂੰ ਮੁਖਾਤਬ ਹੋ ਕੇ ਇੱਕ ਗੱਲ ਕਰ ਲੱਗਾ, ਉਹ ਕੌਣ ਸੀ ਬੀਬੀਆਂ? ਕਿਤੇ ਵੱਖਰੀਆਂ ਸੀ ਸਾਡੇ ਤੋਂ? ਉਹ ਸਾਡੀਆਂ ਵਡੇਰੀਆਂ ਸੀ ਨਾ।
ਜਿਨ੍ਹਾਂ ਨੂੰ ਮੀਰ ਮਨੂ ਦੀਆਂ ਜੇਲ੍ਹਾਂ 'ਚ ਕੈਦ ਕੀਤਾ ਜਾਂਦਾ ਹੈ, ਸਵਾ ਮਣ ਦੇ ਪੀਸਣ ਨੂੰ ਦਿੱਤੇ ਜਾਂਦੇ ਨੇ, ਸਾਰਾ ਦਿਨ ਅੱਧੀ ਪਿਆਲੀ ਪਾਣੀ ਦੀ ਦਿੱਤੀ ਜਾਂਦੀ ਹੈ, ਬੱਚਿਆਂ ਦੇ ਟੁਕੜੇ ਕਰਕੇ ਝੋਲੀਆਂ 'ਚ ਪਾ ਦਿੱਤੇ ਜਾਂਦੇ ਨੇ, ਝੋਲੀਆਂ ਖੂਨ ਦੇ ਨਾਲ ਲਾਲ ਨੇ, ਬੱਚੇ ਨੇਜਿਆਂ ਤੇ ਟੰਗੇ ਨੇ। ਇੱਕ ਕਵੀ ਨੇ ਬੜੀ ਪਿਆਰੀ ਗੱਲ ਕੀਤੀ ਹੈ, ਕਹਿੰਦਾ ਮਾਂ ਦੀ ਗੋਦ ਦੇ ਵਿੱਚ ਖੇਡ ਰਿਹਾ ਬੱਚਾ, ਸੌਂ ਨਹੀਂ ਰਿਹਾ ਕਿਉਂਕਿ ਭੁੱਖਾ ਹੈ। ਅੱਧੀ ਰੋਟੀ, ਹੁਣ ਤਾਂ ਸਾਡੀ ਅਰਦਾਸ 'ਚੋਂ ਸ਼ਬਦ ਖਤਮ ਹੋ ਗਏ ਨਾ, ਪੁਰਾਣੇ ਬਜ਼ੁਰਗਾਂ ਨੂੰ ਪਤਾ ਸਾਡੀ ਅਰਦਾਸ 'ਚ ਕਿਹਾ ਜਾਂਦਾ ਸੀਗਾ, ਜਿਨ੍ਹਾਂ ਬੀਬੀਆਂ ਨੇ ਖੰਨੇ ਪ੍ਰਸ਼ਾਦੇ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਝੋਲੀਆਂ ਦੇ ਵਿੱਚ ਪਵਾਏ। ਹੁਣ ਉਹ ਸ਼ਬਦ ਨਹੀਂ ਰਹਿ ਗਏ। ਖੈਰ, ਬੱਚਾ ਰੋ ਰਿਹਾ ਹੈ, ਭੁੱਖਾ ਹੈ, ਬੱਚਾ ਰੋ ਰਿਹਾ ਹੈ, ਪਿਆਸਾ ਹੈ, ਮਾਂ ਕੁਛ ਨਹੀਂ ਦੇ ਸਕਦੀ ਉਹਨੂੰ ਚੁੱਪ ਕਰਾਉਣ ਦੇ ਵਾਸਤੇ, ਕਿਉਂਕਿ ਉਹਦੇ ਕੋਲ ਕੁਛ ਵੀ ਨਹੀਂ, ਨਾ ਪਾਣੀ ਨਾ ਰੋਟੀ। ਉਹਦੇ ਕੋਲ ਸਿਰਫ ਇੱਕ ਪਸੀਨਾ ਹੈ ਜਿਹੜਾ ਉਹ ਚੱਕੀ ਪੀਸ ਰਹੀ ਹੈ ਤੇ ਵਹਾ ਰਹੀ ਹੈ। ਜਲਾਦ ਆਉਂਦਾ ਹੈ, ਬੱਚੇ ਨੂੰ ਚੁੱਕ ਕੇ ਲੱਤ ਤੋਂ ਹਵਾ ਦੇ ਵਿੱਚ ਉਛਾਲਦਾ ਹੈ, ਥੱਲੇ ਆਪਣਾ ਨੇਜਾ ਕਰ ਦਿੰਦਾ ਹੈ, ਨੇਜਾ ਬੱਚੇ ਦੇ ਵਿੱਚੋਂ ਦੀ ਲੰਘਦਾ ਹੈ, ਬੱਚਾ ਨੇਜੇ ਦੇ ਵਿੱਚ ਪਰੋਇਆ ਜਾਂਦਾ ਹੈ। ਉਹ ਕਵੀ ਇੱਕ ਗੱਲ ਲਿਖਦਾ ਹੈ, ਕਹਿੰਦਾ ਮਾਂ ਬੱਚੇ ਨੂੰ ਇੱਕ ਸਵਾਲ ਕਰਦੀ ਹੈ, ਖੂਨ ਨਾਲ ਲੱਥਪੱਥ ਸੂਲੀ ਟੰਗੇ ਪੁੱਤਰ ਨੂੰ ਪੁੱਛਦੀ ਫਿਰੇ ਇੱਕ ਮਾਈ, ਪੁੱਤਰ ਜੀ ਸੂਲੀ ਉੱਤੇ ਨੀਂਦ ਕਿਵੇਂ ਆਈ? ਬੇਟਾ ਤੂੰ ਤੇ ਮੇਰੀ ਗੋਦ ਦੇ ਵਿੱਚ ਨਹੀਂ ਸੀ ਸੌਂ ਰਿਹਾ, ਹੁਣ ਨੇਜੇ ਦੇ ਉੱਪਰ ਇੰਨੀ ਗੂੜੀ ਨੀਂਦ ਕਿਵੇਂ ਸੌਂ ਗਿਆ ਕਿ ਤੇਰੀ ਰੋਣ ਦੀ ਆਵਾਜ਼ ਵੀ ਨਹੀਂ ਆ ਰਹੀ? ਤੇ ਕਹਿੰਦਾ ਮੈਨੂੰ ਇੰਜ ਲੱਗਾ ਉਸ ਬੱਚੇ ਦੀ ਆਤਮਾ 'ਚੋਂ ਆਵਾਜ਼ ਆ ਰਹੀ ਹੋਵੇ, ਸੁੱਤਿਆਂ ਨੂੰ ਸਾਨੂੰ ਨਾ ਜਗਾਈ ਨਹੀਂ ਅੰਮੀਏ, ਹੱਸ ਕੇ ਸ਼ਹੀਦੀ ਅਸਾਂ ਪਾਈ। ਉਹ ਕੌਣ ਸੀ? ਉਹ ਸਾਡੇ ਵਡੇਰੇ ਤਾਂ ਸਨ। ਫਿਰ ਇੰਨਾ ਕੁਛ ਹੁੰਦਾ, ਬੱਚਿਆਂ ਦੇ ਟੁਕੜੇ ਝੋਲੀਆਂ ਦੇ ਵਿੱਚ ਹੋਣ, ਗਰਮੀ ਹੋਵੇ, ਸਵਾ ਮਣ ਦਾ ਪੀਸਣ, ਖਾਣ ਨੂੰ ਰੋਟੀ ਨਹੀਂ, ਪੀਣ ਨੂੰ ਪਾਣੀ ਨਹੀਂ। ਉਸ ਤੋਂ ਬਾਅਦ ਸਵੇਰੇ ਵੀ ਨਿਤਨੇਮ ਕਰਨਾ ਤੇ ਸ਼ਾਮ ਨੂੰ ਵੀ ਰਹਿ ਰਾਸਤਾ ਪਾਠ ਕਰਨਾ ਤੇ ਅਰਦਾਸ ਕਰਨੀ ਕਿ ਵਾਹਿਗੁਰੂ ਤੇਰੇ ਭਾਣੇ ਦੇ ਵਿੱਚ ਰਹਿੰਦਿਆਂ 4 ਪਹਿਰ ਦਿਨ ਸੁੱਖ ਦਾ ਬਤੀਤ ਹੋਇਆ, 4 ਪਹਿਰ ਰਾਤ ਸੁੱਖ ਦੀ ਬਤੀਤ ਹੋਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਹੁਣ ਤਾਂ ਕੋਈ ਮੁਸ਼ਕਿਲ ਨਹੀਂ ਆ ਮੇਰੀ ਉਹ ਭੈਣੋ, ਘਰਾਂ ਦੇ ਵਿੱਚ ਵੀ ਏਸੀ, ਗੱਡੀ ਦੇ ਵਿੱਚ ਵੀ ਏਸੀ, ਹਰ ਜਗ੍ਹਾ ਦੇ ਉੱਪਰ ਸੁੱਖ ਸਹੂਲਤਾਂ, ਨਿਤਨੇਮ ਤੋਂ ਬਹੁਤ ਦੂਰ ਆ। ਤੇ ਫਿਰ ਕਹਿੰਦੇ ਬੱਚੇ ਧਰਮ ਤੋਂ ਦੂਰ ਜਾ ਰਹੇ ਨੇ। ਬੱਚੇ ਸਾਡੀ ਗੋਦ 'ਚੋਂ ਲੈ ਕੀ ਰਹੇ ਨੇ? ਬੱਚੇ ਲੈ ਕੀ ਰਹੇ ਨੇ? ਬੱਚਿਆਂ ਨੂੰ ਅਸੀਂ ਦਿੱਤਾ ਕੀ ਹੈ? ਮੈਂ ਇੱਕ ਫਿਰ ਰੂਸ ਦੀ ਤੁਹਾਡੇ ਨਾਲ ਫਿਰ ਕਹਾਣੀ ਸਾਂਝੀ ਕਰਦਾ। ਦਾਗਿਸਤਾਨ ਦਾ ਇਲਾਕਾ, ਸਮਝਣ ਦਾ ਯਤਨ ਕਰਿਓ। ਕਿਤੇ ਇਤਿਹਾਸ ਤਾਂ ਮੈਨੂੰ ਲੱਗਦਾ ਅਸੀਂ ਪੜ੍ਹਨਾ ਛੱਡ ਦਿੱਤਾ, ਕਿਤੇ ਇਹਨਾਂ ਕਹਾਣੀਆਂ 'ਚੋਂ ਕੁਛ ਗੱਲਾਂ ਤਾਂ ਸਮਝ ਲਈਏ। ਰੂਸ ਦਾ ਇੱਕ ਇਲਾਕਾ ਦਾਗਿਸਤਾਨ, ਤੇ ਦਾਗਿਸਤਾਨ ਦੇ ਬਾਰੇ ਦਾਗਿਸਤਾਨ ਦੇ ਇੱਕ ਲੇਖਕ ਰਸੂਲ ਹਮਜ਼ਾਤੋਵ ਨੇ ਇੱਕ ਕਿਤਾਬ ਲਿਖੀ ਹੈ, ਮੇਰਾ ਦਾਗਿਸਤਾਨ। ਜ਼ਰੂਰ ਪੜ੍ਹਿਓ ਮੇਰੀ ਉਹ ਭੈਣੋ, ਤੁਸੀਂ ਵੀ ਖਾਸ ਕਰਕੇ ਕਿਤੇ ਮੌਕਾ ਲੱਗੇ ਉਸ ਕਿਤਾਬ ਨੂੰ ਜ਼ਰੂਰ ਪੜ੍ਹਿਓ। ਉਹ ਇੱਕ ਬੜੀ ਪਿਆਰੀ ਗੱਲ ਲਿਖਦਾ, ਘਟਨਾ ਆਪਣੇ ਕਬੀਲੇ ਦੀ। ਕਹਿੰਦਾ ਮੇਰੇ ਕਬੀਲੇ ਦਾ ਇੱਕ ਨੌਜਵਾਨ ਰੁਜ਼ਗਾਰ ਦੇ ਵਾਸਤੇ ਸ਼ਹਿਰ ਚਲਾ ਗਿਆ। 1 ਸਾਲ ਬੀਤਿਆ, 2 ਸਾਲ, 3 ਸਾਲ, 4 ਸਾਲ, ਆਇਆ ਹੀ ਨਹੀਂ ਵਾਪਸ। ਹੁਣ ਪਥਰੀਲਾ ਇਲਾਕਾ, ਰਸਤੇ 'ਚ ਜੰਗਲ, ਜੰਗਲੀ ਜਾਨਵਰ। ਕਹਿੰਦਾ ਅਖੀਰ ਮਾਂ ਨੇ ਤੇ ਬਾਪ ਨੇ ਇਹ ਸੋਚ ਕੇ ਸਬਰ ਕਰ ਲਿਆ ਕਿ ਬੱਚੇ ਨੂੰ ਕਿਸੇ ਜਾਨਵਰ ਨੇ ਜਾਂ ਕਿਸੇ ਡਾਕੂ ਨੇ ਜਾਂ ਕਿਸੇ ਰਾਹਚੰਦ ਨੇ, ਲੁੱਟਣ ਵਾਲੇ ਨੇ ਮਾਰ ਦਿੱਤਾ ਹੋਊਗਾ, ਬੱਚਾ ਸਾਡਾ ਦੁਨੀਆ ਤੇ ਨਹੀਂ ਰਿਹਾ। ਘਰ ਦੇ ਵਿੱਚ ਕਬੀਲੇ ਦੇ ਮੁਤਾਬਕ ਅੰਤਮ ਰਸਮਾਂ ਵੀ ਕਰ ਦਿੱਤੀਆਂ। ਇੱਕ ਬੱਚੇ ਦੀ ਪੇਂਟਿੰਗ ਜਿਹੜੀ ਸੀ ਉਹ ਬਣਾ ਕੇ ਮਾਂ ਨੇ ਆਪਣੀ ਕੰਧ ਤੇ ਰੱਖੀ ਹੈ, ਸਿਰਫ ਉਹਦੇ ਵਾਸਤੇ। ਉਹਦੀ ਯਾਦ ਹੈ ਕਿ ਮੇਰਾ ਪੁੱਤਰ ਜਿਹੜਾ ਨਾ ਉਹ ਇਸ ਤਰ੍ਹਾਂ ਮੇਰੇ ਕਬੀਲੇ ਦੇ ਵਿੱਚੋਂ ਵਿਦਾ ਹੋਇਆ ਸੀ। ਵਕਤ ਬੀਤਦਾ ਗਿਆ। ਰਸੂਲ ਕਹਿੰਦਾ ਕਿ 3 ਦਹਾਕਿਆਂ ਬਾਅਦ, 30 ਸਾਲ ਦੇ ਬਾਅਦ, ਕਹਿੰਦਾ ਮੈਂ ਫਰਾਂਸ ਗਿਆ। ਤੇ ਕਹਿੰਦਾ ਫਰਾਂਸ ਮੈਂ ਬਾਜ਼ਾਰ ਦੇ ਵਿੱਚ ਘੁੰਮ ਰਿਹਾ ਸੀ ਤੇ ਮੈਂ ਕੋਈ ਗੱਲ ਆਪਣੀ ਭਾਸ਼ਾ ਦੇ ਵਿੱਚ ਕੀਤੀ ਤੇ ਕਹਿੰਦਾ ਮੇਰੇ ਕੋਲ ਖੜੇ ਵਿਅਕਤੀ ਨੇ ਮੇਰੀ ਭਾਸ਼ਾ ਨੂੰ ਸਮਝਿਆ। ਤੇ ਕਹਿੰਦਾ ਮੈਂ ਪੁੱਛਿਆ ਤੂੰ ਮੇਰੀ ਬੋਲੀ ਨੂੰ ਜਾਣਦਾ? ਕਹਿੰਦਾ ਮੈਂ ਵੀ ਉਸ ਕਬੀਲੇ ਦਾ। ਕਹਿੰਦਾ ਉਹ ਉਹੀ ਬੱਚਾ ਸੀ ਜਿਸ ਦੀਆਂ ਪਿੰਡ ਦੇ ਵਿੱਚ ਅੰਤਮ ਰਸਮਾਂ ਹੋ ਚੁੱਕੀਆਂ ਸੀ ਕਿ ਮਰ ਗਿਆ, ਪਰ ਉਹ ਫਰਾਂਸ ਪਹੁੰਚ ਚੁੱਕਾ ਸੀ, ਪੈਰਿਸ ਦੇ ਵਿੱਚ ਮਿਲਿਆ। ਕਹਿੰਦਾ ਮੈਨੂੰ ਆਪਣੇ ਘਰ ਲੈ ਗਿਆ। ਕਹਿੰਦਾ ਉਸਨੇ ਵਿਆਹ ਜਿਹੜਾ ਸੀ ਉਹ ਇੱਕ ਉੱਥੋਂ ਦੀ ਫਰਾਂਸ ਦੀ ਗੋਰੀ ਦੇ ਨਾਲ, ਫਰੈਂਚ ਲੇਡੀ ਨਾਲ ਕਰਾਇਆ ਸੀ। ਕਹਿੰਦਾ ਉਹ ਸਾਡੇ ਕਬੀਲੇ ਦਾ ਪਹਿਰਾਵਾ ਵੀ ਨਹੀਂ ਸੀ ਪਾਉਂਦਾ। ਹੁਣ ਉਹ ਸਾਡੀ ਬੋਲੀ ਨਹੀਂ ਸੀ ਬੋਲਦਾ, ਉਹ ਆਪਣੇ ਬੱਚਿਆਂ 'ਚ ਫਰੈਂਚ ਭਾਸ਼ਾ ਬੋਲਦਾ ਸੀ। ਉਹਦੀ ਘਰ ਵਾਲੀ ਉਹਦੇ ਨਾਲ ਫਰੈਂਚ ਬੋਲਦੀ ਸੀ, ਬੜਾ ਸੂਟ ਬੂਟ ਸਭ ਕੁਛ। ਕਹਿੰਦਾ ਮੈਂ ਉਹਦੇ ਘਰ ਰਿਹਾ, ਉਹਦੀ ਮਹਿਮਾਨ ਨਵਾਜੀ ਦਾ ਆਨੰਦ ਮਾਣਿਆ। ਕਹਿੰਦਾ ਜਦੋਂ ਮੈਂ ਵਾਪਸ ਆਇਆ
ਤੇ ਕਹਿੰਦਾ ਜਦੋਂ ਮੈਂ ਮਾਂ ਦੇ ਕੋਲ ਗਿਆ, ਪਿਓ ਦੀ ਤਾਂ ਮੌਤ ਹੋ ਚੁੱਕੀ ਸੀ ਸਦਮੇ ਦੇ ਨਾਲ, ਕਹਿੰਦਾ ਜਦੋਂ ਮੈਂ ਮਾਂ ਨੂੰ ਜਾ ਕੇ ਦੱਸਿਆ 40 ਸਾਲ ਬਾਅਦ, ਮਾਂ ਤੇਰਾ ਪੁੱਤ ਜਿਉਂਦਾ ਹੈ। ਤੁਸੀਂ ਉਹਦੀ ਖੁਸ਼ੀ ਦਾ ਅੰਦਾਜ਼ਾ ਲਾ ਸਕਦੇ ਹੋ? ਜਿਸ ਮਾਂ ਨੂੰ 40 ਸਾਲ ਬਾਅਦ ਇਹ ਖਬਰ ਮਿਲੇ ਕਿ ਜਿਸ ਪੁੱਤ ਦੀਆਂ ਘਰ 'ਚ ਅੰਤਿਮ ਰਸਮਾਂ ਵੀ ਕੀਤੀਆਂ ਜਾ ਚੁੱਕੀਆਂ ਨੇ, ਉਹ ਪੁੱਤ ਜਿਉਂਦਾ ਹੈ। ਕਹਿੰਦਾ ਮਾਂ ਤੇਰਾ ਪੁੱਤ ਜਿਉਂਦਾ ਹੈ, ਮਾਂ ਤੇਰੇ ਪੁੱਤ ਦਾ ਬਹੁਤ ਵੱਡਾ ਕਾਰੋਬਾਰ, ਮਾਂ ਤੇਰਾ ਪੁੱਤ ਹੁਣ ਕਬੀਲੇ ਦੇ ਕੱਪੜੇ ਨਹੀਂ ਪਾਉਂਦਾ, ਉਹ ਹੁਣ ਉੱਥੋਂ ਦਾ ਸੂਟ ਬੂਟ ਪਾਉਂਦਾ ਹੈ। ਤੇਰੇ ਪੋਤਰੇ ਵੀ ਨੇ, ਤੇਰੀ ਨੂੰਹ ਵੀ ਨੇ, ਉਹ ਹੁਣ ਸਾਡੇ ਕਬੀਲੇ ਦੀ ਬੋਲੀ ਨਹੀਂ ਬੋਲਦੇ, ਉਹ ਹੁਣ ਉੱਥੋਂ ਦੀ ਬੋਲੀ ਬੋਲਦੇ ਨੇ। ਤੇ ਮਾਂ ਜਿਹੜਾ ਤੇਰਾ ਪੁੱਤਰ ਹੈ ਨਾ, ਉਹ ਹੁਣ ਸਾਡੇ ਵਰਗਾ ਖਾਣਾ ਨਹੀਂ ਖਾਂਦਾ ਘਾਹ ਫੂਸ, ਉਹ ਬੜਾ ਵਧੀਆ ਅਮੀਰ ਹੈ, ਸੋਹਣੀ ਰੋਟੀ ਖਾਂਦਾ ਹੈ। ਕਹਿੰਦਾ ਮਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਛਲਕੇ, ਉਹਦੀਆਂ ਧਾਹਾਂ ਨਿਕਲ ਗਈਆਂ ਤੇ ਕਹਿੰਦੀ ਪੁੱਤ ਅੱਗੇ ਤੇ ਨਹੀਂ ਸੀ ਮਰਿਆ, ਅੱਜ ਮਰ ਗਿਆ। ਅਜੇ ਤੱਕ ਤਾਂ ਹੌਸਲਾ ਸੀ ਕਿ ਬੇਸ਼ੱਕ ਸਰੀਰ ਕਰਕੇ ਮਰ ਗਿਆ, ਉਹਦੀਆਂ ਯਾਦਾਂ ਮੇਰੇ ਹਿਰਦੇ 'ਚ ਵਸੀਆਂ ਨੇ, ਪਰ ਜਿਸ ਪੁੱਤਰ ਨੇ ਆਪਣੀ ਕੌਮ ਦੀ ਗੁਫ਼ਤਾਰ, ਰਫ਼ਤਾਰ, ਦਸਤਾਰ, ਚਾਲ ਚਲਣ, ਪਹਿਰਾਵਾ ਤੇ ਇਖਲਾਕ ਛੱਡ ਦਿੱਤਾ, ਜ਼ਮੀਰ ਛੱਡ ਦਿੱਤੀ, ਮੇਰਾ ਪੁੱਤ ਅੱਗੇ ਨਹੀਂ ਸੀ ਮਰਿਆ, ਅੱਜ ਮਰ ਗਿਆ। ਸੋ ਇਸ ਗੱਲ ਨੂੰ ਮਹਿਸੂਸ ਕਰਨਾ, ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਜੇਕਰ ਅਸੀਂ ਹੋਣ ਦੀ ਗੱਲ ਕਰਨੇ ਆ ਤਾਂ ਸਾਨੂੰ ਆਪਣੀ ਬੋਲੀ, ਸਾਨੂੰ ਆਪਣਾ ਸੱਭਿਆਚਾਰ, ਸਾਨੂੰ ਆਪਣੀ ਗੁਰਮਤਿ ਵਿਚਾਰਧਾਰਾ ਤੇ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਵਾਪਰੇ ਹੋਏ ਤਾਰੀਖ ਦੇ ਪੰਨਿਆਂ ਨੂੰ ਜੋੜਨਾ ਪਵੇਗਾ ਉਹਨਾਂ ਦੇ ਨਾਲ। ਦੋਸ਼ੀ ਬੱਚੇ ਨਹੀਂ ਹੈ, ਉਹ ਅੱਜ ਵੀ ਸੁਣਨਾ ਚਾਹੁੰਦੇ ਨੇ ਤੁਹਾਡੇ ਕੋਲੋਂ। ਕਿਤੇ ਅੱਜ ਵੀ ਤੁਸੀਂ ਗੋਦੀ ਦੇ ਵਿੱਚ ਬਿਠਾ ਕੇ ਉਹਨਾਂ ਦੇ ਨਾਲ ਸਾਹਿਬਜ਼ਾਦਿਆਂ ਦੀ ਗੱਲ ਕਰੋ, ਕਿਤੇ ਅੱਜ ਵੀ ਉਹਨਾਂ ਨੂੰ ਸ਼ੇਰੇ ਪੰਜਾਬ ਦੀਆਂ ਕਹਾਣੀਆਂ ਦੱਸੋ, ਕਿਤੇ ਅੱਜ ਵੀ ਉਹਨਾਂ ਨੂੰ ਹਰੀ ਸਿੰਘ ਨਲੂਏ ਦੀਆਂ ਬਾਤਾਂ ਦੱਸੋ, ਉਹ ਸੁਣਨਾ ਚਾਹੁੰਦੇ ਨੇ। ਅਸੀਂ ਸੁਣਾ ਨਾ ਸਕੇ। ਦੋਸ਼ ਬੱਚਿਆਂ ਦਾ ਕੱਢ ਦਿੱਤਾ, ਬੱਚੇ ਧਰਮ ਤੋਂ ਦੂਰ ਜਾ ਰਹੇ ਨੇ, ਬੱਚੇ ਇਹ ਕਰ ਰਹੇ ਨੇ, ਬੱਚੇ ਉਹ ਕਰ ਰਹੇ ਨੇ। ਪਰ ਗੁਰੂ ਨਾਨਕ ਸਾਹਿਬ ਨੇ ਭੰਗਰਨਾਥ ਨੂੰ ਇੱਕ ਗੱਲ ਕਹਿ ਦਿੱਤੀ ਸੀ, ਨਾਨਕ ਆਖਿਆ ਭੰਗਰਨਾਥ ਤੇਰੀ ਮਾਂ ਕੁਚੱਜੀ ਆਈ, ਭਾਂਡਾ ਧੋਏ ਨਾ ਜਾਤਿਨ ਭਾਏ ਕੁਚੱਜੇ ਫੁੱਲ ਸੜਾਈ। ਬੱਚਾ ਜੇਕਰ ਕਿਤੇ ਨਾ ਕਿਤੇ ਕੋਈ ਐਸੀ ਗੱਲ ਕਰਦਾ ਹੈ ਤਾਂ ਕਿਤੇ ਨਾ ਕਿਤੇ ਮਾਂ ਜਿਹੜੀ ਹੈ ਉਸ ਨੂੰ ਧਰਮ ਦੀ ਵਿਚਾਰਧਾਰਾ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਵੈਸੇ ਇਸ ਵਿਕਲਪ ਦੇ ਵਿਰੋਧ ਦੇ ਵਿੱਚ ਵੀ ਬਹੁਤ ਸਾਰੀਆਂ ਉਦਾਹਰਨਾਂ ਹੋ ਜਾਂਦੀਆਂ ਨੇ, ਪਰ ਮੈਂ ਤਾਂ ਤੁਹਾਨੂੰ ਆਪਣੇ ਇਤਿਹਾਸ ਦੀ ਗੱਲ ਕਰੂੰਗਾ ਕਿ ਸਾਡੀ ਕੋਸ਼ਿਸ਼ ਜ਼ਰੂਰ ਹੋਵੇ ਅਸੀਂ ਘਰਾਂ ਦੇ ਵਿੱਚ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ, ਆਪਣੀ ਤਾਰੀਖ ਦੇ ਨਾਲ ਜੋੜ ਸਕੀਏ। ਦੂਜੀ ਗੱਲ ਕਿ ਜਿੰਨਾ ਚਿਰ ਤੱਕ ਤੁਸੀਂ ਸੰਘਰਸ਼ ਦੇ ਵਿੱਚ ਤਗੜੇ ਹੋ, ਦੁਸ਼ਮਣ ਉਦੋਂ ਹੀ ਤੁਹਾਨੂੰ ਗੱਲਬਾਤ ਦਾ ਸੱਦਾ ਦਿੰਦਾ ਹੈ। ਇਹ ਗੱਲ ਕੋਈ ਨਵੀਂ ਨਹੀਂ ਕਹੀ ਦੀਪ ਨੇ, ਮੈਨੂੰ ਪਤਾ ਜਦੋਂ ਉਸਨੇ ਇਹ ਗੱਲ ਕਹੀ ਇਹਦੇ ਪਿੱਛੇ ਕੀ ਗੱਲ ਸੀ, ਇਹਦੇ ਪਿੱਛੇ ਵਰਤਾਰਾ ਕੀ ਸੀ, ਔਰ ਇਹਦਾ ਪ੍ਰਤੱਖ ਨਜ਼ਾਰਾ ਕੀ ਵੇਖਿਆ। ਇਹ ਮੈਂ ਤੁਹਾਨੂੰ ਦੋਵੇਂ ਗੱਲਾਂ ਸਾਂਝੀਆਂ ਕਰ ਦਿੰਦਾ। ਅਹਿਮਦ ਸ਼ਾਹ ਅਬਦਾਲੀ ਨੇ ਪਾਣੀਪਤ ਦੇ ਮੈਦਾਨ ਦੇ ਵਿੱਚ ਜਦੋਂ ਮਰਹੱਟਿਆਂ ਨੂੰ ਹਰਾਇਆ ਤੇ ਹਿੰਦੁਸਤਾਨ ਦੀ ਪੱਤ ਪਾਣੀ ਪਾਣੀ ਕਰ ਦਿੱਤੀ। ਉਸ ਤੋਂ ਬਾਅਦ ਤਕਰੀਬਨ 2.5 ਦਹਾਕੇ ਮਰਹੱਟੇ ਅਹਿਮਦ ਸ਼ਾਹ ਅਬਦਾਲੀ ਜਾਂ ਉਸ ਦੇ ਕਿਸੇ ਵੀ ਜਾਨਸ਼ੀਨ ਦੇ ਅੱਗੇ ਅੱਖ ਨਹੀਂ ਚੁੱਕ ਸਕੇ, ਮਰਹੱਟੇ ਹਾਰ ਗਏ। ਕੀ ਅਹਿਮਦ ਸ਼ਾਹ ਅਬਦਾਲੀ ਨੇ ਮਰਹੱਟਿਆਂ ਨੂੰ ਗੱਲਬਾਤ ਦਾ ਸੱਦਾ ਦਿੱਤਾ? ਨਹੀਂ ਦਿੱਤਾ। ਦਿੱਲੀ ਦਾ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਅਹਿਮਦ ਸ਼ਾਹ ਅਬਦਾਲੀ ਦੇ ਕੋਲ ਹਾਰਿਆ, ਕਿ ਉਸਨੇ ਗੱਲਬਾਤ ਦਾ ਸੱਦਾ ਦਿੱਤਾ? ਨਹੀਂ ਦਿੱਤਾ। ਉਸ ਤੋਂ ਬਾਅਦ ਮੀਰ ਮਨੂੰ ਦਾ ਬਾਪ ਕਮਰੂਦੀਨ ਮੀਰ ਆਤਸ਼ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਹਾਰਦਾ ਹੈ, ਉਹ ਗੱਲਬਾਤ ਦਾ ਸੱਦਾ ਦਿੰਦਾ ਹੈ? ਨਹੀਂ, ਹਾਰ ਗਿਆ ਤੇ ਹਾਰ ਗਿਆ। ਪਰ ਜਦੋਂ ਉਹ 5 ਫਰਵਰੀ 1762 ਨੂੰ ਤੁਹਾਡੇ ਵਡੇਰਿਆਂ ਨੂੰ ਕੋਪਰਹੀੜੇ ਦੇ ਮੈਦਾਨ ਦੇ ਵਿੱਚ ਲੜਦਾ ਵੇਖਦਾ ਨਾ, ਵੱਡੇ ਘੱਲੂਘਾਰੇ ਦੇ ਵਿੱਚ, ਜਿਹੜੀ ਉਹ ਤੁਹਾਡੇ 'ਚ ਜੁਰਤ ਵੇਖਦਾ ਹੈ, ਜਿਹੜੀ ਉਹ ਤੁਹਾਡੇ 'ਚ ਦਲੇਰੀ ਵੇਖਦਾ, ਜਿਹੜੀ ਤੁਹਾਡੇ 'ਚ ਦ੍ਰਿੜਤਾ ਵੇਖਦਾ, ਤੇ ਜਦੋਂ ਤੁਹਾਡੇ ਜਰਨੈਲਾਂ ਦੀ ਨੀਤੀ ਵੇਖਦਾ ਹੈ ਨਾ, ਕਿ ਜਦੋਂ ਆਪਣੇ ਹੱਥ ਦੇ ਵਿੱਚ ਸ਼ਮਸ਼ੀਰ ਫੜ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕਹਿੰਦਾ ਹੈ ਕਿ ਰਲ ਮਿਲ ਖੜ ਤੁਰ ਪੰਥ ਬਚਾਵੋ, ਮਿਸਲ ਵੰਡ ਅਬ ਕਭੇ ਨਾ ਪਾਵੋ, ਏਕਤਾ ਕਰ ਲਓ, ਇਕੱਠੇ ਹੋ ਜਾਓ। ਤੁਹਾਡਾ ਦੁਸ਼ਮਣ ਵੱਡਾ ਹੈ, ਉਹ ਤੁਹਾਡੇ ਗੁਣਾਂ ਨੂੰ ਵੇਖਦਾ ਹੈ, ਉਹ ਤੁਹਾਡੇ ਜਰਨੈਲ ਦੀ ਜ਼ਰੂਰਤ ਵੇਖਦਾ ਹੈ। ਜਿਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਮੈਦਾਨੇ ਜੰਗ ਦੇ ਵਿੱਚ ਜੂਝ ਰਿਹਾ ਹੈ, ਘੋੜਾ ਥੱਕ ਗਿਆ, ਕੁਦਰਤਨ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜੰਗ ਹੋ ਰਹੀ ਹੈ, ਘੋੜਾ ਥੱਕ ਗਿਆ। ਜਦੋਂ ਘੋੜਾ ਥੱਕ ਗਿਆ, ਦੁਸ਼ਮਣ ਨੇ ਘੇਰਾ ਪਾ ਲਿਆ ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਅੰਗਪਾਲ, ਬਾਡੀਗਾਰਡ, ਗਨਮੈਨ ਜਿਹੜਾ ਸੀ, ਉਹ ਸੀ ਸਰਦਾਰ ਗੁਰਮੁਖ ਸਿੰਘ। ਪੰਥ ਪ੍ਰਕਾਸ਼ ਜਿਸ ਦਾ ਬੜਾ ਪਿਆਰਾ ਜ਼ਿਕਰ ਹੈ।
ਸਰਦਾਰ ਗੁਰਮੁਖ ਸਿੰਘ ਨੇ ਸੋਚਿਆ ਕਿ ਭਖੇ ਹੋਏ ਮੈਦਾਨੇ ਜੰਗ ਦੇ ਵਿੱਚ ਜੇ ਕੌਮ ਦਾ ਜਰਨੈਲ ਮਾਰਿਆ ਗਿਆ, ਕੌਮ ਦੇ ਪੈਰ ਉਖੜ ਜਾਣਗੇ। ਉਸ ਨੇ ਆਪਣੀ ਕਿਰਪਾਨ ਦੇ ਮਿਆਨ ਦੇ ਨਾਲ ਘੋੜੇ ਨੂੰ ਮਾਰਨ ਦੇ ਵਾਸਤੇ ਹੱਥ ਤਾਂ ਚੁੱਕਿਆ ਕਿ ਘੋੜੇ ਨੂੰ ਮਾਰ ਕੇ ਅੱਗੇ ਕੱਢਿਆ ਜਾਵੇ, ਤੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਅੱਗੇ ਹੱਥ ਖੜਾ ਕਰ ਦਿੱਤਾ। ਤੇ ਹੱਥ ਖੜਾ ਕਰਕੇ ਪਤਾ ਕੀ ਕਿਹਾ? ਕਹਿੰਦਾ, ਵੇਖੀ ਗੁਰਮੁਖ ਸਿਆ, ਮੇਰੇ ਘੋੜੇ ਨੂੰ ਇਸ ਘੇਰੇ ਚੋਂ ਬਾਹਰ ਨਾ ਕੱਢੀ, ਸਿੰਘ ਸੁਨੇ ਹਮਕੋ ਕਰੇ ਠੱਠਾ। ਠੱਠਾ ਕਹਿੰਦੇ ਮਜ਼ਾਕ। ਜਦੋਂ ਸਿੱਖਾਂ ਤੱਕ ਇਹ ਗੱਲ ਜਾਵੇਗੀ ਕਿ ਜੱਸਾ ਸਿੰਘ ਨੇ ਆਪਣਾ ਘੋੜਾ ਦੁਸ਼ਮਣ ਦੇ ਘੇਰੇ ਚੋਂ ਬਾਹਰ ਕੱਢ ਲਿਆ ਸੀ, ਘੋੜਾ ਕੁਦਾਏ ਜੱਸਾ ਸਿੰਘ ਨੱਠਾ, ਕਿਆ ਮੁਖ ਲਾਏ ਬੈਠੇ ਦੀਵਾਨ ਕਰੇ, ਸਿੱਖ ਮਸ਼ਕਰੀ ਆਨ ਪੰਥ ਹਮਕੋ ਬਾਦਸ਼ਾਹ ਬਣਾਇਓ, ਤੁਮ ਚਾਹਤ ਗੀਦੀ ਅਕਵਾਇਓ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਜਿਸ ਨੂੰ ਕੌਮ ਨੇ ਸੁਲਤਾਨੁਲ ਕੌਮ ਬਾਦਸ਼ਾਹ ਜੱਸਾ ਸਿੰਘ ਆਹਲੂਵਾਲੀਆ ਮੰਨਿਆ, ਉਹ ਜੱਸਾ ਸਿੰਘ ਆਹਲੂਵਾਲੀਆ ਦੁਸ਼ਮਣ ਤੋਂ ਡਰਦਾ ਆਪਣਾ ਘੋੜਾ ਦੁਸ਼ਮਣ ਦੇ ਘੇਰੇ ਚੋਂ ਲਾਂਭੇ ਕਰ ਲਵੇ। ਇਹ ਨਹੀਂ ਹੋ ਸਕਦਾ। ਲੜ ਕੇ ਨਿਕਲੂੰਗਾ, ਘੋੜਾ ਕੁਦਾ ਕੇ ਨਹੀਂ ਨਿਕਲੂੰਗਾ। ਇਹ ਤੁਹਾਡੇ ਆਗੂਆਂ ਦਾ, ਇਹ ਤੁਹਾਡੇ ਜਰਨੈਲਾਂ ਦਾ, ਉਸ ਵੇਲੇ ਦਾ ਦ੍ਰਿੜਤਾ ਦਾ, ਬਹਾਦਰਾਂ ਦਾ, ਇਖਲਾਕ ਦਾ ਜਿਹੜਾ ਵਿਖਾਵਾ ਸੀ, ਅਹਿਮਦ ਸ਼ਾਹ ਅਬਦਾਲੀ ਨੇ ਉਸ ਨੂੰ ਵੇਖਿਆ। ਅਹਿਮਦ ਸ਼ਾਹ ਅਬਦਾਲੀ ਨੇ ਉਹ ਨਜ਼ਾਰਾ ਵੇਖਿਆ ਜਦੋਂ ਕੋਪਰ ਹੀੜੇ ਤੋਂ ਅਗਲੇ ਪਿੰਡ ਦੇ ਵਿੱਚ ਜਾ ਕੇ ਤੁਸੀਂ ਇੱਕ ਢਾਬ ਦੇ ਕੰਢੇ ਪਾਣੀ ਪੀ ਰਹੇ ਸੀ। ਇੱਕ ਪਾਸੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ, ਇੱਕ ਪਾਸੇ ਸਿੱਖ ਫੌਜਾਂ ਇੱਕੋ ਢਾਬ ਦੇ ਕੰਢੇ ਪਾਣੀ ਪੀ ਰਹੀਆਂ ਨੇ। ਅਬਦਾਲੀ ਦੀਆਂ ਫੌਜਾਂ ਚਾਹੁੰਦੀਆਂ ਨੇ ਸਵੇਰੇ ਨਾ ਲੜਿਆ ਜਾਵੇ, ਤੇ ਤੁਹਾਡੇ ਜਰਨੈਲ ਕਹਿ ਰਹੇ ਨੇ ਤਤ ਖਾਲਸਾ ਰਹਿ ਗਇਓ ਸੋ ਖੋਟ ਗਵਾਏ, ਕਿ ਪਾਤਸ਼ਾਹ ਕੋਈ ਗੱਲ ਨਹੀਂ, ਜਿੰਨੇ ਸ਼ਹੀਦ ਹੋਣੇ ਸੀ ਹੋ ਗਏ ਆ, ਸਵੇਰੇ ਜਿੰਨੇ ਬਚੇ ਆ ਜੰਗ ਫਿਰ ਮੈਦਾਨੇ ਜੰਗ 'ਚ ਵਧੀਆ ਤਰੀਕੇ ਨਾਲ ਕਰਾਂਗੇ। ਅਹਿਮਦ ਸ਼ਾਹ ਅਬਦਾਲੀ ਦੇ ਉਸ ਵੇਲੇ ਦੇ ਜਰਨੈਲ ਮੁਰਤਜ਼ਾ ਖਾਨ ਵੜੈਚ, ਉਸ ਵੇਲੇ ਜੈਨ ਖਾਨ, ਭੀਖਣ ਖਾਨ, ਉਹ ਤੁਹਾਡੀ ਇਸ ਬਹਾਦਰੀ ਨੂੰ ਵੇਖ ਰਹੇ ਸੀ। ਉਹ ਵੇਖ ਰਹੇ ਸੀ ਕਿ ਅਸੀਂ 40,000 ਸਿੱਖ ਨੂੰ ਜ਼ਮੀਨ ਤੇ ਵਿਛਾ ਦਿੱਤਾ। ਆਗੂਆਂ ਦੇ ਤਾਂ ਹੌਸਲੇ ਟੁੱਟ ਗਏ ਹੋਣਗੇ, ਪਰ ਤੁਹਾਡੇ ਆਗੂ ਉਸ ਵੇਲੇ ਗੱਲਬਾਤ ਕੀ ਕਰ ਰਹੇ ਸੀ? ਸਰਦਾਰ ਮਿੱਤ ਸਿੰਘ ਡੱਲੇਵਾਲੀਆ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਚੜ੍ਹਤ ਸਿੰਘ ਨੂੰ ਪਤਾ ਕੀ ਕਹਿੰਦਾ? ਕਹਿੰਦਾ ਕਿ ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਹੋਣਾ ਕਿ ਮਰਹੱਟਿਆਂ ਦੇ ਵਾਂਗੂ ਸਿੱਖਾਂ ਕੋਲ ਨਹੀਂ ਲੜਿਆ ਜਾਣਾ। ਤੇ ਹੱਸ ਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪਤਾ ਕੀ ਕਹਿੰਦਾ? ਕਹਿੰਦਾ ਬਿਲਕੁਲ ਇੰਜ ਨਹੀਂ ਲੱਗਦਾ ਜਿਵੇਂ ਗਿੱਦੜ ਨੇ ਹਦਵਾਣਿਆਂ ਦੇ ਭੁਲੇਖੇ ਪੱਥਰ ਨੂੰ ਮੂੰਹ ਪਾ ਲਿਆ ਹੋਵੇ। ਇਹ ਸੀ ਤੁਹਾਡੇ ਜਰਨੈਲ, ਇਹ ਸੀ ਉਹਨਾਂ ਦੀ ਹਿੰਮਤ, ਇਹ ਸੀ ਉਹਨਾਂ ਦੀ ਚੜ੍ਹਦੀ ਕਲਾ। ਜਦੋਂ ਇਹ ਸਭ ਕੁਝ ਵੇਖਿਆ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਅੰਦਾਜ਼ਾ ਲਾ ਲਿਆ, ਨਹੀਂ ਹੁਣ ਇਹਨਾਂ ਨੂੰ ਮੈਦਾਨੇ ਜੰਗ 'ਚ ਖਤਮ ਨਹੀਂ ਕੀਤਾ ਜਾ ਸਕਦਾ। ਗੱਲਬਾਤ ਕੀਤੀ ਜਾਵੇ। ਗੱਲਬਾਤ ਕਰਨ ਦੇ ਵਾਸਤੇ ਜੇ ਏਸ਼ੀਆ ਦੇ ਖਿੱਤੇ ਜਿਹੇ 'ਚ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ 2 ਏਲਚੀ ਤੇ ਬਾਬਾ ਆਲਾ ਸਿੰਘ ਦਾ 1 ਏਲਚੀ ਨਾਨੂ ਸਿੰਘ ਗਰੇਵਾਲ ਭੇਜਿਆ, ਤਾਂ ਇਸ ਕਰਕੇ ਭੇਜਿਆ ਕਿ ਤੁਹਾਨੂੰ ਮੈਦਾਨੇ ਜੰਗ ਦੇ 'ਚ ਸਮਝ ਚੁੱਕਾ ਸੀ ਤੁਸੀਂ ਬਹੁਤ ਤਾਕਤਵਰ ਹੋ। ਸਰਕਾਰ ਨੇ ਤੁਹਾਨੂੰ ਕਿਸਾਨ ਸੰਘਰਸ਼ ਦੇ ਦੌਰਾਨ ਵੀ ਉਹਨਾਂ ਚਿਰ ਰੋਜ਼ ਪ੍ਰਪੋਜ਼ਲ ਲੈਟਰ ਉਹਨਾਂ ਚਿਰ ਤੱਕ ਭੇਜੀ ਹੈ ਜਿੰਨਾ ਚਿਰ ਤੱਕ ਤੁਹਾਡਾ ਸੰਘਰਸ਼ ਸਟਰੋਂਗ ਸੀ, ਜਿੰਨਾ ਚਿਰ ਨੌਜਵਾਨੀ ਤੁਹਾਡੇ ਨਾਲ ਸੀ। ਉਸ ਤੋਂ ਬਾਅਦ 'ਚ ਕੋਈ ਸੱਦਾ ਨਹੀਂ ਆ ਗਿਆ, ਇੱਕ ਵੀ ਨਹੀਂ ਆਇਆ। ਮੇਰੇ ਖਿਆਲ 22 ਜਨਵਰੀ ਤੋਂ ਬਾਅਦ ਇੱਕ ਵੀ ਸੱਦਾ ਨਹੀਂ ਆਇਆ। 1 ਸਾਲ ਲਗਾਤਾਰ ਕੋਈ ਸੱਦਾ ਨਹੀਂ। ਕਿਉਂ? ਕਿਉਂਕਿ ਅਸੀਂ ਉਸ ਸੰਘਰਸ਼ ਦੇ ਮਰਕਜ਼ ਦੇ ਉੱਪਰ ਆਪਣੇ ਨੌਜਵਾਨਾਂ ਨੂੰ ਆਪੇ ਹੀ ਦੂਰ ਕਰਕੇ ਕਮਜ਼ੋਰ ਕੀਤਾ ਸੰਘਰਸ਼। ਹੁਣ ਅਗਲੀ ਗੱਲ ਤੇ ਆ ਜਾਈਏ। ਇਹ 3 ਏਲਚੀ ਆਉਂਦੇ ਨੇ ਸਿੱਖਾਂ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ। ਉਧਰ ਬੈਠੇ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਮਿੱਤ ਸਿੰਘ ਡੱਲੇਵਾਲੀਆ, ਸਰਦਾਰ ਚੜ੍ਹਤ ਸਿੰਘ, ਸਰਦਾਰ ਹਰੀ ਸਿੰਘ, ਇਹ ਜਰਨੈਲ ਬੈਠੇ ਨੇ ਉੱਥੇ। ਅਹਿਮਦ ਸ਼ਾਹ ਅਬਦਾਲੀ ਦੀ ਪੇਸ਼ਕਸ਼ ਤਸ਼ਤਰੀਆਂ ਦੇ ਵਿੱਚ, ਟਰੇ ਜਿਹਨੂੰ ਅੱਜ ਕੱਲ੍ਹ ਕਹਿੰਦੇ ਆ, ਟਰੇ ਦੇ ਵਿੱਚ ਵੱਡੀਆਂ ਥਾਲੀਆਂ ਦੇ ਵਿੱਚ ਰੱਖ ਕੇ ਬਹੁਤ ਸਾਰਾ ਡਰਾਈ ਫਰੂਟ, ਮੇਵੇ, ਅਖਰੋਟ, ਬਦਾਮ, ਗਿਰੀਆਂ ਲਿਆਂਦੀਆਂ ਜਾਂਦੀਆਂ ਨੇ ਤੇ ਸਾਹਮਣੇ ਰੱਖ ਕੇ ਸਿੱਖਾਂ ਨੂੰ ਪੇਸ਼ਕਸ਼ ਕੀਤੀ ਜਾਂਦੀ ਹੈ ਕਿ ਆਓ ਨਾਲੇ ਖਾਈਏ ਤੇ ਨਾਲੇ ਗੱਲਬਾਤ ਕਰੀਏ ਰਾਜੀਨਾਮੇ ਦੀ। ਤੇ ਉਸ ਵੇਲੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਚੜ੍ਹਤ ਸਿੰਘ ਨੂੰ ਕਹਿੰਦਾ ਨਹੀਂ, ਜੇ ਗੱਲ ਰਾਜੀਨਾਮੇ ਦੀ ਕਰਨੀ ਹੈ ਤੇ ਇਹਨਾਂ ਦਾ ਖਾ ਕੇ ਨਹੀਂ ਹੋਣੀ। ਆਪਣੀਆਂ ਪੋਟਲੀਆਂ ਖੋਲੋ, ਆਪਣੀਆਂ ਪੋਟਲੀਆਂ 'ਚੋਂ ਭੁੱਜੇ ਛੋਲੇ ਕੱਢੋ, ਉਹੀ ਖਾਵਾਂਗੇ, ਗੱਲਬਾਤ ਹੋਵੇਗੀ, ਪਰ ਤੁਹਾਡੇ ਗਿਰੀਆਂ ਬਦਾਮ ਖਾ ਕੇ ਗੱਲਬਾਤ ਨਹੀਂ ਹੋਵੇਗੀ। ਇਹੀ ਗੱਲ ਦੀਪ ਨੇ ਕਹੀ ਸੀ ਉਸ ਦਿਨ ਤੰਬੂ ਦੇ ਵਿੱਚੋਂ ਕਿ ਜੇਕਰ ਸਰਕਾਰ ਦੇ ਨਾਲ ਗੱਲਬਾਤ ਕਰਨੀ ਹੈ, ਸਰਦਾਰ ਦਾ ਲੂਣ ਖਾ ਕੇ ਨਾ ਕਰੋ, ਆਪਣੀਆਂ ਰੋਟੀਆਂ ਲੈ ਕੇ ਜਾਓ। ਉਸ ਤੋਂ ਬਾਅਦ ਅਗਲੀ ਮੀਟਿੰਗ ਦੇ ਵਿੱਚ ਕਿਸਾਨ ਆਗੂ ਪੌਣਿਆਂ 'ਚ ਆਪਣੀਆਂ ਰੋਟੀਆਂ ਲੈ ਕੇ ਗਏ ਸੀ, ਤੁਸੀਂ ਵੇਖਿਆ ਹੋਣਾ। ਤੇ ਮੀਡੀਆ ਦੇ ਵਿੱਚ ਇੱਕ ਵੱਡੀ ਗੱਲ ਆਈ ਸੀ, ਉਹ ਕੋਈ ਨਵੀਂ ਗੱਲ ਨਹੀਂ ਸੀ, ਉਹ ਸਾਡੇ ਇਤਿਹਾਸਕ ਵਰਤਾਰਿਆਂ ਦੇ ਵਿੱਚੋਂ ਜਿਹੜਾ ਪੈਦਾ ਕੀਤਾ ਗਿਆ ਪ੍ਰਸੰਗ ਸੀ।
मैं बार बार ये गल कहना कि इतिहास तो ਵੱਖਰਾ कुछ नहीं होया, पर ਦੀਪ ने उन्होंने इतिहासक ਵਰਤਾਰਿਆਂ ਨੂੰ ਅੱਜ ਦੇ ਸਮੇਂ ਤੁਹਾਡੇ ਸਾਹਮਣੇ ਸਹਿਜ ਭਾਸ਼ਾ ਦੇ ਵਿੱਚ ਰੱਖ ਦਿੱਤਾ ਹੈ। ਨੌਜਵਾਨਾਂ ਨੇ ਉਸ ਬੋਲੀ ਨੂੰ ਸਮਝਿਆ। ਹੁਣ ਦੋਵੇਂ ਤਰ੍ਹਾਂ ਬੈਠੀਆਂ ਨੇ, ਗੱਲਬਾਤ ਹੋ ਰਹੀ ਹੈ। ਇੱਕ ਪਾਸੇ ਏਸ਼ੀਆ ਦਾ ਸਭ ਤੋਂ ਵੱਡਾ ਜਰਨੈਲ ਤੇ ਇੱਕ ਪਾਸੇ ਉਹ ਜਰਨੈਲ ਜਿਨ੍ਹਾਂ ਦੇ ਬਾਰੇ ਸਾਡੇ ਸਿੱਖ ਸਰੋਤ ਵੀ ਕਹਿ ਰਹੇ ਨੇ, ਲੋਕ ਕਹੇ ਸਿੰਘ ਸਭ ਗਿਆ ਮਾਰਾ, बच्चियों 50 और खप गयो सारा। अब 50 बचे ने ਜਿਹੜੇ ਗੱਲਬਾਤ ਕਰਨ ਵਾਲੇ ਨੇ, ਬਾਕੀ ਤਾਂ ਸਾਰੇ ਮਾਰੇ ਗਏ। ਕੋਈ ਜ਼ਖਮੀ ਪਿਆ, ਕੋਈ ਫੱਟੜ ਪਿਆ, ਸਾਰੇ ਮਾਰੇ ਜਾ ਚੁੱਕੇ ਨੇ। ਪੇਸ਼ਕਸ਼ ਬੜੀ ਵੱਡੀ ਅੱਜ ਦੇ ਸਮੇਂ ਦੇ ਨਾਲ। ਅਹਿਮਦ ਸ਼ਾਹ ਅਬਦਾਲੀ ਦਾ ਇਲਚੀ ਕਹਿੰਦਾ ਹੈ ਕਿ ਤੁਹਾਡੇ ਸਿਰਾਂ ਦੇ ਮੁੱਲ ਨਹੀਂ ਪੈਣਗੇ, ਤੁਹਾਨੂੰ ਮਾਰਿਆ ਨਹੀਂ ਜਾਵੇਗਾ, ਤੁਹਾਡੇ ਬੱਚਿਆਂ ਦਾ ਕਤਲੇਆਮ ਨਹੀਂ ਹੋਵੇਗਾ। ਗੱਲ ਸਿਰਫ ਇੰਨੀ ਹੈ ਕਿ 6 ਮਹੀਨਿਆਂ ਬਾਅਦ ਹਾੜੀ ਸੌਣੀ। ਉਦੋਂ ਪੰਜਾਬ 'ਚ ਝੋਨਾ ਨਹੀਂ ਸੀ ਹੁੰਦਾ, ਕੇਵਲ ਤੇ ਕੇਵਲ ਜੰਮੂ ਕਸ਼ਮੀਰ ਪੁੰਛ ਦੇ ਇਲਾਕਿਆਂ 'ਚ ਝੋਨਾ ਹੁੰਦਾ ਸੀ, ਜਿਹਨੂੰ ਪਰਮਲ ਕਿਹਾ ਜਾਂਦਾ ਸੀ। ਗੁਰਬਾਣੀ 'ਚ ਪਰਮਲ ਕੀ ਬਾਸ ਦੀ ਗੱਲ ਆਉਂਦੀ ਹੈ। ਪੰਜਾਬ 'ਚ ਨਹੀਂ ਸੀ ਉਦੋਂ ਹੁੰਦਾ, ਬਹੁਤ ਘੱਟ ਇਲਾਕਿਆਂ 'ਚ ਸੀ। ਸਾਡੇ ਉਦੋਂ ਜਿਹੜੀਆਂ ਫਸਲਾਂ ਹੁੰਦੀਆਂ ਸੀ, ਮੱਕੀ, ਬਾਜਰਾ, ਮੋਠ, ਗਵਾਰਾ, ਜੌਂ, ਇਹ ਫਸਲਾਂ ਹੁੰਦੀਆਂ ਸੀ। ਕਣਕ ਵੀ ਬਹੁਤ ਘੱਟ ਸੀ। ਉਹ ਕਹਿੰਦਾ ਹੈ ਕਿ ਅਹਿਮਦ ਸ਼ਾਹ ਅਬਦਾਲੀ ਕਹਿੰਦਾ ਹੈ ਕਿ ਤੁਸੀਂ ਹਾੜੀ ਸੌਣੀ ਇਹ ਕੁਝ ਫਸਲਾਂ ਦਾ 6ਵਾਂ ਹਿੱਸਾ ਨਜ਼ਰਾਨੇ ਦੇ ਰੂਪ 'ਚ ਦੇ ਦਿਆ ਕਰੋ, ਤੇ ਉਹ ਤੁਹਾਡਾ ਬਾਦਸ਼ਾਹ ਤੇ ਤੁਸੀਂ ਇੱਥੋਂ ਦੇ ਮਾਲਕ। ਉਹ ਤੁਹਾਡਾ ਬਾਦਸ਼ਾਹ, ਤੁਸੀਂ ਇੱਥੋਂ ਦੇ ਮਾਲਕ। ਹੁਣ ਜਰਾ ਸੋਚੋ ਕਿੰਨਾ ਸੌਖਾ ਸੌਦਾ ਹੈ ਨਾ, ਕਿੰਨਾ ਸਸਤਾ ਹੈ। ਫਸਲਾਂ ਦਾ 6ਵਾਂ ਹਿੱਸਾ ਦਿਓ, ਬੱਚੇ ਵੀ ਸਲਾਮਤ, ਜਾਨ ਵੀ ਸਲਾਮਤ, ਲੜਨਾ ਵੀ ਨਹੀਂ ਪਵੇਗਾ, ਹਥਿਆਰ ਵੀ ਨਹੀਂ ਚੁੱਕਣੇ ਪੈਣਗੇ, ਘਰ ਨਹੀਂ ਛੱਡਣੇ ਪੈਣਗੇ, ਰੋਜ਼ ਮੌਤਾਂ ਨਹੀਂ ਹੋਣਗੀਆਂ, ਸਿਰਾਂ ਦੇ ਮੁੱਲ ਨਹੀਂ ਪੈਣਗੇ, ਤੁਹਾਡੇ ਉੱਪਰ ਕੋਈ ਹਮਲਾਵਰ ਨਹੀਂ ਹੋਵੇਗਾ। ਪਰ ਗੱਲ ਕਿੱਥੇ ਟਿਕੀ ਹੈ? ਪਾਤਸ਼ਾਹੀ ਦਾਅਵੇ ਦੇ ਉੱਪਰ। ਸਿੱਖ ਜਰਨੈਲਾਂ ਦਾ ਜਵਾਬ ਹੈ ਕਿ ਠੀਕ ਹੈ, ਇਹ ਨਜ਼ਰਾਨੇ ਦੇ ਕੇ ਅਸੀਂ ਸਰੀਰ ਬਚਾ ਸਕਦੇ ਹਾਂ, ਪਰ ਇਹਨਾਂ ਬਚਿਆਂ ਸਰੀਰਾਂ ਦਾ ਕੀ ਕਰਨਾ ਜੇ ਤੇਰੀ ਗੁਲਾਮੀ ਨੂੰ ਮੰਨ ਕੇ ਜ਼ਮੀਰਾਂ ਹੀ ਮਰ ਗਈਆਂ ਤੇ ਕੀ ਕਰਨਾ? ਉਸ ਵੇਲੇ ਜਿਹੜਾ ਜਵਾਬ ਸਿੱਖ ਜਰਨੈਲਾਂ ਨੇ ਲਿਖਤੀ ਰੂਪ 'ਚ ਭੇਜਿਆ, ਸਰਦਾਰ ਸੋਹਣ ਸਿੰਘ ਸੀਤਲ ਨੇ ਬਹੁਤ ਪਿਆਰਾ ਬਿਆਨ ਕੀਤਾ ਹੈ। ਕਹਿੰਦੇ ਉਹਦੇ ਆਏ ਲਿਖਤੀ ਸੁਨੇਹੇ ਦਾ ਜਵਾਬ ਸਿੱਖ ਜਰਨੈਲ ਲਿਖਤੀ ਰੂਪ 'ਚ ਭੇਜਦੇ ਨੇ। ਕਹਿੰਦੇ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ, ਮਿਲਾਂਗੇ ਉਸ ਨੂੰ ਰਣ ਵਿੱਚ ਹੱਥ ਤੇਗ ਉਠਾ ਕੇ, ਸ਼ਰਤਾਂ ਲਿਖਾਂਗੇ ਰੱਤ ਨਾਲ ਖੈਬਰ ਕੋਲ ਜਾ ਕੇ। ਸ਼ਾਹ ਨਜ਼ਰਾਨੇ ਸਾਥੋਂ ਭਾਲਦਾ ਇਉਂ ਈਨ ਮਨਾ ਕੇ, ਪਰ ਸ਼ੇਰ ਨਾ ਜਿਉਂਦੇ ਸੀਤਲਾ ਨੱਕ ਨੱਥ ਪਵਾ ਕੇ। ਗੱਲ ਇੱਥੇ ਟਿਕੀ ਹੈ। ਗੱਲ ਪਾਤਸ਼ਾਹੀ ਦਾਅਵੇ ਦੇ ਉੱਪਰ ਟਿਕੀ ਹੈ, ਗੱਲ ਆਜ਼ਾਦੀ ਦੇ ਉੱਪਰ ਟਿਕੀ ਹੈ, ਗੱਲ ਸਾਡੀ ਹੋਂਦ ਦੇ ਉੱਪਰ ਟਿਕੀ ਹੈ। ਔਰ ਪਾਤਸ਼ਾਹੀ ਦਾਅਵਾ, ਹੁਣ ਤੁਸੀਂ ਇੱਥੇ ਵੇਖ ਲਿਆ ਪਾਤਸ਼ਾਹੀ ਦਾਅਵਾ। ਪਾਤਸ਼ਾਹੀ ਦਾਅਵਾ ਜੇਕਰ ਮੈਦਾਨੇ ਜੰਗ ਦੇ ਵਿੱਚ ਕਾਇਮ ਹੈ ਤੇ ਤੁਹਾਨੂੰ ਗੱਲਬਾਤ ਦੇ ਵਿੱਚ ਵੀ ਪਾਤਸ਼ਾਹੀ ਦਾਅਵੇ ਨੂੰ ਕਾਇਮ ਰੱਖਣਾ ਪੈਂਦਾ ਹੈ। ਜੇਕਰ ਲੀਡਰਸ਼ਿਪ ਪਾਤਸ਼ਾਹੀ ਦਾਅਵੇ ਨੂੰ, ਜਾਂ ਜਿਹਨੂੰ ਅਸੀਂ ਕਹਿੰਦੇ ਕਲੇਮ ਔਨ ਥਰੋਨ, ਜੇਕਰ ਉਸ ਨੂੰ ਉਸ ਗੱਲਬਾਤ ਦੇ ਉੱਪਰ ਕਾਇਮ ਨਹੀਂ ਰੱਖਦੀ ਤਾਂ ਕਦੀ ਵੀ ਕੌਮ ਦੇ ਸਮਝੌਤੇ ਸਿਰੇ ਨਹੀਂ ਚੜ੍ਹਦੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਔਰ ਉਹਨਾਂ ਦੇ ਸਾਥੀਆਂ ਨੇ 1984 ਦੇ ਘੱਲੂਘਾਰੇ ਦੇ ਵਿੱਚ ਦੁਨੀਆ ਦੀ ਵਿਲੱਖਣ ਜੰਗ ਲੜੀ। ਉਹਨਾਂ ਨੇ ਦੱਸ ਦਿੱਤਾ ਕਿ ਦੁਨੀਆ ਦੀ 5ਵੇਂ ਨੰਬਰ ਦੀ ਫੌਜ ਦੇ ਸਾਹਮਣੇ ਇੰਨੇ ਕੁ ਸਿੰਘ ਜਿਹੜੇ ਨੇ ਛਾਤੀਆਂ ਢਾ ਕੇ ਲੜ ਸਕਦੇ ਨੇ। ਮੈਦਾਨੇ ਜੰਗ ਦੇ ਵਿੱਚ ਉਹਨਾਂ ਨੇ ਆਪਣੀ ਤਾਕਤ ਤੇ ਆਪਣੀ ਬਲਵਾਨਤਾ ਜਿਹੜੀ ਸੀ ਵਿਖਾ ਦਿੱਤੀ, ਪਰ ਜਿਹੜੀ ਧਿਰ ਨੇ ਟੇਬਲ ਟਾਕ ਕਰਨੀ ਸੀ ਉਹ ਧਿਰ ਕਮਜ਼ੋਰ ਨਿਕਲੀ ਸੀ। ਅਸੀਂ ਕੁਛ ਵੀ ਨਾ ਲੈ ਸਕੇ, ਉਹ ਧਿਰ ਕਮਜ਼ੋਰ ਨਿਕਲੀ ਜਿਨ੍ਹਾਂ ਦਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਉਹ ਧਿਰ ਟੇਬਲ ਟਾਕ ਦੇ ਉੱਪਰ ਉਸ ਹਾਣ ਦੀ ਨਾ ਨਿਕਲੀ ਜਿਸ ਹਾਣ ਦਾ ਸੰਘਰਸ਼ ਸੰਤ ਜਰਨੈਲ ਸਿੰਘ ਨੇ ਪੈਦਾ ਕੀਤਾ ਸੀ। ਸੋ ਇਸ ਕਰਕੇ ਜਿੰਨਾ ਤੁਹਾਡਾ ਵੱਡਾ ਸੰਘਰਸ਼ ਹੁੰਦਾ ਹੈ, ਜਿੱਡਾ ਵੱਡਾ ਪਾਤਸ਼ਾਹੀ ਦਾਅਵਾ ਤੁਸੀਂ ਸੰਘਰਸ਼ ਦੇ ਵਿੱਚ ਸਿਰਜਦੇ ਹੋ, ਉਹੀ ਪਾਤਸ਼ਾਹੀ ਦਾਅਵਾ ਤੁਹਾਨੂੰ ਟੇਬਲ ਦੇ ਉੱਪਰ ਵੀ ਤਾਂ ਰੱਖਿਆ ਜਾ ਸਕਦਾ ਹੈ ਜੇਕਰ ਤੁਸੀਂ ਸੰਘਰਸ਼ ਦੇ ਵਿੱਚ ਬਲਵਾਨ ਹੋ। ਹੁਣ ਅਗਲੀ ਗੱਲ, ਪਾਤਸ਼ਾਹੀ ਦਾਅਵਾ ਕਿਵੇਂ ਕਾਇਮ ਰੱਖਿਆ ਜਾਵੇ? ਵਕਤ ਦਾ ਮੈਨੂੰ ਦੱਸ ਦਿਓ ਜੀ, ਮੈਂ 1 ਘੰਟੇ ਤੋਂ ਵੱਧ ਲੈ ਗਿਆ। ਕਈ ਵਾਰੀ ਹੁੰਦਾ ਬੰਦਾ ਅੱਕ ਥੱਕ ਜਾਂਦਾ। ਠੀਕ ਹੈ ਜੀ। ਪਾਤਸ਼ਾਹੀ ਦਾਅਵਾ ਕਿੱਥੋਂ ਆ ਰਿਹਾ ਹੈ, ਕਿਸ ਤਰ੍ਹਾਂ ਦੇ ਨਾਲ, ਕਿਸ ਵਰਤਾਰੇ ਦੇ ਰੂਪ 'ਚ, ਕਿਸ ਤਰ੍ਹਾਂ ਟੇਬਲ ਟਾਕ ਦੇ ਉੱਪਰ ਕਾਇਮ ਰੱਖਿਆ ਜਾਂਦਾ ਹੈ? ਜਿਸ ਵੇਲੇ ਹੁਣ ਪਾਤਸ਼ਾਹੀ ਦਾਅਵੇ ਦੀ ਗੱਲ ਕਿੱਥੋਂ ਆ ਰਹੀ ਹੈ, ਬਾਰ-ਬਾਰ ਸਾਡੇ ਨੌਜਵਾਨਾਂ ਦੇ ਮਨਾਂ 'ਚ ਆਉਂਦਾ ਹੈ। ਮੇਰੀ ਕੱਲ੍ਹ ਦੀ ਗੱਲ ਹੈ, ਮੈਂ ਸਰਦਾਰ ਅਜਮੇਰ ਸਿੰਘ ਹੁਣਾਂ ਨਾਲ ਗੱਲ ਕਰ ਰਿਹਾ ਸੀ। ਮੈਂ ਹੁਣ ਲੈਕਚਰ ਕਰਨਾ ਨਹੀਂ ਚਾਹੁੰਦਾ ਜ਼ਿਆਦਾ, ਮੈਂ ਲਿਖਣਾ ਚਾਹੁੰਦਾ।
मैं कुछ नौजवानों को पढ़ाना चाहुंदा कि तुहाडी होंद की है, तुहाडी एग्जिस्टेंस की है। चाहे मेरे को 10 नौजवान ही क्यों ना हो, पातशाही दावा हुंदा की है, फैडरल स्ट्रक्चर अज के समय जंग किवें लड़ी जाती है। जिन्ना चिर तक साडे नौजवानों नूं इन्हां गल्लां प्रति क्लैरिटी ऑफ थॉट नहीं होवेगी, उन्ना चिर तक हमेशा कुछ लीडर भड़का के तुहाडे खून के उपर सियासत करते रहणगे और इंच ही हुंदा रहेगा। पर इनू समझना इस करके जरूरी है कि ये गल आ कित्थों रही है। ये गल आ तुहाडी शक्ति चों रही है, तो तुहाडी शक्ति गुरु दे कोल है। गुरु तो टुट के तुहाडे कोल कोई शक्ति नहीं। जे तुसी बाणी दे नाल जुड़े हो तां तुसी मजबूत हो, जेकर तुसी बाणी तो टुट गए हो तो कोई दुनिया दे च ऐसी टॉनिक जां ताकत नहीं जिहड़ी तुहाडे मन नूं शक्ति दे सके, वो केवल बाणी दे नाल है। जिस वेले नादर शाह ने हमला किया, नादर शाह दिल्ली का लाल किला फतेह करता है। हुण एक गल होर भी कर ली है, बड़ी जरूरी है। जदों लाल किले के उपर खालसाई निशान सब चढ़ाया गया, उस वेले बड़ियां गल्लां फैलियां जी, देश की विरासती इमारत की बेअदबी कर दी गई। बई इन्हां नूं बंदा पुछे भी देश की विरासती इमारत है कदों सी? ये देश की विरासती इमारत तो एक अमीर परिवार नूं ठेके ते दित्ती गई है, जिहड़ा टिकट लैके इसकी विखाउंदा है। ये तो डालमिया परिवार के कोल सी। ये देश की है कदों सी? फिर अगली गल, उसे ही इमारत के हैरीटेज कंपलैक्स दी रिपोर्टां पढ़ लो, किसी साडे सिख वीर ने एक इट भी तोड़ी होवे, एक इट का नुकसान नहीं किया उत्थे। पर जिहड़े मरट्टियां दे उपर माण करदे ने ना, मैं इन्हां नूं दसना चाहुंदा जदों मरट्टियां ने दिल्ली के उपर कब्जा किया, ये जिहड़ा ताज महल ते लाल किला ये इक्को ही आर्कीटैक्ट दे बनाए हुए ने। उस्ताद अहमद लाहौरी दे, लाहौर का रहण वाला सी। ये दोवें इमारतां उन्हें बनाईयां। जदों मरट्टियां ने दिल्ली के उपर कब्जा किया सी ते लाल किले दीयां छत्तां दे उपर जिहड़ी चांदी ते सोने की मीनाकारी हुई सी, वो भी ला के लै गए सी। उन्हां ने लुट्टिया सी, उन्हां दी इतिहास च गल नहीं आउंदी। सिखां ने एक इट नूं नहीं तोड़िया। कहा जाता सिखां ने देश की विरासती इमारत नूं बेअदब कर दिता, नहीं किया। जे असीं उत्थे खालसाई निशान सब झुला भी दिता ना, तो इस देश नूं ये गल याद रखनी पवेगी कि जिहड़े लोग इंडियन नैशनल आर्मी जनरल मोहन सिंह हुणी, उन्हां दी फौज के जिन्ने भी जरनैल इस देश नूं आज़ाद कराउण दे वास्ते लड़ते रहे ने, उन्हां सारियां दे उपर तशद्दद लाल किले च हुंदा रहा। 1986 तक भी जिहड़े 84 च नौजवान साडे फड़े जांदे सी, उन्हां नूं जिहड़ियां इंडिया दीयां इन्वैस्टीगेशन एजेंसीज ने, वो लाल किले आर्मी दे कोल सी। उत्थे इन्वैस्टीगेशन सेंटर सी, पुछ पड़ताल उत्थे कीती जांदी सी। ये तशद्दद दा केंद्र बना दिता सी। जिस नूं तशद्दद दा केंद्र बना दिता, वो तुहाडी विरासती इमारत कित्थों रह गया? वो तुहाडी विरासत, तुहाडा गौरव कित्थों रह गया जिसनूं तुसीं एक टॉर्चर सेंटर बना दिता है। मैं कहना किते दुनिया के होर देश दे विच हुंदा, तुसीं चैकोस्लोवाकिया च जाके वेखो, तुसीं जर्मन च जाके वेखो, जिहड़ियां थावां दे उपर जिहड़े किलियां दे विच घट गिणती कौमां के उपर तशद्दद होए ने, उन्होंने टॉर्चर म्यूजियम बनाए ने। इहदा नां तां टॉर्चर म्यूजियम होना चाहिए सी, तशद्दद दा म्यूजियम होना चाहिए सी। जिन्ना इस किले दे विच लोकां ते तशद्दद होया, साडी तां हुण दी गल ही छड्ड दो। बंदा सिंह बहादुर नूं कित्थे कैद रखिया गया? सलीमगढ़ के किले च। उस तो पहलां चले जाइए, औरंगजेब ने अपनी बेटी नूं, अपने बेटे नूं, अपने भतीजिਆਂ नूं इत्थे ही कैद रखिया ते इत्थे मारिया, ते इसे कतलगाह दे विचों गुरु तेग बहादुर साहब की शहादत का फतवा जारी होया। साडे लई किहड़ी विरासत है? खैर, एक होर गल भी कर लईए चलदे चलदे। तुसीं वेखिया होना कि कामरोड शायद ना उहदा बलकौर सिंह है ना, उन्हें एक चैनल के उपर कहा जी सिख तां कमले ने कि लाल किले तो जिहड़े सिख जरनैल सी ये पत्थर चुक के लै गए। वो पत्थर पता की सी? वो एक लाल पत्थर, वो लाल पत्थर तख्ते ताऊस का आधार सी, प्लेटफॉर्म सी, जिहड़ा अज भी रामगढ़िया बुंगे दे विच दरबार साहब पिया। सिखां ने वो क्यों लिआंदा? तख्ते ताऊस नूं जिन्ना भी उहदे उपर शमियाने दे विच हीरे मोती जवाहर लाल माणक लगदे सी, वो ते सारा लुट के लै गया नादर शाह, पीकॉक थ्रोन जिसनूं कहा जाता सी।
ਸਿੱਖਾਂ ਨੇ ਲਾਲ ਕਿਲੇ ਦੀ ਲੁੱਟਮਾਰ ਬਿਲਕੁਲ ਨਹੀਂ ਕੀਤੀ। ਸਿੱਖਾਂ ਨੇ ਕੇਵਲ ਤੇ ਕੇਵਲ ਉਹ ਪੱਥਰ ਚੁੱਕ ਕੇ ਲਿਆਂਦਾ ਜਿਸ ਪੱਥਰ ਦੇ ਉੱਪਰ ਗੁਰੂ ਤੇਗ ਬਹਾਦਰ ਸਾਹਿਬ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਨੂੰ ਸ਼ਹੀਦ ਕਰਨ ਦੇ ਫਰਮਾਨ ਜਾਰੀ ਕੀਤੇ ਸੀ। ਵੀ ਇਸ ਤਖਤ ਦੇ ਉੱਪਰ ਉਹ ਥਰੋਨ ਲੱਗਿਆ ਕਰਦਾ ਸੀ। ਇਸ ਤਖਤ ਦੀ ਸਜਾਵਟ ਹੋ ਕੇ ਫਿਰ ਸਿੱਖਾਂ ਦੇ ਜਨਤੇ ਕਤਲੇਆਮ ਦੇ ਐਲਾਨ ਜਾਰੀ ਕੀਤੇ ਜਾਂਦੇ ਸੀ। ਸਿੱਖਾਂ ਨੇ ਤਾਂ ਉਹ ਪੱਥਰ ਲਿਆਂਦਾ, ਲੁੱਟਮਾਰ ਜਿਨ੍ਹਾਂ ਨੇ ਕੀਤੀ ਇਹ ਮਿਹਣਾ ਉਹਨਾਂ ਦੇ ਵਾਸਤੇ ਹੋ ਸਕਦਾ ਹੈ। ਸਿੱਖਾਂ ਨੇ ਤਾਂ ਉਹ ਪੱਥਰ ਲਿਆਂਦਾ ਜਿਹਦੇ ਉੱਪਰ ਜ਼ੁਲਮ ਦੇ ਫਤਵੇ ਦੇਣ ਵਾਲਾ ਬਾਦਸ਼ਾਹ ਆਪਣਾ ਸਿੰਘਾਸਨ ਸਜਾ ਕੇ ਬੈਠਦਾ ਸੀ। ਅਸੀਂ ਸਿੰਘਾਸਨ ਨਹੀਂ ਲਿਆਂਦਾ, ਅਸੀਂ ਲੁੱਟਮਾਰ ਨਹੀਂ ਕੀਤੀ। ਖੈਰ, ਨਾਦਰ ਸ਼ਾਹ ਜਦੋਂ ਆਉਂਦਾ ਹੈ ਲਾਹੌਰ ਦਾ ਉਸ ਵੇਲੇ ਗਵਰਨਰ ਜ਼ਕਰੀਆ ਖਾਨ, ਨਾਦਰ ਸ਼ਾਹ ਨੂੰ ਆਉਂਦਿਆਂ ਆਉਂਦਿਆਂ ਰਾਹ ਦੇ ਵਿੱਚੋਂ ਸਿੱਖ ਕਾਫੀ ਹੌਲਾ ਕਰ ਦਿੰਦੇ ਨੇ ਤੇ ਅਖੀਰ ਜਦੋਂ ਲਾਹੌਰ ਪਹੁੰਚਦਾ ਹੈ ਤੇ ਜ਼ਕਰੀਆ ਖਾਨ ਨੂੰ ਇੱਕ ਸਵਾਲ ਕਰਦਾ, ਕਹਿੰਦਾ ਇਹ ਕੌਣ ਨੇ ਜਿਨ੍ਹਾਂ ਮੈਨੂੰ ਲੁੱਟਿਆ? ਕਹਿੰਦਾ ਸਿੱਖ। ਕਹਿੰਦਾ ਰਹਿੰਦੇ ਕਿੱਥੇ ਨੇ? ਕਹਿੰਦਾ ਜੰਗਲਾਂ 'ਚ। ਕਹਿੰਦਾ ਘਰ ਇਹਨਾਂ ਦੇ? ਕਹਿੰਦਾ ਘੋੜਿਆਂ ਦੀਆਂ ਕਾਠੀਆਂ ਤੇ। ਕਹਿੰਦਾ ਖਾਂਦੇ ਕੀ ਨੇ? ਕਹਿੰਦਾ ਇਹ ਤਾਂ ਨਹੀਂ ਪਤਾ, ਖਾਂਦੇ ਕਿਵੇਂ ਨੇ ਇਹ ਦੱਸ ਸਕਦਾ? ਕਹਿੰਦਾ ਦੱਸ। ਕਹਿੰਦਾ ਲੰਗਰ ਤਿਆਰ ਕਰਦੇ ਨੇ, ਨਗਾਰਾ ਵਜਾਉਂਦੇ ਨੇ, ਫਿਰ ਉੱਚੀ ਆਵਾਜ਼ 'ਚ ਕਹਿੰਦੇ ਨੇ ਭੂਖਾ ਦੇਤ ਆਵਾਜ਼ਾਂ ਕੋਈ ਆਵੋ ਦੇਗ ਤਿਆਰ ਗੁਰ ਹੋਈ। ਸਾਡਾ ਲੰਗਰ ਤਿਆਰ ਹੈ, ਸਾਡੀ ਆਵਾਜ਼ ਜਿੱਥੋਂ ਤੱਕ ਜਾ ਰਹੀ ਦੁਸ਼ਮਣ ਵੀ ਸੁਣ ਰਿਹਾ ਤੇ ਆ ਕੇ ਲੰਗਰ ਛਕ ਲਵੇ। ਨਾਦਰ ਸ਼ਾਹ ਹੱਸਿਆ, ਬਹੁਤ ਉੱਚੀ ਹੱਸਿਆ। ਬੜੀ ਅਜੀਬ ਜੀ ਕਮਲੀ ਜੀ ਕੌਮ ਹੈ, ਕਮਲੀ ਜੀ ਕੌਮ ਹੈ ਨਾ, ਕਿਵੇਂ ਦੀਆਂ ਗੱਲਾਂ ਕਰਦੇ ਨੇ। ਲੰਗਰ ਤਿਆਰ ਕਰਨਾ, ਦੁਸ਼ਮਣ 'ਚ ਘਿਰੇ ਹੋਣਾ ਤੇ ਮੁੜ ਕੇ ਦੁਸ਼ਮਣ ਨੂੰ ਹੀ ਆਵਾਜ਼ ਦੇਣੀ ਆ ਕੇ ਖਾ ਲਓ। ਕਹਿੰਦਾ ਜੇ ਦੁਸ਼ਮਣ ਆ ਜਾਵੇ? ਕਹਿੰਦਾ ਆ ਜਾਵੇ। ਕਹਿੰਦਾ ਜੇ ਖਾ ਲਵੇ? ਕਹਿੰਦਾ ਖਾ ਲਵੇ। ਕਹਿੰਦਾ ਜੇ ਦੁਸ਼ਮਣ ਸਾਰਾ ਹੀ ਲੰਗਰ ਖਾ ਲਵੇ, ਇਹਨਾਂ ਦੇ ਵਾਸਤੇ ਬਚੇ ਹੀ ਕੁਛ ਨਾ। ਕਹਿੰਦਾ ਫੇਰ ਵੀ ਆਪਣੇ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖਲੋ ਜਾਂਦੇ ਨੇ ਤੇ ਬੱਚੇ ਤੋਂ ਦਾਨਾ ਆਪ ਖਲੇ ਹੈ, ਨਹੀਂ ਤਾਂ ਲੰਗਰ ਮਸਤ ਬਤੇ ਹੈ। ਫਿਰ ਕਹਿੰਦਾ ਇਹਨਾਂ ਦੇ ਬੋਲਿਆਂ 'ਚ ਕਿਹਾ ਜਾਂਦਾ ਲੰਗਰ ਮਸਤਾਨਾ ਹੋ ਗਿਆ, ਪਰ ਪਾਤਸ਼ਾਹ ਖੁਸ਼ੀ ਬੜੀ ਆ, ਬੇਸ਼ੱਕ ਅਸੀਂ ਆਪਣੇ ਦੁਸ਼ਮਣ ਨੂੰ ਹੀ ਖਵਾ ਦਿੱਤਾ। ਫਿਰ ਉਹਨੇ ਪਤਾ ਕੀ ਕਿਹਾ ਸੀ? ਉਹਨੇ ਫਾਰਸੀ 'ਚ ਇੱਕ ਗੱਲ ਕਹੀ ਸੀ ਨਾਦਰ ਸ਼ਾਹ ਨੇ ਜ਼ਕਰੀਆ ਖਾਨ ਨੂੰ, ਅਜ਼ੀਂ ਕੌਮ ਮੇ ਬੂਦ ਸ਼ਾਹੀ ਆਮਦ। ਅਜ਼ੀਂ ਕੌਮ, ਇਸ ਕੌਮ ਦੇ ਵਿੱਚੋਂ ਬੂ ਸੁਗੰਧ, ਬਾਦਸ਼ਾਹੀ ਬਾਦਸ਼ਾਹਤ ਆਮਦ। ਫਿਰ ਜੇ ਕੌਮ ਦੇ ਵਿੱਚ ਇੰਨੇ ਗੁਣ ਨੇ ਨਾ, ਇਸ ਕੌਮ ਦੇ ਵਿੱਚੋਂ ਮੈਨੂੰ ਬਾਦਸ਼ਾਹਤ ਦੀ ਬੋ ਆਉਂਦੀ ਹੈ, ਬਾਦਸ਼ਾਹਤ ਦੀ ਬੋ ਆਉਂਦੀ ਹੈ। ਇਹ ਰਾਜ ਕਰਨਗੇ। ਕਹਿੰਦਾ ਫਿਰ ਕਹਿੰਦਾ ਮਾਰਿਆ ਨਹੀਂ ਮੁੱਕਣੇ। ਕਹਿੰਦਾ ਇਹ ਤੇ ਸਾਨੂੰ ਵੀ ਪਤਾ, ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਿਓ ਹੈ। ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਇੱਕ ਆਬੇ ਹਯਾਤ ਦਾ ਦੇ ਦਿੱਤਾ ਹੈ ਚਸ਼ਮਾ, ਇਹ ਨਹੀਂ ਮੁੱਕਦੇ। ਕਹਿੰਦਾ ਫਿਰ ਉਹਨਾਂ ਦੀ ਅਜ਼ਾਨ ਦਾ ਵਕਤ ਅਸੀਂ 2 ਮਿੰਟ ਲਾ ਲਈਏ। ਹਾਂਜੀ, ਆਓ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਇੱਕ ਵਾਰੀ ਫਿਰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਹਿੰਦਾ ਹੁਣ ਇਹ ਮੈਦਾਨੇ ਜੰਗ 'ਚ ਖਤਮ ਨਹੀਂ ਕੀਤੇ ਜਾ ਸਕਦੇ। ਕੋਈ ਅਹੁਦਾ ਦੇ ਕੇ, ਕੋਈ ਲਾਲਚ ਦੇ ਕੇ, ਕੋਈ ਜ਼ਗੀਰ ਦੇ ਕੇ ਤਾਂ ਵਰਚਾਇਆ ਜਾ ਸਕਦਾ ਹੈ, ਖਤਮ ਨਹੀਂ ਕੀਤੇ ਜਾ ਸਕਦੇ। ਜ਼ਕਰੀਆ ਖਾਨ ਦੇ ਕੋਲ ਸਰਕਾਰੀ ਵਕੀਲ ਦੀ ਨੌਕਰੀ ਕਰਦੇ ਸੀ ਜੰਬਰ ਪਿੰਡ ਦੇ ਰਹਿਣ ਵਾਲੇ ਸਰਦਾਰ ਸ਼ਬੇਕ ਸਿੰਘ, ਜਿਨ੍ਹਾਂ ਦੇ ਪੁੱਤਰ ਸ਼ਾਹਬਾਜ਼ ਸਿੰਘ ਸਮੇਤ
ਚੱਕਰੀ ਤੇ ਚੜ੍ਹ ਕੇ ਸ਼ਹੀਦ ਕੀਤਾ ਗਿਆ ਸੀ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਿੱਖ ਹੋ, ਸਿੱਖਾਂ ਦੇ ਨਾਲ ਗੱਲਬਾਤ ਕਰੋ। ਜੰਬਰ ਪਿੰਡ ਪਾਕਿਸਤਾਨ ਲਾਹੌਰ ਦੇ ਕੋਲ ਹੈ। ਤੀਸਰੇ ਪਾਤਸ਼ਾਹ ਦੇ ਸਮੇਂ ਇਹ ਪਰਿਵਾਰ ਸਿੱਖੀ ਦੇ ਵਿੱਚ ਆਇਆ ਸੀ, ਤੁਸੀਂ ਜਾ ਕੇ ਗੱਲ ਕਰੋ। ਇਹਨਾਂ ਨੂੰ ਦਿੱਤੀ ਗਈ 3 ਪਿੰਡਾਂ ਦੀ ਜ਼ਗੀਰ, ਝਬਾਲ, ਕੰਗਨਵਾਲ ਤੇ ਦੀਪਾਲਪੁਰ। 3 ਪਿੰਡਾਂ ਦੀ ਜ਼ਗੀਰ, 1 ਲੱਖ ਰੁਪਈਆ ਨਗਦ, 2 ਕੜਿਆਂ ਦੀ ਜੋੜੀ, 1 ਕਲਗੀ, 1 ਜ਼ਿਗਾ, 1 ਕਿਰਪਾਨ, ਇਹ ਸਾਰੀਆਂ ਚੀਜ਼ਾਂ ਦੇ ਕੇ ਦਰਬਾਰ ਸਾਹਿਬ ਤੋਰ ਦਿੱਤਾ। ਹੁਣ ਮੇਰਾ ਇਹ ਆਖਰੀ ਜਿਹੜਾ ਗੱਲ ਹੈ, ਇਹਨੂੰ ਸਮਝਣ ਦਾ ਯਤਨ ਕਰਿਓ। ਲੀਡਰਸ਼ਿਪ ਕੀ ਹੁੰਦੀ ਹੈ, ਉਹ ਆਪਣਾ ਪਾਤਸ਼ਾਹੀ ਦਾਵਾ ਕਾਇਮ ਕਿਵੇਂ ਰੱਖਦੀ ਹੈ। ਹੁਣ ਸ਼ਬੇਕ ਸਿੰਘ ਕੋਈ ਲੜਨ ਤਾਂ ਨਹੀਂ ਆਇਆ ਨਾ, ਸ਼ਬੇਕ ਸਿੰਘ ਗੱਲ ਕਰਨ ਵਾਸਤੇ ਆਇਆ। ਸ਼ਬੇਕ ਸਿੰਘ ਜਦੋਂ ਅੰਦਰ ਜਾਣ ਲੱਗਾ ਨਾ, ਦੋਵਾਂ ਸਿੰਘਾਂ ਨੇ ਰੋਕ ਦਿੱਤਾ। ਜਿਹੜੇ ਬਾਹਰ ਪਹਿਰੇ ਤੇ ਸਿੰਘ ਨੇ ਨਾ, ਇੱਕ ਨੇ ਬਰਸ਼ਾ ਉੱਧਰ ਕਰ ਦਿੱਤਾ, ਇੱਕ ਨੇ ਉੱਧਰ। ਸ਼ਬੇਕ ਸਿੰਘ ਜੀ ਅੰਦਰ ਨਹੀਂ ਜਾ ਸਕਦੇ, ਤੁਸੀਂ ਸਰਕਾਰ ਵਾਲੇ ਪਾਸਿਓਂ ਆਏ ਹੋ, ਅੰਦਰ ਖਾਲਸਾ ਬੈਠਾ ਹੈ, ਸਿੱਖ ਦਾ ਕਰਤੱਵ। ਤੇ ਸਰਦਾਰ ਸ਼ਬੇਕ ਸਿੰਘ ਪਤਾ ਕੀ ਕਹਿੰਦੇ ਨੇ? ਪੰਥ ਪ੍ਰਕਾਸ਼ ਦੇ ਸ਼ਬਦ ਬੜੇ ਪਿਆਰੇ ਨੇ। ਪੰਥ ਖਾਲਸਾ ਬਖਸ਼ਣ ਜੋਗ, ਹਮ ਆਮਕ ਘਰ ਬਾਰੀ ਲੋਕ। ਅਸੀਂ ਘਰ ਬਾਰੀ ਲੋਕ ਆ, ਮੈਂ ਆਮ ਵਿਅਕਤੀ ਹਾਂ। ਪੰਥ ਉੱਚਾ ਹੈ, ਪੰਥ ਬਖਸ਼ਣਯੋਗ ਹੈ। ਪੰਥ ਦੇ ਕੋਲੋਂ ਹੁਕਮ ਕਰੋ ਕਿ ਮੈਂ ਅੰਦਰ ਆ ਸਕਦਾ। ਪੰਥ ਨੇ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਹੁਕਮ ਕੀਤਾ ਕਿ ਸ਼ਬੇਕ ਸਿੰਘ ਅੰਦਰ ਆ ਸਕਦਾ। ਹੁਣ ਸ਼ਬੇਕ ਸਿੰਘ ਨੇ ਸਭ ਤੋਂ ਪਹਿਲਾਂ ਉਹ ਨਵਾਬੀ ਦੀ ਖਿੱਲਤ ਰੱਖੀ ਹੈ ਸਰਦਾਰ ਦਰਬਾਰਾ ਸਿੰਘ ਦੇ ਕੋਲ। ਦਰਬਾਰਾ ਸਿੰਘ ਉਸ ਵੇਲੇ ਕੌਮ ਦੇ ਜਥੇਦਾਰ ਨੇ। ਦਰਬਾਰਾ ਸਿੰਘ ਦੇ ਸਾਹਮਣੇ ਖਿੱਲਤ ਰੱਖੀ ਤੇ ਦਰਬਾਰਾ ਸਿੰਘ ਕੌਮ ਦਾ ਧਾਰਮਿਕ ਤੇ ਰਾਜਨੀਤਿਕ ਲੀਡਰ ਹੈ। ਬੇਸ਼ੱਕ ਕੌਮ ਦਾ ਜਥੇਦਾਰ ਹੈ, ਪਰ ਉਹਦੀ ਰਾਜਨੀਤੀ ਧਰਮ ਦੇ ਅਧੀਨ ਚੱਲ ਰਹੀ ਹੈ। ਉਹਦੇ ਵਾਸਤੇ ਰਾਜਨੀਤੀ ਧਰਮ ਤੋਂ ਉੱਚੀ ਨਹੀਂ ਹੈ। ਹੁਣ ਉਹ ਆਪਣੇ ਪਾਤਸ਼ਾਹੀ ਨੂੰ ਕਾਇਮ ਕਿਵੇਂ ਰੱਖਦੇ ਨੇ? ਉਹ ਸਰਦਾਰ ਸ਼ਬੇਕ ਸਿੰਘ ਕਹਿੰਦੇ ਨੇ ਕਿ ਆਹ ਨਵਾਬੀ ਦੀ ਜ਼ਗੀਰ ਹੈ, ਤੁਸੀਂ ਸਵੀਕਾਰ ਕਰ ਲਓ, ਨਵਾਬੀ ਲੈ ਲਓ, ਸਰਕਾਰ ਤੁਹਾਡੇ ਨਾਲ ਸੁਲ੍ਹਾ ਚਾਹੁੰਦੀ ਹੈ। ਤੇ ਸਰਦਾਰ ਦਰਬਾਰਾ ਸਿੰਘ ਦਾ ਜਵਾਬ ਪਤਾ ਕੀ ਹੈ? ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤਕੋ ਜਾਂ ਅਗਲੋ ਪਾਵਾ। ਸ਼ਬੇਕ ਸਿੰਘ ਇਹ ਤਾਂ ਗੱਲ ਹੀ ਨਹੀਂ ਹੈ ਨਾ। ਹਮ ਕੋ ਪਾਤਸ਼ਾਹੀ ਨਾਨਕ ਦਈ, ਗੁਰੂ ਨਾਨਕ ਨੇ ਸਾਨੂੰ ਪਾਤਸ਼ਾਹੀ ਦਿੱਤੀ ਹੈ, ਅਸੀਂ ਪਾਤਸ਼ਾਹੀ ਦਾਵਾ ਰੱਖਦੇ ਹਾਂ। ਕਲੇਮ ਔਨ ਥਰੋਨ, ਰਾਜ ਸੱਤਾ ਦੇ ਉੱਪਰ ਕਾਬਜ਼ ਰੱਖਣ ਦਾ ਦਾਵਾ ਅਸੀਂ ਕਲੇਮ ਰੱਖਦੇ ਹਾਂ। ਪਰ ਮੈਂ ਤੈਨੂੰ ਇੱਕ ਗੱਲ ਦੱਸ ਦੇਵਾਂ ਕਿ ਮੇਰੇ ਕੋਲ ਆਲਰੇਡੀ ਗੁਰੂ ਨਾਨਕ ਦੀ ਦਿੱਤੀ ਪਾਤਸ਼ਾਹੀ ਹੈ। ਸ਼ਬੇਕ ਸਿੰਘ ਕਹਿੰਦਾ ਕਿਵੇਂ? ਕਹਿੰਦਾ ਜਿੰਨਾ ਚਿਰ ਪਾਤਸ਼ਾਹੀ ਦਾਵਾ ਮਨ ਦੇ ਵਿੱਚ ਹੈ ਤੇ ਮੈਦਾਨੇ ਜੰਗ ਦੇ ਵਿੱਚ ਲੜ ਕੇ ਪਾਤਸ਼ਾਹੀ ਲਵਾਂਗੇ ਤਾਂ ਵੀ ਬਾਦਸ਼ਾਹ, ਤੇ ਲੜ ਕੇ ਸ਼ਹੀਦ ਹੋ ਜਾਵਾਂਗੇ, ਗੁਰੂ ਦੀ ਗੋਚ ਜਾਵਾਂਗੇ ਤਾਂ ਵੀ ਪਾਤਸ਼ਾਹ। ਸ਼ਬੇਕ ਸਿੰਘ ਬੜਾ ਹੈਰਾਨ ਹੈ ਵੀ ਕਿਵੇਂ ਦੇ ਆਗੂ। ਫਿਰ ਉਹ ਸੋਚਦਾ ਕਿ ਜਥੇਦਾਰ 5 ਸਿੰਘਾਂ ਦੇ ਹੁਕਮ ਨੂੰ ਨਹੀਂ ਮੋੜ ਸਕਦਾ। 5 ਪਿਆਰੇ ਬੈਠੇ ਨੇ, ਔਰ 5 ਪਿਆਰਿਆਂ 'ਚ ਪਤਾ ਕੌਣ ਬੈਠਾ ਹੈ? ਬਾਬਾ ਦੀਪ ਸਿੰਘ ਸ਼ਹੀਦ, ਸਰਦਾਰ ਕਰਮ ਸਿੰਘ ਸ਼ਹੀਦ, ਸਰਦਾਰ ਬੁੱਢਾ ਸਿੰਘ, ਮਹਾਰਾਜਾ ਰਣਜੀਤ ਸਿੰਘ ਦਾ ਪੜਦਾਦਾ। ਇਹਨਾਂ ਤੋਂ ਇਲਾਵਾ ਸਰਦਾਰ ਜੱਸਾ ਸਿੰਘ, ਸਰਦਾਰ ਹਰੀ ਸਿੰਘ, ਇਹ 5 ਸਿੰਘ ਬੈਠੇ ਨੇ। ਹੁਣ ਜਿਨ੍ਹਾਂ ਦੇ ਕੋਲ ਨਵਾਬੀ ਆਈ ਹੈ ਕਿ ਜੇ ਜਥੇਦਾਰ ਨੇ ਗੱਲ ਨਹੀਂ ਮੰਨੀ, 5 ਪਿਆਰਿਆਂ ਤੋਂ ਉੱਪਰ ਤੇ ਕੋਈ ਚੀਜ਼ ਨਹੀਂ ਆ। ਹੁਣ ਤਾਂ ਸਾਡੇ ਤੁਸੀਂ ਵੇਖ ਹੀ ਲਿਆ ਕੀ ਹੋ ਰਿਹਾ ਜੀ। ਅਕਾਲੀ ਦਲ ਹਾਰ ਰਿਹਾ ਤੇ ਜਥੇਦਾਰ ਕਹਿ ਰਹੇ ਕੌਮ ਬਦਤਮੀਜ਼ ਹੋ ਗਈ। ਬੜੀ ਅਜੀਬ ਗੱਲ ਹੈ, ਬੜੀ ਅਜੀਬ ਗੱਲ ਹੈ ਵੀ ਸਾਡਾ 5 ਸਿੰਘਾਂ ਦਾ ਜਿਹੜਾ ਲੈਵਲ ਹੈ ਉਹ ਕੀ ਸੀ, ਸਾਡੇ 5 ਸਿੰਘਾਂ ਦਾ ਜਿਹੜਾ ਪੱਧਰ ਹੈ ਉਹ ਕੀ ਸੀ, ਉਹਨਾਂ ਦਾ ਰੂਹਾਨੀਅਤ ਦਾ ਦਾਇਰਾ, ਉਹਨਾਂ ਦਾ ਰਾਜਨੀਤੀ ਨੂੰ ਸਮਝਣ ਦਾ ਦਾਇਰਾ, ਉਹਨਾਂ ਦੀ ਆਪਣੇ ਅਹੁਦੇ ਦੇ ਪ੍ਰਤੀ ਜਿਹੜੀ ਵਚਨਬੱਧਤਾ ਕਿਵੇਂ ਦੀ ਸੀ। ਕਿ ਗੁਰੂ ਨੇ 5 ਨੂੰ ਕੀ ਕਿਹਾ ਸੀ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸਾ ਮੇਰੋ ਕਹੀਅਤ ਬਿਰਦ, ਹਉ ਖਾਲਸੇ ਕੋ ਖਾਲਸਾ ਮੇਰੋ ਓਤ ਪੋਤ ਸਾਗਰ ਬੰਦੇਰੋ। ਮੇਰਾ ਗੁਰੂ ਦਾ ਖਾਲਸਾ ਤਾਂ ਉਹ ਗੱਲ ਕਰੇਗਾ ਜਿਹੜਾ ਗੁਰੂ ਦੀ ਹਿਰਦੇ ਦੇ ਵਿੱਚ ਹੈ। ਗੁਰੂ ਦਾ ਖਾਲਸਾ ਗੁਲਾਮੀ ਨਹੀਂ ਕਰੇਗਾ ਕਿਸੇ ਰਾਜਨੀਤਿਕ ਵਿਅਕਤੀ ਦੀ। ਹੁਣ ਇੱਥੇ ਜਿਹੜੇ ਸਾਡੇ 5 ਸਿੰਘ ਸਾਹਿਬਾਨ ਨੇ, ਉਹ ਸ਼ਬੇਕ ਸਿੰਘ ਨੂੰ ਜਵਾਬ ਪਤਾ ਕੀ ਕਹਿੰਦੇ ਨੇ? ਕਹਿੰਦੇ ਪਾਤਸ਼ਾਹੀ ਛੱਡ ਕਿਵੇਂ ਲੇਵੇਂ ਨਵਾਬੀ, ਇਤ ਉਤ ਕਿਮ ਹਮ ਕਰੇ ਖਰਾਬੀ। ਇਹ ਕਿਵੇਂ ਦੀ ਗੱਲ ਹੋਈ ਸ਼ਬੇਕ ਸਿੰਘ? 5 ਪਿਆਰਿਆਂ ਦਾ ਅਹੁਦਾ, ਇਹ ਤੋਂ ਵੱਡਾ ਅਹੁਦਾ ਤੇ ਕੋਈ ਹੋ ਹੀ ਨਹੀਂ ਸਕਦਾ, ਤੇ ਇੱਕ ਛੋਟੀ ਜੀ ਨਵਾਬੀ ਲੈਣ ਦੇ ਵਾਸਤੇ ਗੁਰੂ ਦੀ ਦਿੱਤੀ ਪਾਤਸ਼ਾਹੀ ਨੂੰ ਛੱਡ ਦਈਏ, ਇਸ ਬਾਦਸ਼ਾਹਤ ਨੂੰ ਛੱਡ ਦਈਏ। ਇਹ ਤਾਂ ਬਾਦਸ਼ਾਹਤ ਸਾਡੇ ਕੋਲ ਇੰਝ ਹੀ ਰਹੇਗੀ ਜਿੰਨਾ ਚਿਰ ਗੁਰੂ ਦਾ ਹੱਥ ਸਾਡੇ ਸਿਰ ਤੇ। ਫਿਰ ਕਿਹਾ ਗਿਆ ਕਿ ਹੁਣ 5 ਪਿਆਰਿਆਂ ਤੋਂ ਉੱਪਰ ਵੀ ਕੁਛ ਹੈ ਨਾ, ਗੁਰੂ ਦਾ ਹੁਕਮ
ਵਾਕ ਲਿਆ ਗਿਆ। ਕੁਦਰਤ ਸਿੰਘ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰ ਰਹੇ ਸੀ, ਉਹ ਉੱਚੀ ਆਵਾਜ਼ ਦੇ ਵਿੱਚ ਪੜ੍ਹ ਰਹੇ ਸੀ, ਟਹਿਲ ਮਹਿਲ ਤਾਂ ਕੋ ਮਿਲੇ ਜਾ ਕੋ ਸਾਧ ਕਿਰਪਾਲ। ਇਸੇ ਗੱਲ ਨੂੰ ਹੁਕਮ ਮੰਨ ਲਿਆ ਗਿਆ ਕਿ ਇਹ ਨਵਾਬੀ ਉਹਦੀ ਝੋਲੀ 'ਚ ਪਾ ਦਿਓ ਜਿਹੜੀ ਸੇਵਾ ਕਰ ਰਿਹਾ। ਤੇ ਸੇਵਾ ਕਰ ਰਿਹਾ ਸੀ ਫੈਜ਼ਲਪੁਰੀਏ ਦਾ ਸਰਦਾਰ ਕਪੂਰ ਸਿੰਘ ਵਿਰਕ। ਹਯਾਤ ਖਾਨ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੜ ਕੇ ਆਇਆ ਸੀ, ਖੱਬੇ ਹੱਥ ਤੇ ਵੀ ਫੱਟ ਲੱਗਾ ਸੀ, ਮੱਥੇ ਤੇ ਵੀ ਫੱਟ ਲੱਗਾ ਸੀ, ਖੂਨ ਵਿਆਹ ਹੋਇਆ ਸੀ, ਪਰਨਾ ਬੰਨਿਆ ਸੀ ਸਿਰ ਤੇ, ਦਸਤਾਰ, ਸੰਗਤ ਦੇ ਵਿੱਚ ਪੱਖੇ ਦੀ ਸੇਵਾ ਕਰ ਰਿਹਾ ਸੀ। ਉਹਨੂੰ ਕਿਹਾ ਗਿਆ ਕਪੂਰ ਸਿੰਘ ਇੱਧਰ ਆ। ਕਹਿੰਦਾ ਹੁਕਮ। ਕਹਿੰਦੇ ਤੇਰੀ ਝੋਲੀ 'ਚ ਨਵਾਬੀ ਪਾਉਣੀ ਹੈ। ਕਹਿੰਦਾ ਸੇਵਾ ਕਰਨ ਦੇ ਤੋਂ ਵੱਡੀ ਪਾਤਸ਼ਾਹੀ ਕਿਹੜੀ ਹੈ? ਹਮਕੋ ਲੋੜ ਨਵਾਬੀ ਨਹੀਂ, ਹਮਕੋ ਪਾਤਸ਼ਾਹੀ ਨਾਨਕ ਦਈ। ਇੱਥੇ ਮੇਰਾ ਵੀ ਦਾਵਾ। ਹੁਣ ਤੁਸੀਂ ਵੇਖੋ ਸਿੱਖ ਆਗੂ ਦਾ ਦਾਵਾ ਕੀ ਆ, ਸਿੱਖ ਪੰਜ ਪਿਆਰਿਆਂ ਦਾ ਦਾਵਾ ਕੀ ਆ, ਤੇ ਇੱਕ ਆਮ ਸਿੱਖ ਦਾ ਦਾਵਾ ਕੀ ਆ। ਗੱਲ ਇੱਕੋ ਹੀ ਹੈ, ਹਮਕੋ ਪਾਤਸ਼ਾਹੀ ਨਾਨਕ ਦਈ, ਹਮ ਰਾਖਤ ਪਾਤਸ਼ਾਹੀ ਦਾਵਾ। ਸਰਦਾਰ ਰਤਨ ਸਿੰਘ ਭੰਗੂ ਨੂੰ ਕੈਪਟਨ ਮਰੇ ਨੇ ਪੁੱਛਿਆ ਸੀ, ਕਹਿੰਦਾ ਤੁਸੀਂ ਕਹਿੰਦੇ ਹੋ ਸਾਡਾ ਰਾਜ, ਸਾਡਾ ਰਾਜ, ਸਾਡਾ ਰਾਜ, ਤੁਹਾਨੂੰ ਰਾਜ ਦਿੱਤਾ ਕਿਹਨੇ? ਕਹਿੰਦਾ ਤੁਹਾਨੂੰ ਰਾਜ ਤਾਂ ਕਿਸੇ ਰਾਜੇ ਨੇ ਦਿੱਤਾ ਹੋ ਸਕਦਾ, ਪਰ ਜਿਹਨੇ ਰਾਜ ਸਾਨੂੰ ਦਿੱਤਾ ਹੈ ਨਾ, ਤੁਸੀਂ ਉਹਦੀਆਂ ਖੂਬੀਆਂ ਨੂੰ ਸੁਣ ਹੀ ਨਹੀਂ ਸਕਦੇ। ਕਹਿੰਦਾ ਕੀ? ਕਹਿੰਦਾ ਕਈ ਸ਼ਾਹ ਤਿੰਨ ਕੀਨੇ ਪੀਰ, ਕਈ ਪੀਰ ਤਿੰਨ ਕੀਨੇ ਮੀਰ। ਕਹਿੰਦਾ ਜਿਹੜਾ ਸਾਨੂੰ ਰਾਜ ਦੇਣ ਵਾਲਾ ਬਾਬਾ ਨਾਨਕ ਹੈ ਨਾ, ਉਹ ਤਾਂ ਕਈ ਬਾਦਸ਼ਾਹਾਂ ਨੂੰ ਫਕੀਰ ਬਣਾ ਸਕਦਾ ਤੇ ਫਕੀਰਾਂ ਨੂੰ ਬਾਦਸ਼ਾਹ ਬਣਾ ਸਕਦਾ। ਸਾਡਾ ਤਾਂ ਬਾਦਸ਼ਾਹ ਵੱਖਰਾ ਹੈ। ਸਾਡਾ ਤਾਂ ਉਹ ਹੈ ਜਿਹਦੇ ਬਾਰੇ ਭੱਟ ਸਾਹਿਬਾਨ ਕਹਿੰਦੇ ਨੇ, ਕਬ ਕੱਲ ਸਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਨਿਓ। ਸਾਡੀ ਤਾਂ ਰਾਜ ਤੇ ਜੋਗ ਦੀ ਗੱਲ ਹੈ। ਸੋ ਇਹ ਜਿਹੜਾ ਪਾਤਸ਼ਾਹੀ ਦਾਵਾ ਹੈ, ਇਹ ਸਾਨੂੰ ਕਾਇਮ ਰੱਖਣਾ ਪਵੇਗਾ। ਗੁਰੂ ਕਿਰਪਾ ਕਰੇ ਅੱਜ ਤੁਸੀਂ ਦੀਪ ਦੀ ਯਾਦ ਦੇ ਵਿੱਚ ਜੁੜੇ ਬੈਠੇ ਹੋ। ਇਹੀ ਗੱਲਾਂ ਨੇ ਉਹਦੀਆਂ। ਪਾਤਸ਼ਾਹੀ ਦਾਵਾ ਕੀ ਹੈ, ਸਾਡੇ ਹੱਕ ਕੀ ਨੇ, ਸਾਡੀ ਹੋਂਦ ਕੀ ਹੈ, ਸਾਡੀ ਐਗਜ਼ਿਸਟੈਂਸ ਕੀ ਹੈ, ਸਾਡੀ ਬੋਲੀ ਕੀ ਹੈ, ਸਾਡਾ ਸੱਭਿਆਚਾਰ ਕੀ ਹੈ, ਫੈਡਰਲ ਸਟਰਕਚਰ ਕੀ ਹੈ। ਤੇ ਕੌਮਾਂ ਨੂੰ, ਘੱਟ ਗਿਣਤੀ ਕੌਮੀਆਂ ਨੂੰ, ਵੱਡੀਆਂ ਜਿਹੜੀਆਂ ਕੌਮੀਅਤਾਂ ਹੁੰਦੀਆਂ ਨੇ, ਉਹ ਆਪਣੇ ਏਕਾ ਕੇਂਦਰਿਤ ਢਾਂਚੇ ਦੇ ਵਿੱਚ ਬਰਬਾਦ ਕਿਵੇਂ ਕਰਦੀਆਂ ਨੇ, ਇਹਨਾਂ ਨੂੰ ਸਮਝਣ ਦੀ ਲੋੜ ਹੈ। ਵਕਤ ਥੋੜਾ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ। ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।